पंजाबी विभाग पंजाबी यूनीवर्सिटी पटियाला जिसनों कि UGC ਵੱਲੋਂ सेंटर फॉर एडवांस स्टडीज़ का दर्जा प्राप्त है ਵੱਲੋਂ श्री गुरु तेग बहादुर बाणी टीकाकारी का अध्ययन ਅਤੇ ਬਾਣੀ ਵਿਆਖਿਆ ਸਿਰਲੇਖ ਅਧੀਨ ਮਿਤੀ 6/9/2020 ਤੋਂ ਮਿਤੀ 13/9/2020 ਤੱਕ 7 ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਦੀ ਵਿਆਖਿਆ ਅਤੇ ਟੀਕਾਕਾਰੀ ਬਾਬਤ ਵਿਦਵਾਨਾਂ ਵੱਲੋਂ ਨਿੱਠ ਕੇ ਚਰਚਾ ਕੀਤੀ ਗਈ। ਇਸ ਵੈਬੀਨਾਰ ਵਿੱਚ ਡਾਕਟਰ ਸਿਕੰਦਰ ਸਿੰਘ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਉਹਨਾਂ ਵੈਬੀਨਾਰ ਵਿੱਚ ਗੁਰਬਾਣੀ ਦੀ ਵਿਆਖਿਆ ਸਨਮੁਖ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ। आओ सुनते हाँ डॉक्टर सिकंदर सिंह जी के विचार। ਅੱਜ ਦੀ ਵਰਕਸ਼ਾਪ ਦੇ ਇਸ ਸੈਸ਼ਨ ਵਿੱਚ ਮਾਣਯੋਗ ਮੁਖੀ ਪੰਜਾਬੀ ਵਿਭਾਗ ਡਾਕਟਰ ਸੁਰਜੀਤ ਸਿੰਘ, ਡਾਕਟਰ ਗੁਰਮੀਤ ਸਿੰਘ, ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਹੋਰ ਸਾਰੇ ਦੋਸਤ ਮਿੱਤਰ, ਰਾਜਵਿੰਦਰ, ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਆਖਿਆਵਾਂ ਦਾ ਜਿਹੜਾ ਮਾਮਲਾ ਉਹ ਕਈ ਪੱਖ ਤੋਂ ਸੌਖਾ ਵੀ ਆ, ਕਈ ਪੱਖ ਤੋਂ ਔਖਾ ਵੀ ਆ। ਤੇ ਇਹਨਾਂ ਬਾਰੇ ਜਦੋਂ ਮੇਰੀ ਜ਼ਿੰਮੇਵਾਰੀ ਲੱਗੀ ਸੀ ਵੀ ਮੈਂ ਇਸ ਤਰ੍ਹਾਂ ਗੱਲ ਕਰਨੀ ਆ, ਤਾਂ ਉਦੋਂ ਫਿਰ ਮੈਂ ਆਪਣੀ ਸੀਮਾ ਨੂੰ ਧਿਆਨ ਵਿੱਚ ਰੱਖਦਾ ਹੋਇਆ ਕੇਵਲ ਇੱਕ ਸ਼ਬਦ ਤੇ ਹੀ ਕੇਂਦਰਿਤ ਹੋਇਆ, ਕਿਉਂਕਿ ਵਿਆਖਿਆਵਾਂ ਕਾਫੀ ਨੇ। ਉਹਨਾਂ ਦੀ ਤੁਲਨਾ ਕਰਨੀ, ਉਹਨਾਂ ਨੂੰ ਠੀਕ ਤਰੀਕੇ ਜਿੰਨਾ ਕੁ ਸੰਭਵ ਹੋ ਸਕਿਆ ਪੇਸ਼ ਕਰਨਾ, ਉਹਦੇ ਵਿੱਚ ਇੱਕ ਸ਼ਬਦ ਹੀ ਕਾਫੀ ਲੱਗਿਆ ਮੈਨੂੰ। ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਤੇ ਇਹ ਜਿਹੜਾ ਮੇਰਾ ਭਾਸ਼ਣ ਹੈ ਇਹਨੂੰ 3 ਹਿੱਸਿਆਂ ਵਿੱਚ ਵੰਡਿਆ ਹੋਇਆ। ਪਹਿਲਾ ਹਿੱਸਾ ਇਹ ਹੈ ਵੀ ਗੁਰਬਾਣੀ ਵਿਆਖਿਆ ਦੀਆਂ ਜਿਹੜੀਆਂ ਚੁਣੌਤੀਆਂ ਨੇ ਜਾਂ ਉਹ ਚੁਣੌਤੀਆਂ ਨਾਲ ਆਪਾਂ ਨਜਿੱਠਣ ਲਈ ਕਿਹੜੇ ਰਾਹ ਅਪਣਾ ਸਕਦੇ ਹਾਂ। ਦੂਜੇ ਹਿੱਸੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਬਾਣੀ ਦੇ ਅਧਿਐਨ ਖੇਤਰ ਦੇ ਵਿੱਚ ਜਿਹੜੇ 2 ਖੇਤਰ ਨੇ, ਇੱਕ ਪਰੰਪਰਿਕ ਤੇ ਧਾਰਮਿਕ ਵਿਆਖਿਆਵਾਂ ਦਾ ਪਾਠ ਤੇ ਇੱਕ ਸਾਹਿਤਿਕ ਤੇ ਸਮਾਜਿਕ ਵਿਆਖਿਆਵਾਂ ਦੇ ਸਰੋਕਾਰ। ਦੂਜੇ ਹਿੱਸੇ ਵਿੱਚ ਇਹ ਨੇ। ਤੀਜੇ ਹਿੱਸੇ ਵਿੱਚ ਜਿਹੜਾ ਪ੍ਰਸੰਗ ਅਧੀਨ ਸ਼ਬਦ ਚੁਣਿਆ ਹੋਇਆ ਉਸ ਸ਼ਬਦ ਦੀ ਵਿਆਖਿਆ ਦੇ ਕੁਝ ਸਰੋਕਾਰ ਨੇ। ਆਪਾਂ ਪਹਿਲੇ ਹਿੱਸੇ ਤੋਂ ਸ਼ੁਰੂ ਕਰਦੇ ਹਾਂ। ਗੁਰਬਾਣੀ ਧੁਰਕੀ ਬਾਣੀ ਹੈ ਤੇ ਧੁਰਕੀ ਬਾਣੀ ਨੂੰ ਵਿਆਖਿਆ ਕਰਨ ਲਈ ਕਈ ਚੁਣੌਤੀਆਂ ਸਾਹਮਣੇ ਆਉਂਦੀਆਂ ਨੇ ਸਾਡੇ। ਉਹ ਚੁਣੌਤੀਆਂ ਕਿਵੇਂ ਅਸੀਂ ਉਹਨਾਂ ਨਾਲ ਨਜਿੱਠ ਸਕਦੇ ਹਾਂ ਜਾਂ ਕਿਹੜੀਆਂ ਚੁਣੌਤੀਆਂ ਨੇ, ਉਹ ਪਹਿਲਾ ਸਵਾਲ ਮੇਰਾ ਇਹ ਆ। ਇਹ ਆਪਾਂ ਜਿਹੜੀ ਅੱਜ ਵਰਕਸ਼ਾਪ ਕਰ ਰਹੇ ਹਾਂ, ਜਿਹਦੇ ਵਿੱਚ ਮੇਰੀ ਇਹ ਤਕਰੀਰ ਹੈ, ਇਹ ਹੈ ਸ਼ਤਾਬਦੀਆਂ ਦੇ ਸੰਬੰਧ ਵਿੱਚ, ਹੈ ਨਾ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਜਿਹੜਾ ਪ੍ਰਕਾਸ਼ ਪੁਰਬ ਹੈ, 4ਥੀ ਜਨਮ ਸ਼ਤਾਬਦੀ ਮਨਾ ਰਹੇ ਹਾਂ। ਤੇ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਨੇ ਤੇ ਸਮਕਾਲ ਹੈ ਜਿਹੜਾ ਸਾਡਾ, ਅਸੀਂ ਅਸਲੋਂ ਉਹਨਾਂ ਸ਼ਤਾਬਦੀਆਂ ਦੇ ਬਹਾਨੇ ਨਾਲ ਆਪਣੇ ਸਮਕਾਲ ਨੂੰ ਮੁਖਾਤਿਬ ਹੋਣਾ ਹੁੰਦਾ। ਸ਼ਤਾਬਦੀਆਂ ਮਨਾਉਣ ਪਿੱਛੇ ਕਈ ਭਾਂਤ ਦੀਆਂ ਸਿਆਸਤਾਂ, ਮਨਾਉਣ ਵਾਲਿਆਂ ਦੀਆਂ ਲੋੜਾਂ, ਧਰਮ ਸੰਸਥਾ ਦੀਆਂ ਲੋੜਾਂ, ਕਿੰਨੀ ਭਾਂਤ ਦੀਆਂ ਗੱਲਾਂ ਹੁੰਦੀਆਂ ਨੇ। ਪਰ ਉਹਦੇ ਵਿੱਚੋਂ ਠੀਕ ਸਰੋਕਾਰ ਤਲਾਸ਼ਣੇ ਉਹ ਸਾਡੀ ਅਕਾਦਮਿਕਤਾ ਦੀ ਜਾਂ ਇਸ ਪਾਸੇ ਕੰਮ ਕਰਨ ਦੇ ਵਿੱਚ ਲੱਗੇ ਹੋਏ ਬੰਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਤੇ ਇਹ ਸਾਡੇ ਸਾਹਮਣੇ ਪਹਿਲਾ ਜਿਹੜਾ ਮਸਲਾ ਹੈ। ਤੇ ਅਸੀਂ ਜੇ ਇਸ ਤੁਰਕੀ ਬਾਣੀ ਦੀ ਵਿਆਖਿਆ ਕਰਨੀ ਆ ਤਾਂ ਸਾਨੂੰ ਹੁਣ ਜਿਹੜੀ ਥਾਂ ਤੇ ਅਸੀਂ ਬੈਠੇ ਹਾਂ, ਸਾਡੇ ਤੋਂ ਪਹਿਲਾਂ ਬਹੁਤ ਕੁਝ ਹੋ ਚੁੱਕਿਆ। ਤੇ ਸਾਡੇ ਲਈ ਮਸਲਾ ਇਹ ਆ ਵੀ ਅਸੀਂ ਪੀਸੇ ਨੂੰ ਪੀਸਣ ਤੋਂ ਅੱਗੇ ਕਿਵੇਂ ਤੁਰਨਾ। ਕਿਉਂਕਿ ਅਸੀਂ ਜੇ ਵਿਆਖਿਆ ਲੈ ਕੇ ਆਈਏ ਤਾਂ ਉਹ ਵਿਆਖਿਆ ਦੇ ਵਿੱਚ ਇੱਕ ਨੁਕਤਾ ਵੀ ਮੌਲਿਕ ਹੋਵੇ ਸਾਡੇ ਯੁੱਗ ਦੇ ਵਿੱਚ, ਉਹੀ ਕਾਫੀ ਆ। क्योंकि बातें अगर दोहराई ना जाया करती तो कब की खत्म हो चुकी होती। गल्लां ने जड़ियां उन्हां दा दोहरा तां होना ही आ, सारियां गल्लां दोहरा होना पहलियां दा, पर उहदे विच जे एक नुकता भी किसी युग दे विच कुछ नवां शामिल हो गया, कोई मौलिक शामिल हो गया जां उहदी पेशकारी मौलिक शामिल हो गई तां उहदी सार्थकता बन जाती है। इसलिए असीं पीसे नूं पीसण तों अगे तुरन दी साडी एक लोड़ है। ਭਵਿੱਖ ਦੀ ਜਿਹੜੀ ਵਿਆਖਿਆ ਉਸ ਨੂੰ ਧੁਰਕੀ ਬਾਣੀ ਦੀ ਰੂਹਾਨੀਅਤ ਦੀ ਮਾਨਤਾ ਸਹਿਤ ਵਿਆਖਿਆਤ ਕਰਨਾ। ਵਿਆਖਿਆ ਕਈ ਭਾਂਤ ਦੀ ਹੋ ਸਕਦੀ ਹੈ। ਕੁਝ ਮਸਲੇ ਜਿਹੜੇ ਸਾਨੂੰ ਵਿਚਾਰਧਾਰਕ ਤੌਰ ਤੇ ਠੀਕ ਨਾ ਆਉਣ, ਕਈ ਵਾਰੀ ਅਸੀਂ ਉਹਨਾਂ ਨੂੰ ਰੱਦ ਕਰ ਦਿੰਦੇ ਹਾਂ, ਕਈ ਵਾਰੀ ਉਹਨਾਂ ਨੂੰ ਛੱਡ ਦਿੰਦੇ ਹਾਂ। ਛੱਡੇ ਤਾਂ ਜਾ ਸਕਦੇ ਨੇ, ਰੱਦ ਕਰਨਾ ਕਾਫੀ ਔਖਾ ਕੰਮ ਹੈ। ਤੇ ਇਸ ਲਈ ਇੱਕ ਸਾਡੇ ਸਾਹਮਣੇ ਮਾਮਲਾ ਇਹ ਆ ਵੀ ਬਿਨਾਂ ਰੱਦ ਕੀਤੇ, ਬਿਨਾਂ ਤਿਆਗੇ,
ਜਾਂ ਪੁਰਾਣ ਕਥਾਵਾਂ ਦੇ ਜਿੱਦਾਂ ਦੇ ਹਵਾਲੇ ਗੁਰਬਾਣੀ ਵਿੱਚ ਆਉਂਦੇ ਨੇ, ਵੀ ਸਿੱਖਾਂ ਦਾ ਹੀ ਇੱਕ ਵੱਡਾ ਸੈਕਸ਼ਨ ਆ ਜਿਹੜਾ ਉਹ ਗੁਰਬਾਣੀ ਦੇ ਵਿੱਚ ਆਏ ਹਵਾਲਿਆਂ ਨੂੰ ਉਹਨਾਂ ਨੂੰ ਕਈ ਥਾਈਂ ਰੱਦ ਕਰੀ ਜਾ ਰਿਹਾ, ਤੇ ਬਿਨਾਂ ਰੱਦ ਕੀਤੇ ਤੁਸੀਂ ਉਸ ਪਵਿੱਤਰ ਦੀ ਜਿਹੜੀ ਮਾਨਤਾ ਹੈ ਉਹਦੀ ਪਵਿੱਤਰਤਾ ਦਾ ਸਤਿਕਾਰ ਕਰਦੇ ਹੋਏ ਨਵੀਆਂ ਵਿਆਖਿਆਵਾਂ ਘੜਨੀਆਂ ਨੇ ਤੇ ਨਵੀਂ ਮੌਲਿਕਤਾ ਲੈ ਕੇ ਆਉਣੀ ਆ। ਇਹ ਸਾਡੇ ਸਾਹਮਣੇ ਇੱਕ ਮਸਲਾ। ਤੇ ਇਸ ਤਰ੍ਹਾਂ ਇਹ ਹੇਠਲੀ ਇਹ ਤੁਕ ਹੈ ਭਗਤ ਕਬੀਰ ਦੀ ਹੈ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਜ ਬਿਲੋਵੋ ਜੈਸੇ ਤਤ ਨਾ ਜਾਈ। ਬਿਲੋਵਣਾ ਮੈਨਾਂ ਹੁੰਦਾ ਰਿੜਕਣਾ, ਹਨਾ, ਵੀ ਇਸ ਤਰੀਕੇ ਰਿੜਕੋ ਕਿ ਤਤ ਨਾ ਖਰਾਬ ਹੋਵੇ। ਤੇ ਉਹ ਤਤ ਅਸੀਂ ਕਿਵੇਂ ਬਚਾ ਕੇ ਰੱਖਣਾ, ਤੇ ਉਹ ਅਸਲੀਅਤ ਉਹ ਸੱਚ ਕਿਵੇਂ ਬਚਾ ਕੇ ਰੱਖਣਾ, ਤੇ ਉਹਦੇ ਵਿੱਚੋਂ ਅਸੀਂ ਬਿਲੋਵਣ ਦੇ ਵਿੱਚੋਂ ਕਾਫੀ ਕੁਝ ਆਪਣੀਆਂ ਜਿਹੜੀਆਂ ਆਪਣੀਆਂ ਸਮਕਾਲ ਦੀਆਂ ਲੋੜਾਂ ਖਾਤਰ ਲੈਣਾ ਵੀ ਹੈ, ਉਹ ਗੱਲਾਂ ਸਾਡੇ ਸਾਹਮਣੇ ਇੱਕ ਮਸਲਾ ਨੇ। ਇੱਕ ਇਹ ਹੈ ਵੀ ਹੁਣ ਜਿਹੜੇ ਯੁੱਗ ਦੇ ਵਿੱਚ ਅਸੀਂ ਖੜੇ ਹਾਂ ਤੇ ਇਸ ਯੁੱਗ ਦੇ ਵਿੱਚ ਵਿਵਾਦਾਂ ਦਾ ਕੋਈ ਥਾਂ ਨਹੀਂ, ਇੰਨੇ ਵਿਵਾਦ ਨੇ, ਅੰਤ ਕੋਈ ਨਹੀਂ ਵਿਵਾਦਾਂ ਦਾ। ਸਾਡੀ ਜ਼ਿੰਮੇਵਾਰੀ ਇੱਥੇ ਇਹ ਹੈ ਵੀ ਅਸੀਂ ਅਣਵਿਵਾਦਤ ਜਾਂ ਸਾਂਝੇ ਵੱਲ ਨੂੰ ਸਫ਼ਰ ਕਰਨਾ। ਇਹ ਵਿਆਖਿਆਵਾਂ, ਇਹ ਸੰਵਾਦ, ਇਹ ਸਾਰਿਆਂ ਦੀ ਲੋੜ ਹੀ ਇਹ ਹੁੰਦੀ ਹੈ ਕਿ ਅਸੀਂ ਅਣਵਿਵਾਦਤ ਜਾਂ ਸਾਂਝੇ ਵੱਲ ਨੂੰ ਸਫ਼ਰ ਕਰ ਸਕੀਏ। ਕਿਸ ਨੁਕਤੇ ਤੇ ਅਸੀਂ ਇਕੱਠੇ ਹੋ ਸਕਦੇ ਹਾਂ, ਸਾਰੀਆਂ ਵੱਖਰਤਾਵਾਂ ਦਾ ਸਤਿਕਾਰ ਕਰਦੇ ਹੋਏ ਵੀ ਅਣਵਿਵਾਦਤ ਵੱਲ ਨੂੰ ਸਫ਼ਰ ਕਰ ਸਕੀਏ। ਇਹ ਇੱਕ ਚੁਣੌਤੀ ਹੈ ਸਾਡੇ ਸਾਹਮਣੇ। ਅਗਲੀ ਇੱਕ ਚੁਣੌਤੀ ਹੈ ਵੀ ਜਿਹੜੀ ਬੋਲੀ, ਉਹਦੇ ਪ੍ਰਸੰਗ, ਵਿਚਾਰ। ਸਾਨੂੰ ਪਤਾ ਹੈ ਵੀ ਗੁਰਬਾਣੀ ਦਾ ਜਿਹੜਾ ਕੋਡਿੰਗ ਆ ਉਹ ਵੱਖਰੀ ਕਿਸਮ ਦੀ ਬੋਲੀ ਆ। ਉਸ ਸਾਡੀ ਵਿਆਖਿਆ ਦੀ ਪਹਿਲੀ ਲੋੜ ਇਹ ਹੈ ਵੀ ਅਸੀਂ ਉਸ ਜਿਹੜੀ ਬੋਲੀ ਹੈ ਉਹਦੇ ਕੋਡਾਂ ਨੂੰ ਖੋਲਣਾ, ਉਹਦੇ ਅਰਥਾਂ ਨੂੰ ਖੋਲਣਾ, ਹਨਾ। ਤੇ ਜਿਹੜੇ ਪਹਿਲੇ ਸੰਦ ਵੀ ਨੇ, ਜਿਵੇਂ ਕੋਸ਼ ਬਣੇ, ਉਹ ਸਾਰੇ ਉਹ ਵੀ ਗੁਰਬਾਣੀ ਵਿਆਖਿਆ ਦੇ ਜਿਹੜੇ ਸੰਦ ਨੇ ਉਹ ਗੁਰਬਾਣੀ ਦੀ ਭਾਸ਼ਾ ਦੇ ਕੋਡ ਖੋਲਣ ਲਈਏ ਨੇ, ਚਾਹੀਦੇ ਵੀ ਉਸੇ ਲਈਏ ਨੇ। ਤੇ ਇੱਕ ਹੋਰ ਅਗਲਾ ਮਾਮਲਾ ਹੈ ਵੀ ਅਸੀਂ ਆਪਣੀ ਵਿਆਖਿਆ ਨਾਲ ਸਮਕਾਲ ਨੂੰ ਮੁਖਾਤਿਬ ਹੋਣਾ, ਜਿਹੜੀ ਗੱਲ ਮੈਂ ਪਹਿਲਾਂ ਹੀ ਤੁਹਾਨੂੰ ਕਰ ਦਿੱਤੀ ਸੀ। ਇੱਕ ਹਰ ਪਾਠ ਦਾ, ਹਰ ਪ੍ਰਵਚਨ ਦਾ ਤੇ ਭਾਸ਼ਾ ਦਾ ਇੱਕ ਮਨੋਰਥ ਪੱਕਾ ਹੁੰਦਾ ਕਿ ਉਹ ਪਰੰਪਰਾ ਦਾ ਭਵਿੱਖ ਤੱਕ ਸੰਚਾਰ ਕਰਦੀ ਹੈ। ਜਿਹੜੀ ਪੀੜ੍ਹੀ ਦੇ ਹੱਥ ਹੁੰਦੀ ਹੈ, ਜਿਹੜੀ ਪੀੜ੍ਹੀ ਉਸ ਰਾਹੀਂ ਗੁਜ਼ਰ ਰਹੀ ਹੁੰਦੀ ਹੈ, ਉਸ ਪੀੜ੍ਹੀ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਸ ਨੇ ਪਰੰਪਰਾ ਦਾ ਭਵਿੱਖ ਤੱਕ ਸੰਚਾਰ ਕਰਨਾ। ਭਾਸ਼ਾ ਦੀ ਸਮਰੱਥਾ ਵੈਸੇ ਹੀ ਆਪਾਂ ਮੰਨਦੇ ਹਾਂ ਵੀ ਇਹ ਤ੍ਰੈਕਾਲ ਹੈ। ਜੇ ਅਸੀਂ ਗੁਰੂ ਨਾਨਕ ਸਾਹਿਬ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਜਾਂ ਵੇਦਾਂ ਦੀ ਅੱਜ ਅਸੀਂ ਵਿਚਾਰ ਸਾਂਝੀ ਕਰ ਰਹੇ ਹਾਂ ਕਿਸੇ ਥਾਂ ਤੇ, ਤਾਂ ਉਹਦੇ ਪਿੱਛੇ ਇਹੀ ਕਾਰਨ ਹੈ ਕਿ ਅਸੀਂ ਭਵਿੱਖ ਤੱਕ ਜਿਹੜੀ ਪੁਰਾਣੀ ਗੱਲ ਹੈ, ਜਿਹੜੀ ਸਾਡੇ ਕੋਲੇ ਅੱਜ ਤੱਕ ਆਈ ਤੇ ਅਗਾਂਹ ਭਵਿੱਖ ਤੱਕ ਜਾਣੀ ਆ, ਉਹ ਸਾਡੇ ਕੋਲੇ ਭਾਸ਼ਾ ਰਾਹੀਂ ਆਈ। ਇਹ ਕੁਝ ਚੁਣੌਤੀਆਂ ਨੇ ਤੁਰਕੀ ਬਾਣੀ ਦੀ ਵਿਆਖਿਆ ਦੀਆਂ। ਇਹਨਾਂ ਚੁਣੌਤੀਆਂ ਦੇ ਹੱਲ ਲਈ ਜਿਹੜਾ ਸੰਭਾਵੀ ਜਾਂ ਅਨੁਮਾਨਿਤ ਤਰੀਕਾਕਾਰ ਕੀ ਹੋ ਸਕਦਾ। ਇੱਕ ਤੇ ਮੈਨੂੰ ਲੱਗਿਆ ਵੀ ਜਿਸ ਤਰ੍ਹਾਂ ਮੈਂ ਇਹ ਸ਼ਬਦ ਵੀ ਚੁਣਿਆ ਵੀ ਇੱਕੋ ਸ਼ਬਦ ਦਾ ਅਧਿਐਨ ਕਰਨਾ, ਤੇ ਉਹ ਇਹ ਹੈ ਵੀ ਮਹੀਨ ਅਧਿਐਨ ਕਰੀਏ, ਬਾਰੀਕੀ ਵਿੱਚ ਜਾ ਕੇ ਅਰਥ ਖੋਲੀਏ, ਪ੍ਰਸੰਗ ਖੋਲੀਏ। ਇਸ ਖਾਤਰ ਹੁੰਦਾ ਏਦਾਂ ਵੀ ਮਨੁੱਖ ਨੇ ਕੁੱਲ ਜਾਣਕਾਰੀ ਹੈ ਜਿਹੜੀ ਉਸ ਦੇ ਕੋਲੇ, ਤੇ ਉਸ ਨੇ ਉਸ ਨੂੰ ਆਪਣੇ ਅਧਿਐਨ ਲਈ ਸਦਾ ਲੈਣਾ ਹੁੰਦਾ। ਉਹ ਜਿਹੜੀ ਸਾਰੀ ਜਾਣਕਾਰੀ ਆ ਉਹਨੇ ਆਪਣੇ ਅਧਿਐਨ ਦੇ ਖਾਤਰ ਵਰਤਣੀ ਹੁੰਦੀ ਆ। ਉਹ ਸਾਰੀਆਂ ਵਿਆਖਿਆਵਾਂ ਉਹ ਦੱਸਦਾ, ਤੇ ਜਿਹੜੇ ਉਸ ਪਾਠ ਦੇ ਵਿੱਚ ਚਿੰਨ੍ਹ ਪ੍ਰਸੰਗ ਆਏ ਹੁੰਦੇ ਨੇ ਉਹਨਾਂ ਨੂੰ ਹੋਰਾਂ ਹਵਾਲਿਆਂ ਨਾਲ ਖੋਲਣਾ। ਤੇ ਹਰੇਕ ਪਾਠ ਜਾਂ ਹਰੇਕ ਵਿਆਖਿਆ ਦਾ ਇੱਕ ਵੱਡਾ ਮਸਲਾ ਇਹ ਹੁੰਦਾ ਵੀ ਰੁਕਣਾ ਕਿੱਥੇ ਆ। ਕਈ ਵਾਰੀ ਅਸੀਂ ਤਰਕ ਦੀ ਵਿਧੀ ਅਪਣਾ ਲੈਂਦੇ ਹਾਂ, ਜਾਂ ਕਈ ਵਾਰੀ ਅਸੀਂ ਵਿਸ਼ਵਾਸ ਦੀ ਜਾਂ ਕਿਸੇ ਤਰ੍ਹਾਂ ਦੀ ਪਰੰਪਰਾ ਦੀ ਵਿਧੀ ਅਪਣਾ ਲੈਂਦੇ ਹਾਂ। ਅਸਲ ਵਿੱਚ ਵਿਧੀ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੁੰਦੀ। ਵਿਧੀ ਕਾਰਗਰ ਤਾਂ ਹੁੰਦੀ ਹੈ ਜੇ ਮਨੁੱਖ ਨੇ ਉਸ ਨੂੰ ਠੀਕ ਤਰੀਕੇ ਵਰਤ ਲਿਆ। ਜੇ ਅਸੀਂ ਤਰਕ ਨਾਲ, ਹੁਣ ਅੱਜ ਸਿੱਖ ਪਰੰਪਰਾ ਦਾ ਜਿਹੜਾ ਤਰਕ ਕਰਕੇ ਹਾਲ ਹੋਇਆ, ਜਦ ਕਿ ਤਰਕ ਤੋਂ ਬਿਨਾਂ ਅਸੀਂ ਜਿਉ ਨਹੀਂ ਸਕਦੇ। ਤਰਕ ਨਾਲ ਅਸੀਂ ਬਹੁਤ ਗੱਲਾਂ ਸਮਝਦੇ ਹਾਂ, ਪਰ ਤਰਕ ਕਰਕੇ ਜਿਹੜਾ ਇਹਨਾਂ ਦੇ ਅੰਦਰ ਕਲੇਸ਼ ਪਿਆ ਹੋਇਆ, ਉਹਦੀ ਮੈਨੂੰ ਸਮੱਸਿਆ ਇਹ ਲੱਗਦੀ ਹੈ ਵੀ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਤਰਕ ਵਰਤ ਕੇ ਅਸੀਂ ਰੁਕਣਾ ਕਿੱਥੇ ਆ। ਰੁਕਣ ਦੀਆਂ ਮੁਸ਼ਕਲਾਂ ਹੁੰਦੀਆਂ ਨੇ। ਜਿਵੇਂ ਤੁਹਾਨੂੰ ਮੈਂ ਇੱਕ ਮਿਸਾਲ ਦਿੰਦਾ ਵੀ ਪੰਜਾਬੀ ਬੋਲੀ ਦੇ ਜਨਮ ਬਾਰੇ ਪੁਰਾਤਨਤਾ ਦਾ ਤਰਕ ਹੈ, ਜਿਹੜਾ ਪੁਰਾਤਨ ਵੱਲ ਨੂੰ ਜਾਣ ਦਾ ਸਫ਼ਰ ਸ਼ੁਰੂ ਹੋਇਆ। ਪਹਿਲਾਂ ਅਪਭ੍ਰੰਸ਼ਾਂ ਤੇ ਗਏ, ਅਪਭ੍ਰੰਸ਼ਾਂ ਤੋਂ ਫਿਰ ਉਦੋਂ ਅਗਾਂਹ ਪਿੱਛੇ ਨੂੰ ਜਾਂਦੇ ਜਾਂਦੇ ਸੰਸਕ੍ਰਿਤ ਤੇ ਜਾ ਕੇ ਜਿਹੜੇ ਭਾਰਤੀ ਰਾਸ਼ਟਰ ਨਾਲ ਸੰਬੰਧਿਤ ਵਿਦਵਾਨ ਸੀ ਉੱਥੇ ਰੁਕ ਗਏ। ਪਰ ਪਾਕਿਸਤਾਨ ਰਾਸ਼ਟਰ ਵਾਲੇ ਉਸੇ ਤਰਕ ਨੂੰ ਪ੍ਰੀ ਆਰੀਅਨ ਤੱਕ ਲੈ ਗਏ, ਤੇ ਉਹ ਤਰਕ ਪਾਕਿਸਤਾਨ ਦਾ ਇੱਕ ਵਿਦਵਾਨ ਆ ਆਇਨੁਲ ਹੱਕ ਫਰੀਦਕੋਟੀ, ਉਹ ਉਸ ਨੂੰ ਮੁੱਢਲੇ ਬੰਦੇ ਤੱਕ ਲੈ ਕੇ ਜਾਂਦਾ ਉਸ ਤਰਕ ਨੂੰ।
ਤੇ ਇਸ ਲਈ ਮਸਲਾ ਇਹ ਹੋ ਜਾਂਦਾ ਵੀ ਤੁਸੀਂ ਕਿਸੇ ਤਰਕ ਨੂੰ ਜਾਂ ਕਿਸੇ ਵਿਧੀ ਨੂੰ ਵਰਤ ਕੇ ਰੁਕਣਾ ਕਿੱਥੇ ਆ। ਤੇ ਅਗਲੀ ਇੱਕ ਸਮਝਣ ਦੀ ਜਿਹੜੀ ਵਿਧ ਹੈ ਉਹ ਇਹ ਹੈ ਵੀ ਸਾਰੀ ਰਚਨਾ ਨੂੰ ਅਸੀਂ ਖੰਡ ਕਰਕੇ ਸਮਝਣਾ ਤੇ ਫਿਰ ਜੋੜ ਲੈਣਾ, ਫਿਰ ਅਸੀਂ ਜਿੰਨੇ ਸਾਡੇ ਸੰਭਾਵੀ ਅਰਥ ਨੇ ਉਹ ਸਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ। ਇੱਕ ਮਸਲਾ ਹੋਰ ਹੈ, ਇਹ ਜਿਹੜਾ ਨਵੀਂ ਰਿਸਰਚ ਨੇ ਸਾਡੇ ਸਾਹਮਣੇ ਲੈ ਕੇ ਆਂਦਾ, ਉਹ ਇਹ ਹੈ ਵੀ ਮੁਖਾਤਬ ਕਿਸ ਨੂੰ ਹੋਣਾ। ਅਸੀਂ ਕੁੱਲ ਲੁਕਾਈ ਨੂੰ ਇੱਕੋ ਵੇਲੇ ਮੁਖਾਤਬ ਹੋਣ ਦੀ ਸਮਰੱਥਾ ਕਈ ਵਾਰੀ ਨਹੀਂ ਰੱਖਦੇ ਹੁੰਦੇ, ਤੇ ਜਾਂ ਇਹ ਵੀ ਅਸੀਂ ਮੁਸ਼ਕਲ ਨੂੰ ਦੂਜੇ ਪਾਸੇ ਦੀ ਅਸੀਂ ਕੰਨ ਫੜ ਕੇ ਵੇਖ ਲੈਂਦੇ ਹਾਂ ਵੀ ਕਈ ਵਾਰੀ ਜਿਹਨਾਂ ਨੇ ਸੁਣਨਾ ਹੁੰਦਾ, ਜਿਹੜੇ ਸਰੋਤੇ ਜਾਂ ਪਾਠਕ ਹੁੰਦੇ ਨੇ, ਉਹ ਉਹਨਾਂ ਸਾਰੀਆਂ ਗੱਲਾਂ ਨਾਲ ਜਾਂ ਉਸ ਮੁਹਾਵਰੇ ਨਾਲ ਸਾਰੇ ਜਾਣੇ ਵਾਕਫ ਨਹੀਂ ਹੁੰਦੇ। ਜਿਸ ਮੁਹਾਵਰੇ ਨਾਲ ਵਿਦਵਾਨ ਵਾਕਫ ਹੈ ਉਸ ਨਾਲ ਸਧਾਰਨ ਲੋਕ ਨਹੀਂ ਵਾਕਫ ਹੋ ਸਕਦੇ, ਹਨਾ। ਇਸ ਲਈ ਕਿਸ ਨੂੰ ਮੁਖਾਤਿਬ ਹੋਣਾ ਹੈ, ਉਸ ਦੇ ਖਾਤਰ ਸਾਨੂੰ ਇਹ ਇੱਕ ਮਸਲਾ ਸਾਡੇ ਸਾਹਮਣੇ ਆਉਂਦਾ ਹੈ, ਤੇ ਇਹ ਮੁਖਾਤਿਬ ਹੋਣ ਲਈ ਬਹੁਤ ਜ਼ਰੂਰੀ ਹੈ ਵੀ ਅਸੀਂ ਕਿਸ ਨੂੰ ਮੁਖਾਤਿਬ ਹੋਣਾ। ਇੱਥੋਂ ਇਹ ਇੰਨੀਆਂ ਕੁ ਗੱਲਾਂ ਨੇ। ਇਹ ਗੌੜੀ ਮਹਲਾ 9ਵਾਂ ਦਾ ਇੱਕ ਸ਼ਬਦ ਹੈ ਜਿਹਦੇ ਬਾਰੇ ਆਪਾਂ ਅਧਿਐਨ ਕਰਨਾ, ਬਲਕਿ ਜਿਹਦੀਆਂ ਵਿਆਖਿਆਵਾਂ ਵੇਖਣੀਆਂ ਨੇ ਆਪਾਂ ਨੇ, ਹਨਾ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਰਹਾਓ ਪਤਿਤ ਪੁਨੀਤ ਦੀਨ ਬੰਧ ਹਰ, ਸਰਨ ਤਾਹੇ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਬਿਸਰਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਨਾਨਕ ਕਹਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਇਹ ਸ਼ਬਦ ਹੈ, ਇਹਦੇ ਅਰਥ ਮੈਂ ਤੁਹਾਨੂੰ ਨਹੀਂ ਦੱਸਦਾ ਕਿਉਂਕਿ ਅੱਗੇ ਸਾਰੀਆਂ ਅਰਥਾਂ ਬਾਰੇ ਗੱਲਾਂ ਹੋਣੀਆਂ। ਤੇ ਇਹ ਮਹਲਾ 9ਵਾਂ ਦੀ ਜਿਹੜਾ ਇਹ ਸ਼ਬਦ ਹੈ ਜਾਂ ਇਹਦੀ ਸਾਰੀ ਬਾਣੀ ਹੈ, ਉਹਦੀ ਵਿਆਖਿਆ ਦੇ ਮੇਰੀ ਸਮਝ ਵਿੱਚ ਇਹ ਦੋ ਖੇਤਰ ਹੈ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ। ਇੱਕ ਪਰੰਪਰਕ ਤੇ ਧਾਰਮਿਕ ਖੇਤਰ ਹੈ, ਇੱਕ ਸਾਹਿਤਕ ਤੇ ਸਮਾਜਿਕ ਖੇਤਰ ਹੈ। ਪਰੰਪਰਕ ਤੇ ਧਾਰਮਿਕ ਖੇਤਰ ਹੈ ਜਿਹੜਾ ਉਹ ਪਰੰਪਰਕ ਸੰਪਰਦਾਵਾਂ ਨੇ, ਜਿਵੇਂ ਨਿਰਮਲ ਸੰਪਰਦਾਇ, ਜਾਂ ਧਾਰਮਿਕ ਖੇਤਰ ਦੇ ਵਿਦਵਾਨ ਨੇ ਜਿਨ੍ਹਾਂ ਵਿੱਚੋਂ ਕੁਝ ਚੋਣਵਿਆਂ ਦੇ ਨਾਂ ਲਿਖੇ ਹੋਏ ਨੇ। ਸਾਹਿਤਕ ਸਮਾਜਿਕ ਖੇਤਰ ਦੀ ਵਿਦਵਤਾ ਬਾਰੇ ਤੁਸੀਂ ਜਾਣਦੇ ਹੋ, ਦਿੱਲੀ ਸਕੂਲ ਦੇ ਕੁਝ ਬੰਦੇ ਨੇ, ਸਾਹਿਤ ਆਲੋਚਨਾ ਨਾਲ ਜੁੜੇ ਹੋਏ ਕੁਝ ਬੰਦੇ ਨੇ ਆਪਣੇ, ਉਹਨਾਂ ਨੇ ਇਹ ਜਿਹੜੇ ਪੱਖ ਨੇ ਇਹ ਵਰਤੇ ਨੇ। ਜਿਹੜੀਆਂ ਪਰੰਪਰਕ ਤੇ ਧਾਰਮਿਕ ਖੇਤਰ ਦੀਆਂ ਵਿਆਖਿਆਵਾਂ ਨੇ, ਇਹਨਾਂ ਦੇ ਮੈਂ ਸਾਰੇ ਪਾਠ ਜਿੰਨੀਆਂ ਮੇਰੇ ਕੋਲੇ ਸੀ 8 ਵਿਆਖਿਆਵਾਂ, ਉਹਨਾਂ ਦੇ ਮੈਂ ਪਾਠ ਦਰਜ ਕੀਤੇ ਨੇ। ਸਮਾਂ ਉਹਨਾਂ ਤੇ ਘੱਟ ਲਾਵਾਂਗੇ ਆਪਾਂ, ਪਰ ਉਹ ਤੁਹਾਡੀ ਸਹੂਲਤ ਖਾਤਰ ਤੇ ਮੇਰੇ ਆਪਣੀ ਲੋੜ ਖਾਤਰ, ਸਮਝਣ ਖਾਤਰ ਮੈਂ ਉਹ ਵਿਆਖਿਆਵਾਂ ਦਿੱਤੀਆਂ ਨੇ। ਉਹ ਇਕੱਲੀ ਕਰਕੇ ਆਪਾਂ ਵੇਖ ਲੈਂਦੇ ਹਾਂ। ਇਹ ਇੱਕ ਕਿਤਾਬ ਹੈ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਪੰਜਾਬੀ ਯੂਨੀਵਰਸਿਟੀ ਦੁਆਰਾ ਛਾਪੀ ਹੋਈ। ਉਹਦੇ ਵਿੱਚ ਇਸੇ ਸ਼ਬਦ ਦੀ ਵਿਆਖਿਆ ਡਾਕਟਰ ਤਾਰਨ ਸਿੰਘ ਅਤੇ ਬਲਵੀਰ ਕੌਰ ਨੇ ਦਿੱਤੀ ਹੋਈ ਆ। ਇਹਨਾਂ ਦੀ ਵਿਆਖਿਆ ਦਾ ਮੂਲ ਮੁਹਾਵਰਾ ਹਰ ਪੰਕਤੀ ਨੂੰ ਉਹਦੇ ਅਰਥ ਦੱਸਣਾ ਤੇ ਸਧਾਰਨ ਅਰਥਾਂ ਰਾਹੀਂ ਉਹ ਦੱਸਦੇ ਨੇ। ਤੇ ਜਿੱਥੇ ਜਾ ਕੇ ਇੱਕ ਕੋਈ ਹਵਾਲੇ ਦਾ ਮਸਲਾ ਆਉਂਦਾ, ਜਿਵੇਂ ਇਹਦੇ ਵਿੱਚ ਇੱਕ ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਹਨਾ, ਗਜ ਇੱਕ ਹਾਥੀ, ਉਸ ਦਾ ਇਹਨਾਂ ਨੇ ਇੱਕ ਵੇਰਵਾ ਦਿੱਤਾ ਸੰਖੇਪ। ਇਸ ਤੋਂ ਬਾਅਦ ਡਾਕਟਰ ਤਾਰਨ ਸਿੰਘ ਦੀ ਕਿਤਾਬ ਵੀ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੋਈ ਹੈ। ਉਹਦੇ ਵਿੱਚ ਇਹ ਵੱਖਰੀ ਤਰ੍ਹਾਂ ਦਾ ਜਿਹੜਾ ਉਹਦਾ ਅਰਥ ਹੈ ਜਾਂ ਵਿਆਖਿਆ ਹੈ ਉਹ ਦਿੱਤੀ ਹੋਈ ਹੈ। ਇਹਦਾ ਜਿਵੇਂ ਉਹ ਨਰੋਲ ਸ਼ਬਦ ਵਿਆਖਿਆ ਜਾਂ ਤੁਕ ਦੇ ਅਰਥ ਨੇ, ਤਾਂ ਇਹ ਥੋੜੀ ਜਿਹੀ ਹਲਕੀ ਜਿਹੀ ਆਪਾਂ ਦਾਰਸ਼ਨਿਕ ਕਹਿ ਸਕਦੇ ਹਾਂ ਉਹਦੇ ਨਾਲੋਂ, ਵੀ ਇਹ ਤੁਕ ਦੇ ਅਰਥਾਂ ਨੂੰ ਦੱਸਣ ਦੇ ਵਿੱਚ ਨਹੀਂ ਪਏ, ਤੇ ਇਹ ਥੋੜਾ ਜਿਹਾ ਜਿਹੜਾ ਉਹਦਾ ਦਾਰਸ਼ਨਿਕ ਰੂਪ ਹੈ ਉਹ ਉਜਾਗਰ ਕਰਦੇ ਨੇ ਉਸ ਸ਼ਬਦ ਦਾ। ਅਗਲਾ ਰਤਨ ਸਿੰਘ ਜੱਗੀ ਹੋਰਾਂ ਵੱਲੋਂ ਭਾਵ ਪ੍ਰਬੋਧਨੀ ਟੀਕਾ, ਜਿਹੜਾ ਇਹਨਾਂ ਨੇ ਜਿਹੜਾ ਮੁਹਾਵਰਾ ਹੈ ਧਾਰਮਿਕ ਵਿਆਖਿਆ ਦਾ, ਉਸ ਦੇ ਵਿੱਚ ਆਪਣੀ ਗੱਲ ਦੱਸੀ ਆ। ਅਰਥ ਸਾਨੂੰ ਪਤਾ ਹੈ ਵੀ ਸਾਰੇ ਸ਼ਬਦ ਦੇ ਉਹੀ ਅਰਥ ਨੇ, ਤੇ ਸਾਰੇ ਜਿਹੜੇ ਵਿਆਖਿਆਕਾਰ ਨੇ ਉਹ ਸਾਨੂੰ ਆਪੋ ਆਪਣੇ ਨੁਕਤਾ ਨਿਗਾਹ ਤੋਂ ਇਹ ਅਰਥ ਦੱਸ ਰਹੇ ਨੇ। ਇਹਨਾਂ ਨੇ ਕੁਝ ਜਿਹੜੇ ਸ਼ਬਦ ਨੇ ਸਮਝਾਉਣ ਲਈ ਉਹ ਬ੍ਰੈਕਟਾਂ ਦੇ ਵਿੱਚ ਪਾ ਕੇ ਆਪਣੀ ਗੱਲ ਨੂੰ ਦੱਸਿਆ। ਇਹਨਾਂ ਨੇ 3 ਭਾਗਾਂ ਵਿੱਚ ਵੰਡ ਲਿਆ, ਇੱਕ ਅਰਥ ਕਰ ਦਿੱਤਾ, ਫਿਰ ਉਸ ਦਾ ਮੁਕੰਮਲ ਭਾਵ ਅਰਥ ਕਰ ਦਿੱਤਾ, ਤੇ ਫਿਰ ਉਹਦਾ ਇੱਕ ਹਵਾਲਾ ਹੈ ਜਿਹੜਾ ਰੈਫਰੈਂਸ ਆਇਆ ਹੋਇਆ ਗਜ ਕੋ ਤਰਾਸ ਦਾ, ਉਹਦੇ ਖਾਤਰ ਅਗਾਂਹ ਹੋਰ ਇੱਕ ਰੈਫਰ ਕਰ ਦਿੱਤਾ। ਇਹ ਰੈਫਰੈਂਸ ਵਿਧੀ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ।
ਅੱਛਾ, ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨਾਲ ਸੰਬੰਧਿਤ ਮਹੱਤਵਪੂਰਨ ਮੰਨਿਆ ਜਾਂਦਾ ਵਿਆਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪ੍ਰੋਫੈਸਰ ਸਾਹਿਬ ਸਿੰਘ ਦੀ, ਤੇ ਇਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਨੇ ਪਦ ਅਰਥ ਦੱਸੇ ਨੇ। ਪ੍ਰੋਫੈਸਰ ਸਾਹਿਬ ਸਿੰਘ ਦੀ ਜਿਹੜੀ ਮੂਲ ਵਿਧੀ ਹੈ ਸਾਰੇ ਉਸ ਦਰਪਣ ਦੀ, ਉਹਦੇ ਵਿੱਚ ਉਹਨਾਂ ਦੇ 3 ਨੁਕਤੇ ਮਹੱਤਵਪੂਰਨ ਨੇ। ਇੱਕ ਤਾਂ ਇਹ ਹੈ ਵੀ ਉਹ ਸ਼ਬਦਾਂ ਦੇ ਅਰਥ ਦੱਸਦੇ ਨੇ, ਤੇ ਜਿੱਥੇ ਕਿਤੇ ਸ਼ਬਦ ਦੇ ਅਰਥ ਅੜਦੇ ਨੇ ਤਾਂ ਉਹ ਗੁਰਬਾਣੀ ਦੇ ਅੰਦਰੋਂ ਹੀ ਹਵਾਲੇ ਦੇ ਕੇ ਉਹ ਅਰਥਾਂ ਨੂੰ ਸਪਸ਼ਟ ਕਰਦੇ ਨੇ। ਇੱਕ ਤਰੀਕੇ ਨਾਲ ਉਹਨਾਂ ਨੂੰ ਅਸੀਂ ਟੈਕਸਟਾਈਲੋਜਿਸਟ ਕਹਿ ਸਕਦੇ ਹਾਂ, ਜਿਨ੍ਹਾਂ ਨੇ ਟੈਕਸਟ ਦੇ ਹਵਾਲੇ ਦੇ ਕੇ ਹੀ ਆਪਣੇ ਅੰਦਰੋਂ ਹੀ ਜਿਹੜਾ ਮਸਲਾ ਹੈ ਉਹ ਰਚਨਾ ਦੇ ਅੰਦਰੋਂ ਹੀ ਮਸਲਾ ਹੱਲ ਕਰ ਲਿਆ। ਦੂਜਾ ਉਹਨਾਂ ਦਾ ਜਿਹੜਾ ਉਹਨਾਂ ਦੀ ਵਿਆਖਿਆ ਦਾ ਮਹੱਤਵਪੂਰਨ ਪੱਖ ਇਹ ਹੈ ਵੀ ਉਹਨਾਂ ਨੇ ਵਿਆਕਰਨਕ ਨਿਯਮਾਂ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ। ਤੇ ਜਿਵੇਂ ਇਹ ਪਹਿਲੇ ਪਦਾਰਥ ਵਾਲੇ ਆਪਾਂ ਪਹਿਲੀ ਤੁਕ ਹੀ ਵੇਖ ਰਹੇ ਹਾਂ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਵਿਆਕਰਨਕ ਤੌਰ ਤੇ ਗਾਵੋ ਦਾ ਅਰਥ ਕੀ ਹੈ, ਹਨਾ। ਤਾਂ ਉਹਨਾਂ ਨੇ ਵਿਆਕਰਨ, ਗੁਰਬਾਣੀ ਵਿਆਕਰਨ ਲਿਖੀ ਵੀ ਹੈ, ਤੇ ਗੁਰਬਾਣੀ ਵਿਆਕਰਨ ਦੇ ਜਿੱਥੇ ਜਿੱਥੇ ਵਿਆਕਰਨ ਦੇ ਮਸਲੇ ਨੇ ਉਹਨਾਂ ਨੂੰ ਖੋਲ ਕੇ ਸਮਝਾਇਆ, ਉਹਨਾਂ ਨੇ ਦੱਸਣ ਦੇ ਯਤਨ ਕੀਤੇ ਕਿ ਇਹ ਵਿਆਖਿਆ ਜਿਹੜੀ ਉਹਦੇ ਅਰਥ ਸਹੀ ਵਿਆਕਰਨਕ ਰੂਪ ਦੇ ਵਿੱਚ ਕਿਵੇਂ ਨਿਕਲਦੇ ਨੇ ਨਾ। ਤਫਸੀਲ ਮੈਂ ਤੁਹਾਨੂੰ ਹਵਾਲੇ ਇਸ ਲਈ ਨਹੀਂ ਦੇ ਰਿਹਾ ਕਿਉਂਕਿ ਸਕਰੀਨ ਤੁਹਾਡੇ ਸਾਹਮਣੇ ਆ। ਇਹ ਅੱਗੇ ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਨੇ ਤੁਕ ਅਰਥ ਦਿੱਤੇ ਨੇ, ਤੇ ਉਹ ਸਾਰੀਆਂ ਤੁਕਾਂ ਦੇ ਜਿੱਦਾਂ ਦੇ ਵੀ ਅਰਥ ਬਣਦੇ ਨੇ, ਹਨਾ। ਗੋਬਿੰਦ ਕੇ ਗੁਣ ਗਾਵੋ, ਇਹਦੇ 4-5 ਹਿੱਸੇ ਨੇ ਇਸ ਸ਼ਬਦ ਦੇ। ਅਗਲਾ ਇਹ ਸਰਦਾਰ ਮਨਮੋਹਨ ਸਿੰਘ ਦਾ ਟੀਕਾ ਜਿਹੜਾ SGPC ਵੱਲੋਂ ਛਾਪਿਆ ਹੋਇਆ, ਇਹਦੇ ਵਿੱਚ ਵੀ ਜਿਹੜੇ ਅਰਥ ਨੇ ਉਹ ਤੁਕ ਮੁਤਾਬਕ ਨੇ। ਜਿਸ ਤਰ੍ਹਾਂ ਪੰਕਤੀ ਆ ਉਸੇ ਮੁਤਾਬਕ ਉਹਦੇ ਅਰਥ ਨੇ ਜਿਹੜੇ ਉਹ ਸਧਾਰਨ ਅਰਥ ਦਿੱਤੇ ਹੋਏ ਨੇ। ਵਿਆਖਿਆ ਦੀ ਸਭ ਤੋਂ ਪਹਿਲੀ ਲੋੜ ਹੀ ਸਧਾਰਨ ਅਰਥ ਖੋਲਣ ਦੀ ਹੁੰਦੀ ਹੈ, ਤੇ ਜਿਹੜੀਆਂ ਉਹਦੀਆਂ ਦਾਰਸ਼ਨਿਕ ਜਾਂ ਹੋਰ ਵਿਆਖਿਆਵਾਂ ਨੇ ਉਹ ਬਾਅਦ ਵਿੱਚ ਸ਼ੁਰੂ ਹੁੰਦੀਆਂ ਨੇ। ਇਹ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਬਹੁਤ ਜ਼ਿਆਦਾ ਵਰਤਿਆ ਗਿਆ ਪਿਛਲੇ ਲੰਬੇ ਸਮੇਂ ਤੋਂ। ਪ੍ਰਿੰਸੀਪਲ ਤੇਜਾ ਸਿੰਘ ਅਤੇ ਉਹਨਾਂ ਦੇ ਨਾਲ ਦੇ ਕੁਝ ਹੋਰ ਸਾਥੀਆਂ ਨੇ ਇਹ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਛਾਪਿਆ ਸੀ। SGPC ਵੱਲੋਂ ਇਹ ਗੁਰੂ ਗ੍ਰੰਥ ਸਾਹਿਬ ਦੇ ਜਿਸ ਤਰ੍ਹਾਂ ਦੇ ਅੰਗ ਨੇ, ਜਿਸ ਤਰ੍ਹਾਂ ਦੇ ਪੰਨੇ ਨੇ, ਉਹਨਾਂ ਮੁਤਾਬਕ ਹੀ 1430 ਪੰਨਿਆਂ ਉੱਤੇ ਛਾਪਿਆ ਹੋਇਆ। ਇੱਕ ਪੰਨੇ ਉੱਤੇ ਗੁਰਬਾਣੀਆਂ ਤੇ ਦੂਜੇ ਪੰਨੇ ਉੱਤੇ ਅਰਥ ਨੇ। ਇਹ ਕਾਫੀ ਸਹਾਇਕ ਹੈ ਇਸ ਸ਼ਬਦ ਨੂੰ ਸਮਝਣ ਦੇ ਵਿੱਚ। ਅਗਲਾ ਜਿਹੜਾ ਫਰੀਦਕੋਟ ਵਾਲਾ ਟੀਕਾ ਨਿਰਮਲ ਸੰਪਰਦਾਇ ਵੱਲੋਂ, ਨਿਰਮਲ ਸੰਪਰਦਾਇ ਤੁਸੀਂ ਜਾਣਦੇ ਹੋ, ਗੁਰੂ ਗੋਬਿੰਦ ਸਿੰਘ ਨੇ ਜਿਹੜੇ ਨਿਰਮਲਿਆਂ ਨੂੰ ਕਾਸ਼ੀ ਦੇ ਵਿੱਚ ਸੰਸਕ੍ਰਿਤ ਜਾਂ ਹੋਰ ਜਿਹੜੀ ਭਾਰਤੀ ਵਿਦਿਆ ਲੈਣ ਲਈ ਭੇਜਿਆ ਸੀ, ਉਹਨਾਂ ਨੇ ਫਿਰ ਕੀਤਾ। ਇਸ ਟੀਕੇ ਦੀ ਜਿਹੜੀ ਭਾਸ਼ਾ ਹੈ ਉਹ ਬ੍ਰਜ ਹੈ, ਤੇ ਉਹਨਾਂ ਦਾ ਮੁਹਾਵਰਾ ਵੀ ਬ੍ਰਜ ਹੈ। ਜਿਸ ਤਰ੍ਹਾਂ ਇਹ ਲਿਖਿਆ ਹੋਇਆ ਤੁਸੀਂ ਵੀ ਕਿਉਂ ਬ੍ਰਿਥਾ ਗਵਾਵਤੇ ਹੋ, ਦੂਜੀ ਤੁਕ ਦੇ ਵਿੱਚ ਤੁਸੀਂ ਦੇਖ ਲਓ। ਇਹ ਟੀਕੇ ਇੱਕ ਨੁਕਤੇ ਤੋਂ ਹੋਰ ਮੈਂ ਤੁਹਾਨੂੰ ਇਹਨਾਂ ਦਾ ਫਰਕ ਦੱਸ ਦੇਣਾ ਵੀ ਅਜੇ ਆਪਾਂ ਸਾਰੇ ਜਾਣੇ ਜਿਹੜੇ ਆਪਾਂ ਸਾਹਿਤ ਦੇ ਖੇਤਰ ਨਾਲ ਜੁੜੇ ਹੋਏ ਹਾਂ ਜਾਂ ਧਰਮ ਦੇ ਖੇਤਰ ਨਾਲ ਜੁੜੇ ਹੋਏ ਹਾਂ, ਆਪਾਂ ਨੂੰ ਇਹਨਾਂ ਦੇ ਅਰਥ ਗੁਰਬਾਣੀ ਦੇ ਲਗਭਗ ਸਮਝ ਆ ਜਾਂਦੇ ਨੇ ਜਦੋਂ ਅਸੀਂ ਸਿੱਧੀ ਗੁਰਬਾਣੀ ਹੀ ਪੜ੍ਹਦੇ ਹਾਂ। ਪਰ ਜਿਹੜੀਆਂ ਪੀੜ੍ਹੀਆਂ ਜਾਂ ਜਿਹੜੇ ਲੋਕ ਜਾਂ ਬਾਹਰ ਵਸਣ ਵਾਲੇ ਕੁਝ ਲੋਕ ਜਿਹੜੇ ਗੁਰਬਾਣੀ ਦੇ ਉਸ ਮੁਹਾਵਰੇ ਨਾਲ ਟੁੱਟ ਗਏ, ਉਹਨਾਂ ਲਈ ਇਹ ਜਿਹੜੇ ਇਸ ਤਰ੍ਹਾਂ ਦੀਆਂ ਸਿੱਧੀਆਂ ਤੁਕਾਂ ਦੇ ਅਰਥ ਵੀ ਨੇ ਉਹ ਵੀ ਬਹੁਤ ਮਹੱਤਵਪੂਰਨ ਨੇ। ਤੇ ਅਖੀਰ ਤੇ ਜਿੱਥੇ ਮੈਂ ਲਾਲ ਕੀਤਾ ਹੋਇਆ ਤਾਂ ਇਹ ਨਿਰਮਲ ਸੰਪਰਦਾਇ ਦਾ ਜਿਹੜਾ ਟੀਕਾ ਹੈ, ਇਹਦੇ ਵਿੱਚ ਨਾ ਇੱਕ ਸ਼ਬਦ ਦੀ ਲਗਾਤਾਰਤਾ ਹੈ। ਹੁਣ ਇਹ ਸ਼ਬਦ ਦੇ ਅਰਥ ਇਹਨਾਂ ਨੇ ਇਹ ਕਰ ਦਿੱਤੇ, ਉਸ ਤੋਂ ਅਗਲੇ ਸ਼ਬਦ ਨੂੰ ਫਿਰ ਇਹਨਾਂ ਅਰਥਾਂ ਨਾਲ ਜੋੜਿਆ। ਉਹ ਇਹ ਨਿਰਮਲ ਸੰਪਰਦਾਇ ਦੇ ਟੀਕੇ ਦੀ ਇਹ ਕਾਫੀ ਜ਼ਿਆਦਾ ਖੂਬਸੂਰਤ ਗੱਲ ਹੈ ਵੀ ਉਹ ਸਾਰੇ ਅਰਥਾਂ ਨੂੰ ਲਗਾਤਾਰਤਾ ਦੇ ਵਿੱਚ ਦੱਸਦੇ ਨੇ। ਇੱਥੇ ਮਤਲਬ ਇੱਕ ਸੰਕੇਤ ਇਹ ਹੈ ਵੀ ਜੇ ਤੁਸੀਂ ਇਸ ਸ਼ਬਦ ਦੇ ਅਰਥ ਠੀਕ ਤਰੀਕੇ ਸਮਝਣੇ ਤਾਂ ਅਗਲੇ ਨੂੰ ਫੇਰ ਸਮਝੋ, ਅਗਲੇ ਤੇ ਫੇਰ ਇਦਾਂ ਹੀ ਲਿਖਿਆ ਹੋਇਆ ਸੀ ਵੀ ਉਸ ਤੋਂ ਅਗਲੇ ਨੂੰ ਸਮਝੋ। ਤੇ ਇਸ ਲਈ ਇੱਕ ਤਰੀਕੇ ਨਾਲ ਸਾਡੇ ਸਾਹਮਣੇ ਇਹ ਦ੍ਰਿਸ਼ ਪੈਦਾ ਕਰਦੇ ਨੇ ਵੀ ਜੇ ਅਸੀਂ ਗੁਰਬਾਣੀ ਦੇ ਅਰਥ ਸਮਝਣੇ ਨੇ ਤਾਂ ਸਾਨੂੰ ਸਾਰੀ ਗੁਰਬਾਣੀ ਪੜ੍ਹਨੀ ਪੈਣੀ ਹੈ ਜਾਂ ਸਾਰੀ ਗੁਰਬਾਣੀ ਵੱਲ ਜਾਣਾ ਪੈਣਾ। ਤਾਂ ਇਹ ਸਮੁੱਚ ਮਤਲਬ ਇੱਕ ਤੁਕ ਦੇ ਅਰਥ ਦੱਸ ਕੇ ਵੀ ਇਹ ਸਮੁੱਚਤਾ ਵੱਲ ਨੂੰ ਬੰਦੇ ਨੂੰ ਪ੍ਰੇਰਿਤ ਕਰਦੇ ਨੇ। ਅੱਛਾ, ਅਗਲਾ ਜਿਹੜਾ ਇਹ ਭਾਈ ਵੀਰ ਸਿੰਘ ਨੇ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਕੀਤੀ ਹੋਈ ਆ, ਇਹ ਸੰਥਿਆ ਮੁਕੰਮਲ ਤੇ ਨਹੀਂ ਹੈ ਪਰ ਇਹ ਕਾਫੀ ਹੱਦ ਤੱਕ ਕੀਤੀ ਹੋਈ। ਇਹ ਸ਼ਬਦ ਹੈ ਜਿਹੜਾ ਇਹ ਸ਼ਬਦ ਇਸ ਦੇ ਵਿੱਚ ਹੈ ਸੀ।
ਇਹਨਾਂ ਨੇ 3 ਭਾਗਾਂ ਵਿੱਚ ਵੰਡਿਆ। ਪਹਿਲਾ ਤਾਂ ਇਹਨਾਂ ਨੇ ਪ੍ਰਾਕਥਨ ਕਿਹਾ, ਤਾਂ ਇਹ ਵੀ ਇਸ ਸ਼ਬਦ ਦੇ ਮੁੱਖ ਅੰਗ ਕਿਹੜੇ ਕਿਹੜੇ ਨੇ, ਹਨਾ। ਸ਼ਰਨ ਵਿੱਚ ਪੈਣਾ, ਗੁਣ ਗਾਇਨ ਕਰਨਾ, ਨਾਮ ਜਪਣਾ ਤੇ ਠੀਕ ਯਥਾਰਥਕ ਵਸੀਲੇ ਨੇ, ਹਨਾ। ਇਹ ਉਦੋਂ ਬਾਅਦ ਇਹਦੇ ਸ਼ਬਦ ਦੇ ਅਰਥ ਦੱਸੇ ਨੇ ਤੇ ਫਿਰ ਉਹਦੀ ਵਿਆਖਿਆ ਦੱਸੀ ਆ, ਹਨਾ। ਤਾਂ ਉਹ ਵਿਆਖਿਆ ਦੇ ਵਿੱਚ ਵੀ ਵਾਹਿਗੁਰੂ ਦੀ ਸ਼ਰਨ ਲੈ ਲਓ। ਇਹ ਜਿਹੜੇ ਗੁਰਮੁਖ ਬਣਨ ਲਈ ਬੰਦੇ ਨੇ 3 ਕੰਮ ਜਿਹੜੇ ਕਰਨੇ ਨੇ, ਉਹ ਵਾਹਿਗੁਰੂ ਦੀ ਸ਼ਰਨ ਲੈਣਾ, ਸ਼ਰਨ ਲੈ ਕੇ ਭਜਨ ਕਰਨਾ, ਭਜਨ ਦੇ ਨਾਲ ਹਰੀ ਕੀਰਤਨ ਕਰਨਾ, ਇਹਨਾਂ 3 ਦੀ ਲਗਾਤਾਰਤਾ, ਹਨਾ। ਜਿਹੜੀਆਂ ਨਹੀਂ ਕਰਨੇ ਉਹ ਇਹ ਆ ਵੀ ਮੋਹ ਮਾਇਆ ਹੰਕਾਰ ਨਹੀਂ ਕਰਨਾ। ਅੱਗੇ ਇੱਕ ਗੱਲ ਨੂੰ ਥੋੜਾ ਉਹਨਾਂ ਨੇ ਤਫਸੀਲ ਚ ਦੱਸਿਆ ਤੇ ਇਹ ਮੈਂ ਇਸ ਲਈ ਲਾਲ ਕੀਤੀ ਆ। ਕਹਿੰਦੇ ਪਾਪੀ ਪੁਰਖ ਨੂੰ ਆਪਣੇ ਪਾਪਾਂ ਦੀ ਗਿਆਤ ਸੰਗ ਵਿੱਚ ਰੱਖਦੀ ਹੈ, ਉਹ ਹਰੀ ਸ਼ਰਨ ਆਉਣੋਂ ਸੰਗਦਾ ਹੈ। ਇਹ ਸੰਗ ਦੂਰ ਕਰੋ, ਵਾਹਿਗੁਰੂ ਨੂੰ ਪਤਿਤ ਪਾਵਨ ਸਮਝੋ। ਤੇ ਉਸ ਲਈ ਵੀ ਫਰਮਾਉਂਦੇ ਹਨ ਕਿ ਵਾਹਿਗੁਰੂ ਗਰੀਬਾਂ ਦਾ ਬੰਧੂ ਬਲੀ ਹੈ, ਇਸ ਕਰਕੇ ਵੀ ਨਾ ਸੰਗ ਕਰੋ। ਹੁਣ ਇਹਨੇ ਭਾਈ ਵੀਰ ਸਿੰਘ ਨੇ ਬੰਦੇ ਦੇ ਸੁਭਾਅ ਦੀ ਇੱਕ ਮੁਸ਼ਕਲ ਨੂੰ ਇਸ ਵਿਆਖਿਆ ਦੇ ਵਿੱਚ ਲੈ ਕੇ ਆਂਦਾ ਨਾ, ਵੀ ਬੰਦਾ ਹੈ ਜਿਹੜਾ ਉਹ ਕਿਵੇਂ ਮਤਲਬ ਸੰਗਦਾ ਹੈ। ਭਗਤ ਕਬੀਰ ਬਾਣੀ ਵਿੱਚ ਇਸ ਤਰ੍ਹਾਂ ਦੇ ਕਾਫੀ ਆਉਂਦੇ ਨੇ, ਹਨਾ, ਵੀ ਲੋਕ ਲੱਜ ਜਿਹੜੀ ਤੁਸੀਂ ਅੱਜ ਰੱਖਦੇ ਹੋ ਤੇ ਇਹ ਲੋਕ ਲੱਜ ਫਿਰ ਕੀ ਕਰੇਗੀ, ਤੁਹਾਡਾ ਕੀ ਸਵਾਰ ਲਏਗੀ, ਹਨਾ। ਵੀ ਜਿਹੜਾ ਲੋਕਾਚਾਰ ਹੈ, ਲੋਕਾਚਾਰ ਦੀ ਸਟਰਕਚਰ ਅਸੀਂ ਜਦੋਂ ਸਮਾਜ ਵਿਗਿਆਨ ਦੇ ਮੁਤਾਬਕ ਜਾਂ ਉਸ ਮੁਤਾਬਕ ਸਮਝਦੇ ਹਾਂ ਤਾਂ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਵੀ ਜਿਹੜਾ ਸਮਾਜਿਕ ਢਾਂਚਾ ਹੈ ਉਹ ਬਹੁਤ ਮਨੁੱਖਾਂ ਨੂੰ ਠੀਕ ਕਰਕੇ ਚਲਾ ਰਿਹਾ। ਪਰ ਇੱਥੇ ਇਸ ਨੁਕਤੇ ਤੋਂ ਥੋੜਾ ਵੱਖਰੀ ਦ੍ਰਿਸ਼ਟੀ ਹੈ ਵੀ ਜਿਹੜਾ ਸਮਾਜਚਾਰ ਹੈ ਉਹ ਕਈ ਵਾਰੀ ਮਨੁੱਖ ਨੂੰ ਠੀਕ ਹੋਣ ਵੀ ਨਹੀਂ ਦਿੰਦਾ। ਜੇ ਉਹ ਉਹਦੀਆਂ ਕੁਛ ਇਹ ਸੰਭਾਵਨਾਵਾਂ ਨੇ ਠੀਕ ਕਰਕੇ ਚਲਾਉਂਦਾ ਤਾਂ ਉਹ ਠੀਕ ਹੋਣ ਵੀ ਨਹੀਂ ਦਿੰਦਾ। ਤਾਂ ਮਨੁੱਖ ਉਸੇ ਜਿਹੜਾ ਸਟੇਟਸ ਕੋ ਵਾਲੀ ਹਾਲਤ ਹੈ ਉਸੇ ਦੇ ਵਿੱਚ ਫਸਿਆ ਕਈ ਵਾਰੀ ਗਲਤ ਤੋਂ ਗਲਤ ਰਾਹ ਵੀ ਤੁਰਦਾ। ਇਹ ਇਸ ਪਾਸੇ ਇਹਨਾਂ ਦਾ ਸੰਕੇਤ ਹੈ। ਤੇ ਅੱਗੇ ਇਹਨਾਂ ਨੇ ਭਾਈ ਵੀਰ ਸਿੰਘ ਹੋਰਾਂ ਨੇ ਇਹਦੇ ਜਿਹੜੇ ਸ਼ਬਦ ਨੇ ਉਹਨਾਂ ਦਾ ਨਿਰੁਕਤ ਦਿੱਤਾ। ਜਿਹੜਾ ਗਜ ਹਾਥੀ ਵਾਲਾ ਪ੍ਰਸੰਗ ਹੈ ਉਸ ਨੂੰ ਤਫਸੀਲ ਵਿੱਚ ਦੱਸਿਆ ਵੀ ਇਹ ਇੱਕ ਗੰਧਰਵ ਸੀ ਜਿਹੜਾ ਇੱਕ ਦੇਵਲ ਰਿਖੀ ਦੇ ਕਰੋਪ ਨਾਲ ਹਾਥੀ ਬਣ ਗਿਆ ਸੀ ਤੇ ਜਦੋਂ ਇੱਕ ਤਲਾਅ ਦੇ ਵਿੱਚ ਵੜਿਆ ਤਾਂ ਉੱਥੇ ਉਹਨੂੰ ਇੱਕ ਤੇਂਦੂਆ ਖਾਣ ਲੱਗ ਗਿਆ ਤਾਂ ਫਿਰ ਗੰਧਰਵ ਸਰਾਪਿਆ ਹੋਇਆ ਸੀ ਤਾਂ ਉਹਨੇ ਪ੍ਰਮਾਤਮਾ ਦੀ ਆਰਾਧਨਾ ਕੀਤੀ। ਇੱਥੇ ਭਾਈ ਵੀਰ ਸਿੰਘ ਇੰਨੀ ਕੁ ਗੱਲ ਬਾਕੀ ਸਾਰਿਆਂ ਨੇ ਵੀ ਦੱਸੀ ਹੋਈ ਆ। ਭਾਈ ਵੀਰ ਸਿੰਘ ਇੱਥੇ ਨਖੇੜਾ ਕਰਦੇ ਨੇ। ਉਹ ਕਹਿੰਦੇ ਵੀ ਉਹ ਅਸਲੋਂ ਕਹਿੰਦੇ ਉਹ ਹਾਥੀ ਨਹੀਂ ਸੀ, ਉਹ ਗੰਧਰਵ ਸੀ। ਉਸ ਨੂੰ ਪਤਾ ਸੀ ਵੀ ਮੈਂ ਸਰਾਪਿਆ ਹੋਇਆ, ਸਰਾਪ ਹੋਣ ਕਰਕੇ ਮੈਨੂੰ ਇਹ ਸਜ਼ਾ ਮਿਲੀ ਹੋਈ ਆ। ਕਹਿੰਦੇ ਵੀ ਅਸਲ ਵਿੱਚ ਬੰਦਾ ਸੁਧਰਦਾ ਤਾਂ ਹੀ ਆ ਵੀ ਜੇ ਉਸ ਨੂੰ ਸਜ਼ਾ ਦਾ ਪਤਾ ਹੋਵੇ। ਜੇ ਉਹਨੂੰ ਪਤਾ ਹੀ ਨਹੀਂ ਵੀ ਮੈਨੂੰ ਇਹ ਸਜ਼ਾ ਮਿਲੀ ਹੋਈ ਆ ਤਾਂ ਮਨੁੱਖ ਸੁਧਰ ਨਹੀਂ ਸਕਦਾ। ਉਹ ਕਹਿੰਦੇ ਵੀ ਗੰਧਰਵ ਨੂੰ ਪਤਾ ਸੀ ਵੀ ਮੈਨੂੰ ਸਜ਼ਾ ਮਿਲੀ ਹੋਈ ਆ ਤਾਂ ਸਜ਼ਾ ਮਿਲਣ ਕਰਕੇ ਉਸ ਨੇ ਫਿਰ ਪ੍ਰਮਾਤਮਾ ਦੀ ਆਰਾਧਨਾ ਕੀਤੀ। ਆਰਾਧਨਾ ਕਰਕੇ ਫਿਰ ਉਹ ਪ੍ਰਮਾਤਮਾ ਨੇ ਉਸ ਨੂੰ ਮੁਕਤੀ ਦੇ ਦਿੱਤੀ। ਤੇ ਇੱਕ ਅੱਗੇ ਉਹਨਾਂ ਥੋੜੀ ਹੋਰ ਸਪਸ਼ਟ ਕੀਤਾ, ਸਮਕਾਲ ਨਾਲ ਜੋੜੀ ਆ ਉਹਨਾਂ ਨੇ ਆਪਦੇ ਸਮਕਾਲ ਨਾਲ ਗੱਲ। ਉਹ ਕਹਿੰਦੇ ਵੀ ਇਹ ਵੀ ਹੋ ਸਕਦਾ ਵੀ ਇਹ ਜਿਹੜੀ ਪਾਪੀਆਂ ਲਈ ਵਰਤਿਆ ਹੋਵੇ ਇਹ ਦ੍ਰਿਸ਼ਟਾਂਤ, ਵੀ ਕਿਸੇ ਰਾਜਵੰਸ਼ ਦਾ ਚਿੰਨ੍ਹ ਉਸ ਵੇਲੇ ਹਾਥੀ ਹੋਵੇ। ਉਹ ਕਹਿੰਦੇ ਜਿਵੇਂ ਪੁਰਾਤਨ ਸਮੇਂ ਵਿੱਚ ਹੁੰਦੇ ਸੀ। ਤੇ ਉਹ ਕਹਿੰਦੇ ਵੀ ਹੁਣ ਜਿੱਦਾਂ ਅੰਗਰੇਜ਼ਾਂ ਦਾ ਜਾਂ ਜਰਮਨਾਂ ਦੇ ਚਿੰਨ੍ਹ ਹਨ, ਹਨਾ। ਤੇ ਕਿਉਂ ਜਾਨਵਰ ਹੁੰਦੇ ਨੇ ਨਾ, ਮਤਲਬ ਇੱਕ ਜਿਹੜਾ ਚਿੰਨ੍ਹ ਸ਼ਾਸਤਰ ਆ ਰਾਜਨੀਤੀ ਦੇ ਵਿੱਚ ਬਹੁਤ ਮਹੱਤਵ ਰੱਖਦਾ। ਤੇ ਜਿਹੜੇ ਚਿੰਨ੍ਹ ਅਸੀਂ ਜਿਹੜੀ ਬੁੱਤਕਾਰੀ ਵੇਖਦੇ ਆ ਨਾ, ਬੁੱਤ ਕੇਵਲ ਪੱਥਰ ਦੇ ਨਹੀਂ ਹੁੰਦੇ, ਬੁੱਤ ਸ਼ਬਦਾਂ ਦੇ ਬੁੱਤ ਬਹੁਤ ਮਹੱਤਵਪੂਰਨ ਹੁੰਦੇ ਨੇ। ਸ਼ਬਦਾਂ ਦੇ ਬੁੱਤ ਜਿੰਨਾ ਅਸਰ ਕਰਦੇ ਨੇ ਤੇ ਇਹਨਾਂ ਪੱਥਰ ਦੇ ਬੁੱਤ ਨਹੀਂ ਅਸਰ ਕਰਦੇ। ਤੇ ਹਰੇਕ ਰਾਜ ਜਿਵੇਂ ਹੁਣ ਆਪਾਂ ਨੂੰ ਹੁਣ 20ਵੀਂ ਸਦੀ ਦੇ ਕਾਫੀ ਚਿੰਤਕਾਂ ਨੇ ਸਾਡੇ ਸਾਹਮਣੇ ਗੱਲ ਲੈ ਕੇ ਆਂਦੀ ਕਿ ਬੋਲੀ ਦੇ ਉੱਤੇ ਜਿਹੜੀ ਹਕੂਮਤ ਆ ਉਹ ਕਾਬਜ਼ ਕਿਉਂ ਹੁੰਦੀ ਆ। ਉਸ ਤੇ ਕਾਬਜ਼ ਹੋਣ ਦਾ ਉਹਨਾਂ ਨੇ ਵੱਡਾ ਕਾਰਨ ਇਹੀ ਦੱਸਿਆ ਵੀ ਉਹ ਜਿਹੜੀ ਚਿੰਨ੍ਹਕਾਰੀ ਹੈ ਉਹ ਆਪਣੀ ਚਿੰਨ੍ਹਕਾਰੀ ਨੂੰ ਸਥਾਪਿਤ ਕਰਦੇ ਨੇ। ਦੂਜਿਆਂ ਦੇ ਚਿੰਨ੍ਹਾਂ ਨੂੰ ਜੇ ਤੁਸੀਂ, ਮੈਂ ਥੋੜਾ ਜਿਹਾ ਭਾਸ਼ਾ ਦੇ ਲੈਣ ਦੇਣ ਬਾਰੇ ਪੜ੍ਹਿਆ ਤਾਂ ਉਹਦੇ ਵਿੱਚ ਇਹ ਗੱਲ ਬੜੀ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦੀ ਆ ਵੀ ਜਿਹੜੀ ਹਕੂਮਤ ਆਉਂਦੀ ਆ ਉਹ ਦੂਜਿਆਂ ਦੇ ਚਿੰਨ੍ਹਾਂ ਨੂੰ ਰਿਪਲੇਸ ਕਰਦੀ ਆ। ਇੱਕ ਤਾਂ ਸਾਡੇ ਸਾਹਮਣੇ ਇਹ ਆ ਨਾ ਵੀ ਜਿਹੜਾ ਨਵੇਂ ਸ਼ਬਦ ਦੀ ਸਾਨੂੰ ਲੋੜ ਆ ਉਹ ਲੈ ਲਓ, ਇਹ ਤਾਂ ਪ੍ਰਵਾਨ ਹੈ। ਪਰ ਜਦੋਂ ਜਿਹੜਾ ਤੁਹਾਡੇ ਕੋਲੇ ਹੈ ਜੇ ਉਹਨੂੰ ਵੀ ਰਿਪਲੇਸ ਕੀਤਾ ਜਾ ਰਿਹਾ ਤਾਂ ਨਵੀਂ ਬੁੱਤਕਾਰੀ ਸਥਾਪਿਤ ਹੋ ਰਹੀ ਆ। ਤਾਂ ਇਸ ਨੁਕਤੇ ਤੋਂ ਭਾਈ ਵੀਰ ਸਿੰਘ ਦੀ ਇਹ ਗੱਲ ਆ ਜਿਹੜੀ ਇਹ ਦ੍ਰਿਸ਼ਟਾਂਤ ਦੇ ਬਾਰੇ ਉਹਨਾਂ ਨੇ ਕਰੀਏ ਮਹੱਤਵਪੂਰਨ।
ਹੋ ਸਕਦੀ ਹੈ। ਤੇ ਇਹ ਜਿਹੜੇ ਇਹ ਟੀਕੇ ਨੇ, ਇਹਨਾਂ ਦੇ ਮੁੱਖ ਨੁਕਤੇ ਕਿਹੜੇ ਕਿਹੜੇ ਨੇ, ਹਨਾ, ਜੇ ਇਹਨਾਂ ਆਪਾਂ ਸਾਰਿਆਂ ਨੂੰ ਵੇਖੀਏ ਤਾਂ ਇਹਨਾਂ ਦੀ ਇੱਕ ਤਾਂ ਸਫਲਤਾ ਇਹ ਹੈ ਵੀ ਇਹ ਪਰੰਪਰਾ ਦਾ ਸੰਚਾਰ ਕਰਨ ਦੇ ਵਿੱਚ ਸਮਰੱਥ ਹੋਏ ਨੇ। ਜਿਹੜਾ ਵੀ ਪੁਰਾਣਾ ਪ੍ਰਸੰਗ ਸੀ ਉਹਦੀ ਵਿਆਖਿਆ ਦੱਸਣ ਵਿੱਚ, ਮਿੱਥ ਦੇ ਵੇਰਵੇ ਦੱਸਣ ਵਿੱਚ ਉਹ ਸਫਲ ਹੋਏ ਨੇ। ਮੈਂ ਇੱਥੇ ਸਾਡੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣਾ ਹੈ ਨਾ MA ਦੇ ਵਿਦਿਆਰਥੀਆਂ ਨੂੰ, ਤਾਂ ਸਾਡੇ ਸਾਹਮਣੇ ਸਾਡੇ ਕੋਲੇ ਪੇਪਰ ਇੱਕ ਭਗਤ ਬਾਣੀ ਦਾ, ਇੱਕ ਗੁਰੂ ਨਾਨਕ ਬਾਣੀ ਨਾਲ ਸੰਬੰਧਿਤ ਹੈ, ਇੱਕ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਹੈ। ਇਹ ਡਾਕਟਰ ਗੁਰਮੀਤ ਸਿੰਘ ਹੋਰੀ ਜਾਣਦੇ ਨੇ, ਸਾਡੇ ਬੋਰਡ ਆਫ ਸਟੱਡੀ ਦੇ ਮੈਂਬਰ ਰਹੇ ਬੜੇ ਲੰਬੇ ਸਮੇਂ ਤੋਂ। ਤਾਂ ਸਾਡੇ ਸਾਹਮਣੇ ਇੱਕ ਮੁਸ਼ਕਲ ਆਇਆ ਕਰੇ ਕਿ ਅਸੀਂ ਜਦੋਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ ਤਾਂ ਵਿਦਿਆਰਥੀਆਂ ਨੂੰ ਮਿੱਥ ਦਾ ਪਤਾ ਹੀ ਨਾ ਲੱਗਿਆ ਕਰੇ। ਵੀ ਜੇ ਅਸੀਂ ਇੱਕੋ ਸ਼ਬਦ ਪੜ੍ਹਾਉਣਾ ਹੈ, ਜਿਵੇਂ ਮੰਨ ਲਓ ਭਗਤ ਨਾਮਦੇਵ ਦਾ ਪਹਿਲਾ ਹੀ ਸ਼ਬਦ ਹੈ ਵੀ ਦੇਵਾ ਪਾਹਨ ਤਾਰੀਲੇ ਰਾਮ ਕਹਤ ਜਨ ਕਸਨਾ ਤਰੇ, ਤਾਰੀਲੇ ਗਨਿਕਾ ਬਿੰਦ ਰੂਪ ਕੁਬਜਾ ਵਿਆਦ ਅਜਾਮਲ ਤਾਰੀਲੇ। ਇਹਦੇ ਵਿੱਚ ਮਤਲਬ ਇੰਨੀ ਮਿੱਥ ਭਰੀ ਪਈ ਹੈ ਕਿ ਜੇ ਤੁਸੀਂ ਹਰ ਪੱਖ ਨੂੰ, ਹਰ ਗੱਲ ਨੂੰ ਖੋਲ ਕੇ ਨਹੀਂ ਬੱਚਿਆਂ ਸਾਹਮਣੇ ਰੱਖਦੇ ਤਾਂ ਅਰਥ ਦਾ ਸੰਚਾਰ ਨਹੀਂ ਹੁੰਦਾ। ਤਾਂ ਇਹ ਜਿਹੜੇ ਟੀਕੇ ਨੇ, ਜਿਹੜੀਆਂ ਇਹ ਵਿਆਖਿਆਵਾਂ ਨੇ, ਇਹ ਮਿੱਥ ਦੇ ਪ੍ਰਸੰਗ ਨੂੰ ਸੰਚਾਰ ਕਰਨ ਖਾਤਰ, ਦੇਖੋ ਉਸ ਦੀ ਵਿਆਖਿਆ ਜਾਂ ਉਹਦੇ ਅਰਥ ਹਰੇਕ ਯੁੱਗ ਦੀ, ਹਰੇਕ ਪੀੜ੍ਹੀ ਨੇ ਆਪਣੇ ਹਿਸਾਬ ਨਾਲ ਲੈਣੇ ਹੁੰਦੇ ਨੇ, ਪਰ ਉਹ ਵਿਆਖਿਆ ਦਾ, ਉਸ ਕਥਾ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਮਿੱਥ ਬਾਰੇ, ਹੁਣ ਤੋਂ 100-200 ਸਾਲ ਪਹਿਲਾਂ ਮਿੱਥ ਵੱਖਰੀ ਤਰ੍ਹਾਂ ਸੰਚਾਰ ਉਹਦਾ ਹੁੰਦਾ ਸੀ। ਅੱਜ ਤੁਹਾਨੂੰ ਸ਼ਾਇਦ ਡਾਕਟਰ ਗੁਰਮੀਤ ਸਿੰਘ ਹੋਰੀ ਵਧੇਰੇ ਤਫਸੀਲ ਚ ਦੱਸ ਸਕਣਗੇ ਕਿ ਹੁਣ ਮਿੱਥ ਦਾ ਸੰਚਾਰ, ਮਿੱਥ ਕਿੰਨੀ ਦੂਰ ਤੱਕ ਪਹੁੰਚ ਗਈ ਹੈ ਨਾ, ਤੇ ਕਿੰਨੇ ਡੂੰਘੇ ਇਹਦੇ ਅਰਥ ਵਿਦਵਾਨਾਂ ਨੇ ਸਾਡੇ ਸਾਹਮਣੇ ਖੋਲੇ। ਤਾਂ ਇਹ ਟੀਕੇ ਇਸ ਮਾਮਲੇ ਵਿੱਚ ਸਫਲ ਹੋਏ ਨੇ। ਤੇ ਜਿਹੜੇ ਭਾਸ਼ਾਈ ਕੋਡ ਖੋਲਣ ਅਤੇ ਵਿਆਖਿਆਉਣ ਦੇ ਵਿੱਚ, ਕਿਉਂਕਿ ਸਾਡੇ ਸਾਹਮਣੇ ਹੁਣ ਇੱਕ ਤਾਂ ਸਾਨੂੰ ਇੱਕ ਇਹ ਤਾਂ ਮਾਮਲਾ ਪਤਾ ਹੈ ਵੀ ਭਾਸ਼ਾ ਕਲਚਰ ਵਾਂਗ ਹੀ ਡਾਇਨਾਮਿਕ ਹੁੰਦੀ ਹੈ ਨਾ, ਵੀ ਉਹਦੇ ਵਿੱਚ ਬਦਲਾਵ ਆਉਣੇ ਬੜੇ ਸੁਭਾਵਿਕ ਹੁੰਦੇ ਨੇ। ਤੇ ਉਹ ਬਦਲਾਵ ਜਿੱਥੇ ਰਾਜਨੀਤਿਕ ਢਾਂਚੇ ਬੜੇ ਜ਼ਿਆਦਾ ਬਦਲਦੇ ਨੇ ਤਾਂ ਉੱਥੇ ਉਹ ਬਦਲਾਵ ਬਹੁਤ ਜ਼ਿਆਦਾ ਹੋ ਜਾਂਦੇ ਨੇ। ਪੰਜਾਬ ਦਾ ਤੁਸੀਂ ਸਾਰੇ ਹੀ ਲਗਭਗ ਜਾਣਦੇ ਹੋ ਨਾ। ਤਾਂ ਇਸ ਲਈ ਸਾਡੀ ਭਾਸ਼ਾ ਦਾ ਮਾਮਲਾ ਜਿਹੜਾ, ਇਹਦੇ ਵਿੱਚ ਕਾਫੀ ਕੁਝ ਬਦਲਾਵ ਆਇਆ, ਤੇ ਉਹ ਬਦਲਾਵ ਦੇ ਵਿੱਚ ਜਿਹੜਾ ਸਾਡਾ ਪੁਰਾਣਾ, ਸਾਡੇ ਕੋਲੇ ਸਾਰੀ ਸਮੱਗਰੀ ਆ ਭਾਸ਼ਾ ਦੀ, ਉਹਦੀ ਕੋਡਿੰਗ ਹੈ ਜਿਹੜੀ ਉਹ ਬੱਝੀ ਰਹਿ ਜਾਂਦੀ ਆ। ਤੇ ਜੇ ਅਸੀਂ ਮੱਧਕਾਲੀ ਪੰਜਾਬੀ ਸਾਹਿਤ ਨੂੰ ਡੀਕੋਡ ਕਰਨ ਦੇ ਵਿੱਚ ਸਫਲ ਹੋ ਜਾਂਦੇ ਹਾਂ ਕਿਸੇ ਤਰੀਕੇ, ਤਾਂ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸਾਡੀ ਪਰੰਪਰਾ ਨਾਲ ਜੋੜ ਲਵਾਂਗੇ। ਆਈਸਲੈਂਡ ਇੱਕ ਨਿੱਕਾ ਜਿਹਾ ਟਾਪੂ ਆ ਨਾ ਯੂਰਪ ਦੇ ਵਿੱਚ। ਆਈਸਲੈਂਡ ਵਾਲੇ ਉੱਥੇ ਯੂਰਪ ਦੀ ਕਿਸੇ ਬੋਲੀ ਦਾ ਬੇਲੋੜਾ ਸ਼ਬਦ ਨਹੀਂ ਲੈਂਦੇ। ਤਾਂ ਉਹਨਾਂ ਦੇ ਜਿਹੜੇ ਵਿਦਵਾਨ ਨੇ, ਉਹ ਕਹਿੰਦੇ, ਉਹਨਾਂ ਨੇ ਦਾਅਵਾ ਇਹ ਜਤਾਇਆ, ਆਪਣਾ ਕਾਰਨ ਇਹ ਦੱਸਿਆ, ਉਹ ਕਹਿੰਦੇ ਅਸੀਂ ਇਹ ਸ਼ਬਦ ਇਸ ਕਰਕੇ ਨਹੀਂ ਲੈਂਦੇ ਕਿਉਂਕਿ ਜੇ ਅਸੀਂ ਇਹ ਸ਼ਬਦ ਇਹਨਾਂ ਤੋਂ ਇੰਨੇ ਜ਼ਿਆਦਾ ਲੈਣ ਲੱਗ ਗਏ ਤਾਂ ਅਸੀਂ ਆਪਣੀ ਜਿਹੜੀ ਮੱਧਕਾਲ ਦੀ, ਸਾਡਾ ਵੱਡਾ ਵਿਰਸਾ ਸਾਹਿਤ ਦਾ, ਅਸੀਂ ਉਹ ਤੋਂ ਵਿਰਬੇ ਹੋ ਜਾਵਾਂਗੇ। ਤਾਂ ਉਸ ਤਰੀਕੇ ਸਾਡੇ ਸਾਹਮਣੇ ਉਹ ਥੋੜੀ ਮੁਸ਼ਕਲ ਆਈ ਹੈ ਕਿ ਅਸੀਂ ਉਹਦੇ ਵਿੱਚ ਅਸੀਂ ਬੇਸ਼ੱਕ ਨਵਾਂ ਕਾਫੀ ਕੁਝ ਲੱਭ ਲਿਆ, ਤਾਂ ਪਰ ਪੁਰਾਣੇ ਮੱਧਕਾਲ ਦੇ ਅਰਥਾਂ ਨੂੰ ਪ੍ਰਗਟ ਕਰਨ ਦੇ ਵਿੱਚ ਜਿਹੜਾ ਸਾਡਾ ਸਧਾਰਨ ਵਿਦਿਆਰਥੀ ਆ, ਜਿਹੜੇ ਤੇਜ਼ ਵਿਦਿਆਰਥੀ ਨੇ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ, ਜਿਹੜਾ ਸਧਾਰਨ ਵਿਦਿਆਰਥੀ ਤੇ ਸਧਾਰਨ ਬੰਦਾ, ਉਹਦੇ ਸਾਹਮਣੇ ਮੁਸ਼ਕਲ ਆਈ ਆ। ਤੇ ਇਹ ਜਿਹੜੇ ਟੀਕੇ ਨੇ, ਇਹ ਇਸ ਤਰ੍ਹਾਂ ਦੇ ਕੋਡ ਖੋਲਣ ਦੇ ਵਿੱਚ ਸਫਲ ਹੋਏ ਨੇ। ਅੱਛਾ, ਇੱਕ ਮਾਮਲਾ ਜਿਹੜਾ ਗੁਰਬਾਣੀ ਦਾ, ਜਿਹੜਾ ਜਾਂ ਸਾਰੇ ਹੀ ਧਰਮ ਗ੍ਰੰਥਾਂ ਦਾ ਮੂਲ ਪੱਖ ਹੁੰਦਾ, ਉਹ ਹੁੰਦਾ ਅਧਿਆਤਮ ਜਾਂ ਰੂਹਾਨੀਅਤ। ਜੇ ਤੁਸੀਂ ਰੂਹਾਨੀਅਤ ਨੂੰ ਇਗਨੋਰ ਕਰਕੇ, ਰੂਹਾਨੀਅਤ ਨੂੰ ਪਾਸੇ ਰੱਖ ਕੇ ਕੇਵਲ ਸਮਾਜਿਕ ਜਾਂ ਆਪਣੀਆਂ ਲੋੜਾਂ ਦੇ ਪ੍ਰਸੰਗ ਨੇ ਜਾਂ ਲੋੜਾਂ ਦੇ ਅਰਥ ਨੇ, ਉਹਨਾਂ ਨੂੰ ਲੈਣ ਦੇ ਰਾਹੇ ਤੁਰਦੇ ਹੋ, ਤਾਂ ਫਿਰ ਉਹਦੇ ਅਰਥ ਦੀ ਪੂਰੀ ਸਮਝ ਨਹੀਂ ਪੈਂਦੀ ਸਾਨੂੰ। ਜਿਵੇਂ ਇਹ ਸ਼ਬਦ ਹੈ, ਇਸ ਸ਼ਬਦ ਦਾ ਸਾਧੋ ਗੋਬਿੰਦ ਕੇ ਗੁਣ ਗਾਵੋ, ਮਤਲਬ ਸਾਰੀ ਗੱਲ ਇਸੇ ਦੁਆਲੇ ਤੁਰਦੀ ਆ, ਹਨਾ। ਇਹ ਵੀ ਕਿਹਾ ਗਿਆ ਵੀ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ, ਇਹ ਤੂੰ ਬਿਰਥਾ ਗਵਾ ਰਿਹਾ। ਬਿਰਥਾ ਕਿਉਂ ਗਵਾ ਰਿਹਾ? ਕਿਉਂਕਿ ਤੂੰ ਗੋਬਿੰਦ ਦੇ ਗੁਣ ਨਹੀਂ ਗਾ ਰਿਹਾ। ਤਾਂ ਉਹ ਰੂਹਾਨੀਅਤ ਦੀ ਇੱਕ ਸਾਡੇ ਲਈ, ਮਤਲਬ ਜੇ ਤੁਸੀਂ ਕਹੋ ਮੇਰੇ ਲਈ ਕੀ ਮੁਸ਼ਕਲ ਹੈ ਨਾ, ਕਿਉਂਕਿ ਰੂਹਾਨੀਅਤ ਦਾ ਸਾਨੂੰ ਪਤਾ ਨਹੀਂ ਹੈ। ਸਾਰੇ ਹੀ ਜਿਹੜੇ ਬਾਣੀਕਾਰ ਨੇ, ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਵੀ, ਭਗਤ ਕਬੀਰ ਨੇ ਵੀ, ਹੋਰਾਂ ਨੇ ਵੀ, ਕਈਆਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਉਹ ਰੂਹਾਨੀਅਤ ਆ, ਅਧਿਆਤਮ ਹੈ, ਜਾਂ ਉਹ ਜਿਹੜਾ ਰੁਤਬਾ ਹੈ, ਜਿਹੜਾ ਸੱਚ ਦਾ ਰੁਤਬਾ ਹੈ, ਉਹਨੂੰ ਦੱਸਿਆ ਨਹੀਂ ਜਾ ਸਕਦਾ। ਕਹੋ ਕਬੀਰ ਗੂੰਗੇ ਕੁੜ ਖਾਇਆ, ਪੂਛੇ ਤੇ ਕਿਆ ਕਹੀਏ। ਜਿਹੜੇ ਬੰਦਿਆਂ ਨੂੰ ਉਹਦੇ ਬਾਰੇ ਪਤਾ ਵੀ ਆ, ਉਹ ਵੀ ਨਹੀਂ ਦੱਸ ਸਕਦੇ। ਸਾਡੀ ਹਾਲਤ ਇਹ ਹੈ ਵੀ ਸਾਨੂੰ ਪਤਾ ਵੀ ਨਹੀਂ, ਤੇ ਫਿਰ ਵੀ ਸਾਡੇ ਸਾਹਮਣੇ
ਮਤਲਬ ਅਸੀਂ ਕਈ ਵਾਰੀ ਦੱਸਣ ਦਾ ਦਾਅਵਾ ਕਰ ਲੈਂਦੇ ਹਾਂ, ਹਨਾ। ਤਾਂ ਰੂਹਾਨੀਅਤ ਦੀ ਇੱਕ ਸਾਡੇ ਸਾਹਮਣੇ ਵੱਡੀ ਸਮੱਸਿਆ ਹੈ ਵੀ ਸਾਨੂੰ ਉਹਦਾ ਪਤਾ ਨਾ ਹੋਣ ਕਰਕੇ ਅਸੀਂ ਇਸ ਤੋਂ ਸੱਖਣੇ ਰਹਿ ਜਾਂਦੇ ਹਾਂ। ਪਰ ਫਿਰ ਵੀ ਅਸੀਂ ਆਪਣੀ ਪਰੰਪਰਾ ਦੇ ਹਿਸਾਬ ਨਾਲ, ਗੁਰੂ ਸਾਹਿਬ ਦੀ ਦੁਆਰਾ ਦਿੱਤੇ ਜਿਹੜੇ ਆਦੇਸ਼ ਨੇ ਉਹਨਾਂ ਦੇ ਹਿਸਾਬ ਨਾਲ ਅਸੀਂ ਗੱਲ ਦੇ ਨੇੜੇ ਪਹੁੰਚਣਾ ਹੁੰਦਾ। ਤਾਂ ਉਹਦੇ ਖਾਤਰ ਜਿੰਨੀ ਇਮਾਨਦਾਰੀ ਅਸੀਂ ਰੂਹਾਨੀਅਤ ਵਿੱਚ ਵਰਤ ਸਕੀਏ ਉਨੀ ਚੰਗੀ ਹੁੰਦੀ ਹੈ। ਤੇ ਇਹ ਜਿਹੜੇ ਟੀਕੇ ਨੇ ਜਾਂ ਇਹ ਵਿਆਖਿਆਵਾਂ ਨੇ ਇਹ ਸਫਲ ਹੋਈਆਂ ਨੇ ਇਸ ਮਾਮਲੇ ਵਿੱਚ। ਤੇ ਇਹ ਇਸ ਤਰੀਕੇ ਇਹਨਾਂ ਨੇ ਸਮਝਿਆ ਨਾ, ਸ਼ਬਦ ਅਰਥ, ਪਦ ਅਰਥ, ਨਿਰੁਕਤ ਵੀ ਕੀਤੇ ਨੇ, ਵਿਆਖਿਆ ਵਿਆਕਰਨ ਬਾਰੇ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਆਈਆਂ ਨੇ। ਅੱਛਾ, ਇੱਕ ਇਹਨਾਂ ਦੀ ਜਿਹੜੀ ਵਿਆਖਿਆ ਉਹ ਗੁਰਮਤ ਦਰਸ਼ਨ ਦੇ ਘੇਰੇ ਵਿੱਚ ਹੈ। ਜੇ ਉਹਦੇ ਵਿੱਚ ਵੇਦ ਦਾ, ਹਿੰਦੂ ਪਰੰਪਰਾ ਦਾ ਜਾਂ ਸਾਮੀ ਪਰੰਪਰਾ ਦਾ ਕਿਤੇ ਹਵਾਲਾ ਵੀ ਆਉਂਦਾ ਤਾਂ ਉਹ ਗੁਰਮਤ ਦਰਸ਼ਨ ਦੇ ਘੇਰੇ ਵਿੱਚ ਹੈ। ਇਹ ਵਿਆਖਿਆਵਾਂ ਨੇ ਜਿਹੜੀਆਂ ਸਾਰੀਆਂ ਇਹ ਗੁਰਮਤ ਦਰਸ਼ਨ ਦਾ ਘੇਰਾ ਨਹੀਂ ਉਲੰਘਦੀਆਂ ਤੇ ਉਸ ਦੇ ਵਿੱਚ ਗੁਰਬਾਣੀ ਦੀ ਵਿਆਖਿਆ ਖੂਬਸੂਰਤ ਤਰੀਕੇ ਕਰ ਰਹੀਆਂ। ਅੱਛਾ, ਇੱਕ ਇਹਦਾ ਇਹ ਹੈ ਵੀ ਇਹ ਜਿਹੜੀਆਂ ਸਾਰੀਆਂ ਵਿਆਖਿਆਵਾਂ ਨੇ ਸ਼ਬਦ ਕੇਂਦਰਿਤ ਨੇ ਤੇ ਪ੍ਰਵਚਨ ਕੇਂਦਰਿਤ ਇਹ ਘੱਟ ਨੇ। ਇੱਕ ਤਾਂ ਇਹ ਕਾਰਨ ਹੁੰਦਾ ਵੀ ਪ੍ਰਵਚਨ ਖਾਤਰ ਤਫਸੀਲ ਬਹੁਤ ਲੋੜੀਂਦੀ ਹੁੰਦੀ ਆ, ਪ੍ਰਵਚਨ ਖਾਤਰ ਮਹੀਨ ਅਧਿਐਨ ਬਹੁਤ ਲੋੜੀਂਦਾ ਹੁੰਦਾ। ਜੇ ਤੁਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨਾ ਜਾਂ ਵਿਆਖਿਆ ਕਰਨੀ ਆ ਤਾਂ ਉਹ ਪ੍ਰਵਚਨ ਮੈਨੂੰ ਲੱਗਦਾ ਵੀ ਇੱਕ ਪੀੜ੍ਹੀ ਦੇ ਵੀ ਵਸ ਨਹੀਂ ਹੈ। ਜੇ ਸਾਰੀ ਪੀੜ੍ਹੀ ਲੱਗੀ ਰਹੇ ਤਾਂ ਉਹਦੇ ਵਸ ਵੀ ਨਹੀਂ। ਇਹ ਤਾਂ ਲਗਭਗ ਆਪਾਂ ਵੇਖਦੇ ਹਾਂ ਵੀ ਇੱਕ ਜਾਂ ਦੋ ਬੰਦਿਆਂ ਦੁਆਰਾ ਕੀਤੇ ਹੋਏ ਟੀਕੇ ਨੇ। ਤਾਂ ਇਹ ਬਹੁਤ ਮਤਲਬ ਇਸ ਮਾਮਲੇ ਵਿੱਚ ਸਮਰੱਥ ਨੇ। ਅੱਛਾ, ਅਗਲਾ ਜਿਹੜਾ ਸਾਹਿਤਕ ਸਮਾਜਿਕ ਖੇਤਰ ਅਧਿਐਨ ਦੇ ਇਹਦੀ ਮੈਂ ਕੋਈ ਤੁਹਾਨੂੰ ਅਧਿਐਨ ਦੇ ਹਵਾਲੇ ਨਹੀਂ ਤੁਹਾਡੇ ਸਾਹਮਣੇ ਰੱਖੇ। ਮੈਂ ਉਹਦੀਆਂ ਆਪਣੇ ਵੱਲੋਂ ਜਿਹੜੇ ਮੈਨੂੰ ਮੂਲ ਮੁੱਖ ਨੁਕਤੇ ਸਮਝ ਆਏ ਉਹ ਮੈਂ ਤੁਹਾਡੇ ਸਾਹਮਣੇ ਰੱਖਦਾ। ਇੱਕ ਤਾਂ ਇਹ ਹੈ ਵੀ ਇਹ ਵਿਆਖਿਆ ਵਿਸ਼ੇ ਮੂਲਕ ਰਹੀ ਹੈ, ਹਨਾ। ਵਿਸ਼ੇ ਮੂਲਕ ਅਧਿਐਨ ਕਰਿਆ ਇਹਨਾਂ ਨੇ। ਜਿਵੇਂ ਨਾਸ਼ਮਾਨਤਾ, ਵੈਰਾਗ, ਮੁਕਤੀ, ਇਸ ਸ਼ਬਦ ਦੇ ਸੰਦਰਭ ਵਿੱਚ ਜਿੰਨੇ ਕੁ ਮੈਂ ਮੰਨ ਲਓ ਪ੍ਰੋਫੈਸਰ ਜਗਵੀਰ ਸਿੰਘ ਹੋਰੀ, ਡਾਕਟਰ ਰਾਮ ਸਿੰਘ, ਤਾਰਨ ਸਿੰਘ ਜਾਂ ਗੁਰਚਰਨ ਸਿੰਘ, ਇਹਨਾਂ ਕੁਝ ਕੁ ਬੰਦਿਆਂ ਦੀਆਂ ਜਿਹੜੀਆਂ ਰਚਨਾਵਾਂ ਨੇ ਮੈਂ ਉਹ ਵੇਖੀਆਂ ਜਿਨ੍ਹਾਂ ਦੀਆਂ ਰਚਨਾਵਾਂ ਦੇ ਵਿੱਚ ਇਸ ਸ਼ਬਦ ਨੂੰ ਵਿਆਖਿਆਤ ਕੀਤਾ ਹੋਇਆ ਸੀ, ਉਹਨਾਂ ਦੇ ਹਵਾਲੇ ਨੇ। ਉਹਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਪੱਖ ਨੇ, ਇਸ ਤਰ੍ਹਾਂ ਦੀ ਵਿਸ਼ੇ ਮੂਲਕ ਵਿਆਖਿਆ ਕੀਤੀ। ਜਦੋਂ ਨਾਸ਼ਮਾਨਤਾ ਦਾ ਅਧਿਐਨ ਕਰਦੇ ਨੇ ਤਾਂ ਫਿਰ ਨਾਸ਼ਮਾਨਤਾ ਦਾ ਅਧਿਐਨ ਕਰਨ ਵੇਲੇ ਫਿਰ ਸ਼ੇਖ ਫਰੀਦ ਦਾ ਹਵਾਲਾ ਵੀ ਲੈਂਦੇ ਨੇ ਤੇ ਫਿਰ ਦੂਰ ਜਾਂਦੇ ਨੇ, ਮਤਲਬ ਪਰੰਪਰਾ ਦੇ ਵਿੱਚ ਕਈ ਵਾਰੀ ਪਰੰਪਰਾ ਤੋਂ ਬਾਹਰ ਵੀ ਨਿਕਲਦੇ ਨੇ ਇਸ ਤਰ੍ਹਾਂ ਦੇ, ਜਾਂ ਬਾਹਰਲੇ ਵਿਦਵਾਨਾਂ ਦੇ ਹਵਾਲੇ ਦਿੰਦੇ ਨੇ ਜਾਂ ਦਰਸ਼ਨ ਦੇ ਹਵਾਲੇ ਦਿੰਦੇ ਨੇ। ਇਸ ਤਰੀਕੇ ਉਹ ਕਰਦੇ ਨੇ, ਹਨਾ। ਜਿਵੇਂ ਵੈਰਾਗ ਨੂੰ ਦਿਖਾਉਣ ਖਾਤਰ ਫਿਰ ਮੌਤ ਦੇ ਵੇਰਵੇ ਦਿੰਦੇ ਨੇ। ਹੁਣ ਮੌਤ ਬਹੁਤ ਵੱਡਾ ਦਾਰਸ਼ਨਿਕ ਮਸਲਾ ਮਨੁੱਖ ਦਾ, ਤਾਂ ਉਹ ਮੌਤ ਬਾਰੇ ਬਹੁਤ ਤਫਸੀਲ ਦੇ ਵਿੱਚ ਗੱਲ ਕਰਦੇ। ਇਸ ਤਰ੍ਹਾਂ ਵਿਸ਼ੇ ਮੂਲਕ ਵਿਆਖਿਆ। ਤੇ ਇੱਕ ਇਹ ਜਿਹੜੀ ਸਮਾਜਿਕ ਸਾਹਿਤਕ ਖੇਤਰ ਦੀ ਵਿਆਖਿਆ ਇਹ ਸਮਕਾਲੀ ਮੁਸ਼ਕਲਾਂ ਜਾਂ ਮਸਲਿਆਂ ਨੂੰ ਮੁਖਾਤਿਬ ਹੈਗੀ। ਇੱਕ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਵੀ ਇਹ ਪ੍ਰਵਚਨ ਕੇਂਦਰਿਤ ਵਿਆਖਿਆ ਹੈ, ਇਹਨੂੰ ਅਸੀਂ ਮੰਨ ਸਕਦੇ ਹਾਂ ਜਿਹੜੀ ਸਾਹਿਤਕ ਸਮਾਜਿਕ ਖੇਤਰ ਦੀ ਹੈਗੀ ਆ। ਪਰ ਇੱਥੇ ਕਈ ਵਾਰੀ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਦ੍ਰਿਸ਼ਟੀਆਂ ਨੇ ਉਹ ਵੀ ਆਉਂਦੀਆਂ ਨੇ। ਜਿਵੇਂ ਭਾਰਤੀਅਤਾ ਰਾਸ਼ਟਰ ਦੇ ਨੁਕਤੇ ਤੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਆਖਿਆ ਕੀਤੀ ਗਈ ਹੈ ਨਾ। ਤੇ ਉਹਨਾਂ ਨੂੰ ਭਾਰਤੀ ਰਾਸ਼ਟਰ ਦੇ ਜਾਂ ਇਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਦਾ ਹੁਣ ਨੈਰੇਟਿਵ ਚੱਲ ਰਿਹਾ ਉਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਫਿੱਟ ਕਰਨ ਦਾ, ਉਹਨੂੰ ਉਸ ਦੇ ਲਈ ਸੁਧਾਉਣ ਦੇ ਯਤਨ ਜਿਹੜੇ ਇਹਨਾਂ ਸਾਹਿਤਕ ਸਮਾਜਿਕ ਵਿਆਖਿਆਵਾਂ ਵੱਲੋਂ ਹੋਏ ਹਨਾ। ਇੱਕ ਸਾਂਝੀਵਾਲਤਾ ਵਾਲੀ ਗੱਲ ਹੈ, ਜਿਹੜੀ ਸਾਂਝੀਵਾਲਤਾ ਬਹੁਤ ਸਿਧਾਂਤਕ ਤੌਰ ਤੇ ਬਹੁਤ ਖੂਬਸੂਰਤ ਤੇ ਬਹੁਤ ਚੰਗਾ ਪੱਖ ਹੈ ਗੁਰਬਾਣੀ ਦਾ ਤੇ ਸਿੱਖੀ ਦਾ। ਇਹ ਅਸੀਂ ਵੱਡਾ ਪੱਖ ਕਹਿ ਸਕਦੇ ਹਾਂ। ਪਰ ਜਦੋਂ ਮੈਂ ਇਹ ਸਾਹਿਤਕ ਸਮਾਜਿਕ ਖੇਤਰ ਦੇ ਅਧਿਐਨ ਵੇਖੇ ਤਾਂ ਇਹਦੇ ਵਿੱਚ ਇਹ ਸਾਂਝੀਵਾਲਤਾ ਜਿਹੜੀ ਇਹ ਇਸ ਭਾਰਤ ਦੇ ਅੰਦਰਲੀ ਸਾਂਝੀਵਾਲਤਾ ਤੱਕ ਹੀ ਸੀਮਿਤ ਰਹਿ ਜਾਂਦੀ ਆ। ਮੈਨੂੰ ਲੱਗਦਾ ਵੀ ਸਾਂਝੀਵਾਲਤਾ ਜਿਹੜੀ ਕੱਲੀ ਇਹ ਨਾ ਹੋਵੇ ਵੀ ਜਿਸ ਰਾਜਨੀਤਿਕ ਹੱਦ ਦੇ ਅੰਦਰ ਤੁਸੀਂ ਰਹਿ ਰਹੇ ਹੋ ਉਹ ਥੋੜੀ ਵਿਆਖਿਆ ਇਸ ਤਰ੍ਹਾਂ ਚਲੀ ਜਾਂਦੀ ਹੈ ਵੀ ਜਿਵੇਂ ਤੁਸੀਂ ਸਮਕਾਲ ਦੀ ਜਿਹੜੀ ਤਾਕਤਵਰ ਧਿਰ ਰਾਜਨੀਤੀ ਦੀ ਤੇ ਉਹਦੇ ਪੱਖ ਵਿੱਚ ਭੁਗਤ ਰਹੇ ਹੁੰਦੇ ਹੋ। ਤੇ ਇਹ ਸਾਂਝੀਵਾਲਤਾ ਨੂੰ ਵਿਸ਼ਵ ਸਾਂਝੀਵਾਲਤਾ ਤੱਕ ਫੈਲਾਉਣ ਦੀ ਲੋੜ ਹੈ। ਇਹ ਥੋੜੀ ਜਿਹੀ ਇਹਨਾਂ ਦੀ ਸੀਮਾ ਵੀ ਕਹਿ ਸਕਦੇ ਆ ਇਹਨਾਂ ਦੇ ਵਿੱਚੋਂ ਕੁਝ ਦੀ। ਅੱਛਾ, ਇੱਕ ਇਹਨਾਂ ਨੇ ਸਾਹਿਤਕ ਅਧਿਐਨ ਕੀਤਾ ਕਾਵਿ ਕਲਾ ਤੋਂ, ਸੰਗੀਤਕਤਾ ਤੋਂ, ਭਾਸ਼ਾ ਅਧਿਐਨ ਤੋਂ। ਭਾਸ਼ਾ ਦੇ ਕਿੰਨੇ ਪੱਖ ਖੋਲੇ ਨੇ ਤੇ ਬਿੰਬਕਾਰੀ, ਚਿੰਨਕਾਰੀ, ਪ੍ਰਤੀਕਾਤਮਕਤਾ ਤੇ ਕਿੰਨੀਆਂ ਜਿਹੜੀਆਂ ਗੱਲਾਂ ਨੇ ਉਹ ਇਸ ਨੁਕਤੇ ਤੋਂ ਹੋਈਆਂ ਨੇ ਹਨਾ। ਅੱਛਾ, ਇੱਕ ਇਹਨਾਂ ਨੇ ਮਹੀਨ ਵਿਆਖਿਆ ਜਿਹੜੀ ਉਹਦੇ ਨਵੇਂ ਰਸਤਿਆਂ ਦੀ ਤਲਾਸ਼ ਵੀ ਕੀਤੀ ਆ। ਅੰਤਰ ਅਨੁਸ਼ਾਸਨੀ ਵਿਧੀਆਂ ਲਾਗੂ ਕੀਤੀਆਂ ਨੇ
ਪੂਰਬ ਪੱਛਮ ਦੇ ਜਿਹੜੇ ਦਰਸ਼ਨ ਨੇ ਉਹਨਾਂ ਤੋਂ ਦ੍ਰਿਸ਼ਟੀਆਂ ਬਣਾਈਆਂ ਨੇ। ਇੱਕ ਜਿਹੜਾ ਅਖੀਰਲਾ ਨੁਕਤਾ ਹੈ, ਇਹ ਪ੍ਰੋਫੈਸਰ ਜਗਵੀਰ ਸਿੰਘ ਹੋਰਾਂ ਨੇ ਉਹਨਾਂ ਦੀ ਇਹ ਪ੍ਰਾਪਤੀ ਕਹਿ ਸਕਦੇ ਹਾਂ। ਉਹਨਾਂ ਨੇ ਗੁਰਬਾਣੀ ਤੋਂ ਇਸ ਗੁਰੂ ਤੇਗ ਬਹਾਦਰ ਸਾਹਿਬ ਤੋਂ ਜਾਂ ਸਾਰੀ ਗੁਰਬਾਣੀ ਤੋਂ ਵਿਸ਼ਵ ਦ੍ਰਿਸ਼ਟੀ ਦਾ ਇੱਕ ਸੰਕਲਪ ਲੈ ਕੇ ਆਂਦਾ ਨਾ। ਜਿਹੜੀ ਸਾਂਝੀਵਾਲਤਾ ਹੈ, ਸਾਂਝੀਵਾਲਤਾ ਮੁਕੰਮਲ ਤਾਂ ਹੀ ਹੁੰਦੀ ਹੈ ਜੇ ਅਸੀਂ ਵਿਸ਼ਵ ਦ੍ਰਿਸ਼ਟੀ ਮੁਤਾਬਕ ਜਿਉਈਏ। ਜੇ ਸਾਡੇ ਲਈ ਇਹ ਹੈ ਵੀ ਇੱਕ ਰਾਜਨੀਤਿਕ ਹੱਦ ਤੋਂ ਪਰਲੇ ਪਾਸੇ ਦੇ ਬੰਦੇ ਸਾਡੇ ਦੁਸ਼ਮਣ ਨੇ, ਜਾਂ ਉਹ ਸਾਡੇ ਦੋਸਤ ਨਹੀਂ, ਜਾਂ ਉਹਨਾਂ ਦੀ ਮੁਸ਼ਕਲ ਸਾਡੀ ਮੁਸ਼ਕਲ ਸਾਂਝੀ ਨਹੀਂ, ਤਾਂ ਫਿਰ ਵਿਸ਼ਵ ਦ੍ਰਿਸ਼ਟੀ ਨਹੀਂ ਕਹਿ ਸਕਦੀ। ਗੁਰਬਾਣੀ ਦੀ ਵਿਸ਼ਵ ਦ੍ਰਿਸ਼ਟੀ ਜੇ ਉਸਾਰਨੀ ਆ ਤਾਂ ਇਹਦੀਆਂ ਹੋਰ ਬਹੁਤ ਸੰਭਾਵਨਾਵਾਂ ਨੇ ਅਜੇ ਇਸ ਨੂੰ ਖੋਲਣ ਦੀਆਂ। ਇਹ ਸਾਹਿਤਕ ਸਮਾਜਿਕ ਅਧਿਐਨ ਦੇ ਮੁੱਖ ਨੁਕਤੇ ਨੇ। ਦੋ ਗੱਲਾਂ ਆਪਣੀਆਂ ਜਿਹੜੀਆਂ ਪੂਰੀਆਂ ਹੋ ਗਈਆਂ ਹੁਣ ਇੱਥੇ। ਇਹ ਤੋਂ ਬਾਅਦ ਆਪਾਂ ਤੀਜੇ ਖੇਤਰ ਦੇ ਵਿੱਚ ਜਾਂਦੇ ਹਾਂ। ਇਹ ਸ਼ਬਦ ਦੀ ਜਿਹੜੀ ਵਿਆਖਿਆ, ਇਹਦੇ ਤਤਕਾਲ ਜਾਂ ਸਮਕਾਲ ਦੇ ਮਸਲੇ ਕੀ ਕਰ ਸਕਦੇ। ਤਤਕਾਲ ਮੈਂ ਸਮਝਿਆ ਵੀ ਜਿਹੜਾ ਗੁਰੂ ਸਾਹਿਬ ਦੇ ਵੇਲੇ ਦਾ ਸਮਕਾਲ ਸੀ, ਤੇ ਸਮਕਾਲ ਜਿਹੜਾ ਹੁਣ ਸਾਡੇ ਸਾਹਮਣੇ ਆ ਉਹਦੇ ਖਾਤਰ ਸ਼ਬਦ ਮੈਂ ਇੱਥੇ ਤੁਹਾਡੇ ਸਹੂਲਤ ਲਈ ਜਾਂ ਮੈਂ ਆਪਣੀ ਸਹੂਲਤ ਲਈ ਇਹ ਦੇ ਦਿੱਤਾ ਨਾਲ, ਵੀ ਤਾਂ ਜੋ ਗੱਲ ਚੇਤੇ ਰਹਿੰਦੀ ਹੈ। ਇਸ ਸ਼ਬਦ ਦੇ ਵਿੱਚ ਗੋਬਿੰਦ ਦੇ ਗੁਣ ਗਾਉਣ ਦਾ ਤੇ ਮਨੁੱਖੀ ਜੀਵਨ ਨੂੰ ਬਰਕਰਾਰ ਜਾਂ ਠੀਕ ਪਾਸੇ ਲਾਉਣ ਦਾ, ਤੇ ਪ੍ਰਮਾਤਮਾ ਵੱਲ ਜਾਣ ਦਾ ਵੀ, ਕਿਉਂਕਿ ਪ੍ਰਮਾਤਮਾ ਦੀਨਾਂ ਦਾ ਬੰਧੂ ਹੈ, ਤੇ ਉਸ ਪਾਸੇ ਉਹਦਾ ਭਜਨ ਕਰਨ ਦਾ, ਉਹਦਾ ਭਜਨ ਹੀ ਮੁਕਤੀ ਦਾ ਰਾਹ ਹੈ। ਇਹਦੇ ਅਰਥ ਆਪਣੇ ਸਾਹਮਣੇ ਆਏ ਨੇ। ਤਾਂ ਜੇ ਅਸੀਂ ਇਸ ਸ਼ਬਦ ਦੇ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਪੱਖ ਤੋਂ ਵੇਖੀਏ ਤਾਂ ਉਸ ਵੇਲੇ ਵੀ ਤੇ ਸਾਡੇ ਸਮਕਾਲ ਵਿੱਚ ਵੀ ਸਾਮਰਾਜਵਾਦ ਇੱਕ ਮਸਲਾ, ਇੱਕ ਮੁਸ਼ਕਲ ਕਹਿ ਸਕਦੇ ਹੋ, ਮੁਸ਼ਕਲ ਨਾ ਕਹੋ ਮਸਲਾ ਕਹਿ ਲਓ। ਰਾਜਸੀ ਵਿਆਕਰਨ ਉਸ ਵੇਲੇ ਕੀ ਸੀ, ਕਿਸੇ ਪਰਾਏ ਦੀ ਥਾਂ ਕੀ ਸੀ, ਮਿੱਤਰ ਅਤੇ ਦੁਸ਼ਮਣ ਨਾਲ, ਮਿੱਤਰ ਅਤੇ ਸ਼ਤਰੂ ਦਾ ਵਰਤਾਓ ਕੀ ਹੈ, ਉਦੋਂ ਕੀ ਸੀ ਤੇ ਹੁਣ ਕੀ ਹੈ। ਉਦੋਂ ਜਿਹੜਾ ਸ਼ਤਰੂ ਸੀ ਤਾਂ ਉਹਦੇ ਖਾਤਰ ਸਾਨੂੰ ਪਤਾ ਹੈ ਵੀ ਉਹਨਾਂ ਨੂੰ ਤਸੀਹੇ ਦਿੱਤੇ ਗਏ, ਜਾਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣਾ ਸਭ ਕੁਝ ਛੱਡੋ ਤੇ ਸਾਡੇ ਨਾਲ ਰਲੋ। ਇਹਦੇ ਖਾਤਰ ਕਿਸੇ ਸ਼ਤਰੂ ਨਾਲ, ਕਿਸੇ ਦੁਸ਼ਮਣ ਨਾਲ ਵਰਤਾਓ ਕਿਵੇਂ ਕਰਨਾ ਹੈ, ਉਹਦੇ ਖਾਤਰ ਆਪਾਂ ਨੂੰ ਭਾਈ ਗੁਰਦਾਸ ਦੀ ਇੱਕ ਤੁਕ ਜਿਹੜੀ ਮਦਦਗਾਰ ਸਾਬਤ ਹੋ ਸਕਦੀ, ਜਿਹੜੀ ਭਾਈ ਗੁਰਦਾਸ ਨੇ ਭਗਤ ਧਰੂ ਦੇ ਪ੍ਰਸੰਗ ਵਿੱਚ ਉਚਾਰੀ ਆ। ਉਹ ਤੁਕ ਹੈ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਿਤ ਪੁਨੀਤਾ। ਇੱਥੇ ਮਸਲਾ ਹੈ ਵੀ ਰਾਜਸੀ ਵਿਆਕਰਨ ਦੇ ਵਿੱਚ ਜੇ ਬੰਦੇ ਨੇ ਤਾਕਤ ਵਿੱਚ ਆਉਣਾ ਹੈ ਤਾਂ ਉਹ ਰਾਜ ਕਿਸ ਉਦਮ ਨਾਲ ਮਿਲੇ, ਉਸ ਰਾਜ ਖਾਤਰ ਜਿਹੜਾ ਸੰਘਰਸ਼ ਕੀਤਾ, ਜਿਹੜੀ ਜਦੋਜਹਿਦ ਕੀਤੀ ਆ, ਜਾਂ ਜਿਹੜੀ ਕਿਰਤ ਕੀਤੀ ਆ, ਜਿਹੜਾ ਜਫਰ ਜਾਲਿਆ, ਉਹ ਕਿਸ ਤਰ੍ਹਾਂ ਦਾ ਹੋਵੇ। ਉਹ ਇਸ ਤਰ੍ਹਾਂ ਦਾ ਹੋਵੇ ਜਿਹਦੇ ਵਿੱਚ ਸ਼ਤਰੂ ਤੇ ਸਭ ਹੋਵਣ ਮੀਤਾ, ਜਿਹੜੇ ਦੁਸ਼ਮਣ ਨੇ ਉਹਨਾਂ ਦੇ ਮਿੱਤਰ ਬਣ ਜਾਣ ਦੀ ਸੰਭਾਵਨਾ ਹੋਵੇ। ਤੇ ਇਹ ਇਸ ਤਰ੍ਹਾਂ ਦਾ ਰਾਜ ਜਾਂ ਇਸ ਤਰ੍ਹਾਂ ਦੀ ਰਾਜ ਲਈ ਸੰਘਰਸ਼, ਤਾਂ ਹੀ ਫਿਰ ਜਿਹੜੀ ਸਾਂਝੀਵਾਲਤਾ ਦੀ ਗੱਲ ਹੈ ਨਾ, ਜੇ ਸਾਂਝੀਵਾਲਤਾ ਜਾਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਤਾਂ ਹੀ ਆ ਸਕਦੀ ਹੈ। ਜਿਵੇਂ ਹੁਣ ਸਿੱਖਾਂ ਦਾ ਹੁਣ ਵਰਤਮਾਨ ਕਹਿ ਸਕਦੇ ਹਾਂ ਵੀ ਜਿਸ ਤਰੀਕੇ ਉਹ ਯਤਨ ਕਰ ਰਹੇ ਨੇ, ਜਾਂ ਹਿੰਦੁਸਤਾਨ ਦੀ ਹਕੂਮਤ ਸਥਾਪਿਤ ਹੋਈ ਆ, ਜਾਂ ਬਾਕੀ ਦੁਨੀਆ ਦੇ ਵਿੱਚ ਹੋਰ ਤਰ੍ਹਾਂ ਦੀਆਂ ਹਕੂਮਤਾਂ ਸਥਾਪਿਤ ਹੋ ਰਹੀਆਂ ਨੇ, ਉਹ ਆਪਣੇ ਆਪ ਦੇ ਵਿੱਚ ਮੁਸ਼ਕਲੇ ਨੇ। ਜੇ ਦੁਸ਼ਮਣ ਨੂੰ ਮਾਰਨ ਦਾ ਖਿਆਲ ਹੈ, ਜੇ ਦੁਸ਼ਮਣ ਨੂੰ ਐਲੀਮੀਨੇਟ ਕਰਨ ਦਾ ਜਾਂ ਉਸ ਨੂੰ ਆਪਣੇ ਵਿੱਚ ਰਲਾ ਲੈਣ ਦਾ ਖਿਆਲ ਨਾਲ ਹਕੂਮਤ ਹੋ ਰਹੀ ਹੈ, ਤਾਂ ਗੁਰਬਾਣੀ ਮੁਤਾਬਕ ਠੀਕ ਨਹੀਂ ਹੈ। ਤੇ ਇਹ ਉਸ ਵੇਲੇ ਦੀ ਰਾਜਸੀ ਵਿਆਕਰਨ ਦੇ ਵਿੱਚ ਵੀ ਤੇ ਹੁਣ ਵੀ ਸਾਡੇ ਲਈ ਇੱਕ ਮਸਲਾ ਹੈ। ਦੂਜਾ, ਹਾਕਮਾਨਾ ਦਹਿਸ਼ਤ ਅਤੇ ਸਹਿਮ ਉਸ ਵੇਲੇ ਵੀ ਸੀ। ਜੇ ਤੁਸੀਂ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਦੇ ਕੁਝ ਪ੍ਰਸੰਗ ਉਸ ਵੇਲੇ ਦੇ ਵੇਖੋ, ਜਾਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਹੀ ਇੱਕ ਕਿਤਾਬ ਗੁਰੂ ਨਾਨਕ ਦੇ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਛਾਪੀ ਹੋਈ ਆ, ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੇਖ ਹਨ ਜਿਨ੍ਹਾਂ ਦੇ ਵਿੱਚ ਉਸ ਵੇਲੇ ਦੀ ਦਹਿਸ਼ਤ ਬਾਰੇ, ਸਹਿਮ ਬਾਰੇ ਵੇਰਵੇ ਨੇ। ਤੇ ਇਹੀ ਦਹਿਸ਼ਤ, ਇਹੀ ਸਹਿਮ ਇੱਕ ਬਦਲਵੀਂ ਜਿਹੜੀ ਰਾਜਨੀਤੀ ਆ ਉਸ ਦਾ ਅਸੀਂ ਅੱਜ ਵੀ ਵੇਖ ਸਕਦੇ ਹਾਂ। ਤੇ ਉਸ ਨੂੰ ਜੇ ਅਸੀਂ ਇਹਨਾਂ ਸ਼ਬਦਾਂ ਦੀ ਵਿਆਖਿਆ ਨਾਲ ਇਸ ਤਰ੍ਹਾਂ ਦੇ ਨੁਕਤਿਆਂ ਨੂੰ ਮੁਖਾਤਿਬ ਹੋਈਏ ਤਾਂ ਕੁਝ ਵਧੇਰੇ ਸਾਰਥਕ ਹੋ ਸਕਦਾ। ਇੱਕ ਅਗਲਾ ਇਹ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਜ਼ਮਾਨੇ ਵਿੱਚ ਗਊ ਬ੍ਰਾਹਮਣ ਨੂੰ ਕਰ ਲੱਗਿਆ ਹੋਇਆ ਸੀ, ਹਨਾ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ, ਜਿਹਨੂੰ ਜਜ਼ੀਆ ਕਰ ਕਹਿੰਦੇ ਆ ਆਪਾਂ। ਜਜ਼ੀਆ ਆਪਣੇ ਆਪ ਦੇ ਵਿੱਚ
ਇੱਕ ਉਹ ਕਰ ਸੀ ਜਿਹੜਾ ਪਰਾਏ ਲਈ ਸੀ, ਹਨਾ, ਜਿਹਦਾ ਹੁਣ ਅੱਜ ਕੱਲ ਸਭ ਤੋਂ ਵੱਧ ਰੌਲਾ ਪੈ ਰਿਹਾ ਵੀ ਸਪੇਸ ਟੂ ਅਦਰਸ, ਜਾਂ ਦੂਸਰੀਆਂ ਜਿਹੜੀਆਂ ਗੱਲਾਂ ਪਲੂਰਲ ਜਾਂ ਜਿਹਨੂੰ ਬਹੁਲਤਾਵਾਦੀ ਸਮਾਜ ਹੈ ਉਸ ਦੀਆਂ ਗੱਲਾਂ ਹੋ ਰਹੀਆਂ ਨੇ। ਪਰ ਇੱਥੇ ਮਸਲਾ ਇਹ ਹੈ ਵੀ ਕਿ ਗਊ ਬ੍ਰਾਹਮਣ ਨੂੰ ਕਰ ਲਾਉਣਾ ਉਹ ਜਜ਼ੀਆ ਲੱਗਿਆ ਹੋਇਆ ਸੀ। ਤਾਂ ਹੁਣ ਸਾਡੇ ਸਮਕਾਲ ਦੀ ਮੁਸ਼ਕਲ ਵੀ ਮੈਨੂੰ ਕਈ ਵਾਰੀ ਏਦਾਂ ਲੱਗਦੀ ਹੁੰਦੀ ਆ ਵੀ ਜਿਹੜਾ ਹੁਣ ਕੌਸ ਸਾਡੇ ਸਾਹਮਣੇ ਆਇਆ ਹੋਇਆ ਹੈ, ਤੇ ਕੌਸ ਦੇਖੋ, ਸਿੱਖਾਂ ਦਾ ਕੌ ਨਾਲ ਕੋਈ, ਗਊ ਨਾਲ ਕੋਈ ਬੜਾ ਵੱਡਾ ਵਿਰੋਧ ਨਹੀਂ ਹੈ। ਸਿੱਖ ਜਾਂ ਪੰਜਾਬ ਵਾਲੇ ਅਸੀਂ ਗਊ ਦਾ ਸਤਿਕਾਰ ਕਰਦੇ ਹਾਂ, ਗਊ ਦਾ ਜਾਇਆ ਕਹਿੰਦੇ ਸੀ। ਪਰ ਜਿਹੜੇ ਜਿਵੇਂ ਇਸਲਾਮ ਜਾਂ ਕੁਝ ਇਸ ਤਰ੍ਹਾਂ ਦੇ ਨੇ ਜਿਹੜੇ ਗਊ ਨਾਲ ਉਸ ਤਰ੍ਹਾਂ ਦਾ ਜਿਨ੍ਹਾਂ ਦਾ ਰਿਸ਼ਤਾ ਨਾਤਾ ਨਹੀਂ, ਤਾਂ ਉਹਨਾਂ ਲਈ ਜਿਹੜਾ ਗਊ ਦਾ ਕਰ ਹੈ, ਮੈਨੂੰ ਸਿਧਾਂਤਕ ਤੌਰ ਤੇ ਕੋਈ ਥੋੜਾ ਬਖਰੇਵਾ ਹੋਇਆ ਨਹੀਂ ਵੀ ਇਸ ਨੂੰ ਅਸੀਂ ਜਜ਼ੀਏ ਨਾਲੋਂ ਕਿਵੇਂ ਵੱਖ ਕਰ ਸਕਦੇ ਹਾਂ। ਜਿਹੜਾ ਅਖੀਰਲਾ ਉਸ ਵੇਲੇ ਦੇ ਸਾਮਰਾਜ ਦਾ ਅਖੀਰ ਸਿਖਰ ਸੀ ਉਹ ਸੀ ਕਸ਼ਮੀਰ ਦਾ ਪ੍ਰਵਚਨ। ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਏ ਕਿ ਉੱਥੋਂ ਦਾ ਜਿਹੜਾ ਹਾਕਮ ਆ ਸ਼ੇਰ ਅਫਗਾਨ, ਉਹਨਾਂ ਨੂੰ ਮੁਸਲਮਾਨ ਬਣਾਈ ਜਾ ਰਿਹਾ ਧੱਕੇ ਨਾਲ, ਤਾਂ ਮਤਲਬ ਦਹਿਸ਼ਤ ਹੈ, ਦਮਨ ਹੈ। ਤੇ ਗੁਰੂ ਸਾਹਿਬ ਨੇ ਉਸ ਦਮਨ ਦੇ ਖਿਲਾਫ ਆਵਾਜ਼ ਉਠਾਈ ਤੇ ਸ਼ਹਾਦਤ ਦਿੱਤੀ। ਤੇ ਗੁਰੂ ਸਾਹਿਬ ਨੇ ਇੱਕ ਦਮਨਕਾਰ ਖਿਲਾਫ ਆਵਾਜ਼ ਨਹੀਂ ਸੀ ਉਠਾਈ, ਕੇਵਲ ਦਮਨ ਖਿਲਾਫ ਆਵਾਜ਼ ਉਠਾਈ ਸੀ। ਤੇ ਜੇ ਤੁਸੀਂ ਹੁਣ ਕਸ਼ਮੀਰ ਦਾ ਪ੍ਰਵਚਨ ਵੇਖੋ ਤੇ ਉੱਥੇ ਸਿਰਫ ਗ੍ਰਾਮਰ ਦਾ ਹੀ ਫਰਕ ਹੈ, ਪਰ ਕਿਰਿਆ ਸਾਮੀ ਵਾਪਰ ਰਹੀ ਹੈ। ਕਿਰਿਆ ਸੀ ਦਮਨ ਦੀ, ਕਿਰਿਆ ਦਮਨ ਹੁਣ ਵੀ ਵਾਪਰ ਰਿਹਾ ਉੱਥੇ। ਪਰ ਫਰਕ ਕੀ ਆ ਵੀ ਜਿਹੜਾ ਉਸ ਵੇਲੇ ਦਮਨਕਾਰ ਸੀ ਉਹ ਦਮਿਤ ਬਣ ਗਿਆ, ਜਿਹੜਾ ਉਸ ਵੇਲੇ ਦਮਿਤ ਸੀ ਉਹ ਦਮਨਕਾਰ ਬਣ ਗਿਆ। ਇਸ ਲਈ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਸ਼ਤਾਬਦੀ ਮਨਾ ਰਹੇ ਹਾਂ। ਜੇ ਇਸ ਸ਼ਤਾਬਦੀ ਮਨਾਉਣ ਦੇ ਵਿੱਚ ਅਸੀਂ ਸਫਲ ਤਾਂ ਹੀ ਹੋਵਾਂਗੇ ਜੇ ਅਸੀਂ ਇਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਸਾਡੇ ਸਮਕਾਲ ਦੇ, ਜਿਹੜੇ ਕੁਝ ਦੁੱਖ ਭੋਗ ਰਹੇ ਨੇ, ਸਰਬੱਤ ਦੇ ਭਲੇ ਦੀ ਗੱਲ ਸਿੱਖਾਂ ਤੋਂ ਤਾਂ ਹੀ ਆਸ ਕੀਤੀ ਜਾ ਸਕਦੀ ਹੈ ਜੋ ਇਹਨਾਂ ਮਸਲਿਆਂ ਨੂੰ ਮੁਖਾਤਿਬ ਹੋਣ, ਨਾ ਵਾਲੇ ਕੌੜੇ ਰੂਪ ਵਿੱਚ ਹੋਣ, ਘੱਟੋ ਘੱਟ ਅਕਾਦਮਿਕ ਰੂਪ ਦੇ ਵਿੱਚ ਸਾਨੂੰ ਮੁਖਾਤਿਬ ਹੋਣ ਦੀ ਲੋੜ ਹੈ। ਅੱਛਾ, ਅਗਲੀ ਗੱਲ ਇਹ ਹੈ ਵੀ ਜਿਹੜੀਆਂ ਉਸ ਵੇਲੇ ਦੀਆਂ ਭਿੰਨਤਾਵਾਂ ਨੇ ਤੇ ਮਹਿਕੂਮਾਂ ਦੀ ਪਛਾਣ ਦੀ ਹਾਲਤ ਕੀ ਸੀ, ਭਿੰਨਤਾਵਾਂ ਕਿਸ ਤਰ੍ਹਾਂ ਦੀ ਸੀ, ਮਹਿਕੂਮ ਕਿਸ ਤਰ੍ਹਾਂ ਸੀ, ਹੈ ਨਾ। ਤੇ ਧਾਰਮਿਕ ਪਛਾਣ ਲਈ ਤੇ ਜਿਹੜੇ ਕਬਜ਼ੇ ਸੀ ਉਹਦੇ ਖਾਤਰ ਆਪਾਂ ਉੱਪਰ ਵੇਖ ਹੀ ਲਿਆ, ਉਹ ਉਸੇ ਤਰ੍ਹਾਂ ਦਾ ਚੱਲਦਾ ਸੀ ਮਾਹੌਲ। ਸ਼ਾਂਤੀ ਅਤੇ ਹਿੰਸਾ ਦਾ ਨੈਰੇਟਿਵ ਜਿਹੜਾ ਉਦੋਂ ਕਿਹਾ ਸੀ ਤੇ ਹੁਣ ਕੀ ਸੀ। ਸ਼ਾਂਤੀ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਤਾਂ ਉਹ ਸ਼ਾਂਤੀ ਜਿਹੜੀ ਸੱਚ ਨਾਲ ਸਥਾਪਿਤ ਕੀਤੀ ਹੋਵੇ, ਸਾਰਿਆਂ ਨੂੰ ਰਾਜ਼ੀ ਕਰਕੇ ਜਾਂ ਸਾਰਿਆਂ ਨੂੰ ਬਰਾਬਰ ਦਾ ਰੁਤਬਾ ਦੇ ਕੇ। ਇੱਕ ਸ਼ਾਂਤੀ ਦੂਜੀ ਹੁੰਦੀ ਆ ਜਿਹੜੀ ਡਾਂਗ ਨਾਲ ਸਥਾਪਿਤ ਕੀਤੀ ਹੁੰਦੀ ਆ। ਇੱਕ ਅੱਧੀ ਵਾਰੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਹੋਵੇ, ਇੱਕ ਵਾਰੀ 1972 ਦੀ ਮਿਊਨਿਖ ਓਲੰਪਿਕ ਦੇ ਵਿੱਚ ਫਲਸਤੀਨ ਵਾਲਿਆਂ ਨੇ ਇਜ਼ਰਾਈਲ ਦੀ ਐਥਲੈਟਿਕ ਟੀਮ ਤੇ ਗੋਲੀਆਂ ਚਲਾ ਦਿੱਤੀਆਂ, ਉਹਨਾਂ ਦੇ ਕਈ ਖਿਡਾਰੀ ਨੇ ਜਿਹੜੇ ਉਹ ਮਰ ਗਏ ਸੀ। ਤਾਂ ਉਸ ਮਾਮਲੇ ਦੇ ਵਿੱਚ ਦੁਨੀਆ ਦੇ ਵਿਦਵਾਨਾਂ ਨੇ ਬਹੁਤ ਰੌਲਾ ਪਾਇਆ ਵੀ ਇਜ਼ਰਾਈਲ ਦੀ ਦਹਿਸ਼ਤ ਨੇ, ਇਜ਼ਰਾਈਲ ਦੇ ਅੱਤਵਾਦ ਨੇ ਦੁਨੀਆ ਦਾ ਜਿਉਣਾ ਹਰਾਮ ਕਰ ਦਿੱਤਾ। ਸਾਰਤਰ ਵੱਡਾ ਵਿਦਵਾਨ ਸੀ, ਜੌਨ ਪਾਲ ਸਾਰਤਰ, ਹਨਾ। ਤਾਂ ਉਸਨੇ ਸਿਰਫ 1.5 ਪੰਨੇ ਦੀ ਇੱਕ ਉਹਦੇ ਤੇ ਟਿੱਪਣੀ ਕੀਤੀ। ਉਹ ਟਿੱਪਣੀ ਦੇ ਵਿੱਚ ਉਹ ਕਹਿੰਦਾ ਵੀ ਇਹ ਗੱਲ ਦਾ ਸਾਨੂੰ ਪਤਾ ਹੈ ਵੀ ਹਿੰਸਾ ਬਹੁਤ ਮਾੜੀ ਚੀਜ਼ ਹੈ, ਹਥਿਆਰ ਬਹੁਤ ਮਾੜੀ ਚੀਜ਼ ਹੈ। ਕਹਿੰਦਾ ਬਟ ਪੂਅਰ ਅਪਰੈਸਡ ਹੈਜ਼ ਨੋ ਵੇ ਅਦਰ ਦੈਨ ਵਾਇਲੈਂਸ। ਉਹ ਕਹਿੰਦਾ ਉਹਨਾਂ ਕੋਲੇ ਦੂਜਾ ਕੋਈ ਰਾਹ ਹੀ ਨਹੀਂ ਹੈ ਵਾਇਲੈਂਸ ਤੋਂ ਸਿਵਾਏ। ਉਹ ਕਹਿੰਦੇ ਉਹਨਾਂ ਦਾ ਮਸਲਾ ਹੈ ਜਿਹੜਾ ਫਲਸਤੀਨ ਦਾ, ਉਹ ਇਜ਼ਰਾਈਲ ਹੱਲੇ ਨਹੀਂ ਹੋਣ ਦੇ ਰਿਹਾ, ਤਾਂ ਉਹਨਾਂ ਕੋਲੇ ਰਾਹ ਹੀ ਇੱਕ ਬਚ ਜਾਂਦਾ। ਤਾਂ ਜਿਹੜੀ ਸ਼ਾਂਤੀ ਹੈ ਉਹ ਸ਼ਾਂਤੀ ਕਿਸ ਤਰ੍ਹਾਂ ਦੀ ਬਹਾਲ ਹੋ ਰਹੀ ਹੈ, ਕਿ ਉਹ ਮਿਲਟਰੀ ਲੈਜੀਟੀਮਾਈਜੇਸ਼ਨ ਨਾਲ ਹੋ ਰਹੀ ਹੈ, ਕਿਸ ਤਰੀਕੇ ਹੋ ਰਹੀ ਹੈ ਨਾ। ਜਿਵੇਂ ਦਾ ਹੁਣ ਦਾ ਸਾਡਾ ਮਾਹੌਲ ਹੈ, ਤਾਂ ਕਿੰਨੇ ਵਿਦਵਾਨ ਸੱਜਣਾ ਤੇ ਪਰਚੇ ਹੁੰਦੇ ਨੇ, ਪੱਤਰਕਾਰ ਜੇ ਕੋਈ ਗੱਲ ਕਰਦਾ ਤਾਂ ਉਹਦੇ ਤੇ ਪਰਚਾ ਹੋ ਜਾਂਦਾ। ਇਸ ਤਰ੍ਹਾਂ ਦੀਆਂ ਕਿੰਨੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਆਈਆਂ ਹੋਈਆਂ ਨੇ, ਉਹ ਉਦੋਂ ਵੀ ਸੀ ਗੁਰੂ ਸਾਹਿਬ ਦੇ ਵੇਲੇ ਦੇ। ਅੱਛਾ, ਪ੍ਰਸ਼ਾਸਨਿਕ ਲੁੱਟ ਉਸ ਵੇਲੇ ਦੀ ਸੀ, ਤੇ ਹੁਣ ਉਸ ਪ੍ਰਸ਼ਾਸਨਿਕ ਲੁੱਟ ਦੇ ਵਿੱਚ ਅਸੀਂ ਵਪਾਰਕ ਲੁੱਟ ਵੀ ਸ਼ਾਮਲ ਕਰ ਸਕਦੇ ਹਾਂ। ਤੇ ਆਮ ਬੰਦੇ ਦਾ ਜੀਵਨ ਉਦੋਂ ਵੀ ਦੁੱਭਰ ਸੀ ਤੇ ਅੱਜ ਵੀ ਦੁੱਭਰ ਹੈ, ਤੇ ਜੇ ਉਸ ਨੂੰ ਅਸੀਂ ਮੁਖਾਤਿਬ ਹੋਣਾ। ਬਰਾਬਰੀ ਦੇ ਮਸਲੇ ਨੇ ਜਿਹੜੇ, ਇਹ ਵਧੇਰੇ ਤਫਸੀਲ ਚ ਹੁਣ ਬਾਹਲਾ ਲੰਬਾ ਨਾ ਹੋ ਜਾਏ ਮੈਨੂੰ ਲੱਗਦਾ। ਅੱਛਾ, ਅਗਲਾ ਇਹ ਹੈ ਵੀ ਜਿਹੜਾ ਸਿੱਖਿਆ ਢਾਂਚਾ ਹੈ ਨਾ, ਉਦੋਂ ਸਿੱਖਿਆ ਢਾਂਚਾ ਬਾਹਲਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਹੁਤ ਜ਼ਿਆਦਾ ਕਾਬਜ਼ ਸੀ ਜਿਹੜੀ ਉਸ ਵੇਲੇ ਦੀ ਹਕੂਮਤ। ਪਰ ਪਿਛਲੇ ਲੰਬੇ ਸਮੇਂ ਦੇ ਵਿੱਚ ਸਾਡੇ ਕੋਲੇ ਇੱਕ ਇਹ ਪ੍ਰਵਚਨ ਪਹੁੰਚਿਆ ਵੀ ਜਿਹੜੀ ਸਿੱਖਿਆ ਉਹਦੇ ਨਾਲ ਜਾਗਰਤੀ ਆ ਸਕਦੀ ਆ।
ਪਰ ਨਾਲ ਦੀ ਨਾਲ 20ਵੀਂ ਸਦੀ ਦੇ ਵਿੱਚ ਇੱਕ ਪ੍ਰਵਚਨ ਇਹ ਵੀ ਆ ਗਿਆ ਵੀ ਜੇ ਸਿੱਖਿਆ ਜਗਾਉਂਦੀ ਹੈ ਤਾਂ ਨਾਲ ਉਹ ਸਲਾਉਂਦੀ ਵੀ ਹੈ। ਤਾਂ ਜਿਹੜੀ ਕਾਬਜ਼ ਹੁੰਦੀ ਹੈ ਤੇ ਉਹ ਲੋਕਾਂ ਨੂੰ ਆਪਣੇ ਚਿੰਨ੍ਹਾਂ ਨਾਲ, ਆਪਣੀ ਵਿਦਿਆ ਨਾਲ ਸਲਾ ਦਿੰਦੀ ਹੈ। ਤਾਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਬਾਰ-ਬਾਰ ਜ਼ਿਕਰ ਆਉਂਦਾ ਹੈ, ਉਹ ਕਹਿੰਦੇ ਕੋਟਨ ਮਹਿਕੋ ਨਾਨਕ ਜਿਹੇ ਚੀਤ, ਹਨਾ, ਜਿਹਨੂੰ ਰੱਬ ਚਿੱਤ ਹੈ, ਜਿਹੜਾ ਜਾਗਦਾ ਹੈ, ਉਹ ਕਰੋੜਾਂ ਵਿੱਚੋਂ ਇੱਕ ਹੁੰਦਾ ਹੈ, ਪਰ ਉਹਦੇ ਸਿਰ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸਨੇ ਬਾਕੀਆਂ ਨੂੰ ਜਗਾਉਣਾ ਹੁੰਦਾ। ਸ਼ੇਖ ਫਰੀਦ ਦੀ ਬਾਣੀ ਦਾ ਅਧਿਐਨ ਕਰਦੇ ਹੋਏ ਸੰਤ ਸਿੰਘ ਸੇਖੋਂ ਜਿਹੜੇ ਮਸਲੇ ਤੇ, ਜਿਹੜੀ ਥਾਂ ਤੇ ਪਹੁੰਚੇ, ਸੰਤ ਸਿੰਘ ਸੇਖੋਂ ਨੇ ਜਦੋਂ ਰਾਜਨੀਤਿਕ ਨੁਕਤੇ ਤੋਂ ਵੇਖਿਆ ਤਾਂ ਉਹ ਕਹਿੰਦੇ ਵੀ ਸ਼ੇਖ ਫਰੀਦ ਉਸ ਵੇਲੇ ਦੀ ਹਕੂਮਤ ਦੇ ਜ਼ੁਲਮਾਂ ਨੂੰ ਆਪਣੇ ਸਿਰ ਗੁਨਾਹ ਵਜੋਂ ਲੈਂਦੇ ਨੇ। ਉਹ ਕਹਿੰਦੇ ਵੀ ਇਦਾਂ ਹੈ ਵੀ ਸ਼ੇਖ ਫਰੀਦ ਨੂੰ ਇਦਾਂ ਲੱਗਦਾ ਵੀ ਜਿਵੇਂ ਸ਼ੇਖ ਫਰੀਦ ਦਾ ਆਪਣਾ ਗੁਨਾਹ ਹੋਵੇ ਤੇ ਉਸ ਨੂੰ ਗੁਨਾਹ ਵਜੋਂ ਲੈਂਦੇ ਨੇ, ਤਾਂ ਉਹ ਪ੍ਰਗਟ ਕਰ ਰਹੇ ਨੇ। ਜਿਹੜਾ ਬੰਦਾ ਕੋਟਨਮੈ ਕੋਊ ਹੁੰਦਾ, ਜਾਗਦਾ ਹੁੰਦਾ ਨਾ, ਤਾਂ ਉਹਦੀ ਜ਼ਿੰਮੇਵਾਰੀ ਹੁੰਦੀ ਆ ਉਹਦੀ ਬਾਕੀਆਂ ਨੂੰ ਜਗਾਉਣ ਦੀ ਵੀ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਬਾਰ-ਬਾਰ ਇਸ ਦਾ ਵੇਰਵਾ। ਇਹ ਜਿਹੜਾ ਸ਼ਬਦ ਆਪਾਂ ਜਿਹਦੇ ਬਾਰੇ ਗੱਲ ਕੀਤੀ, ਤੇ ਇਹਦੇ ਵਿੱਚ ਅਗਾਂਹ ਮੈਂ ਇਹਦੀ ਇੱਕ ਤੁਕ ਵਾਰੀ ਥੋੜੀ ਗੱਲ ਕਰਾਂਗਾ ਨਾ, ਵੀ ਜਦੋਂ ਆਪਾਂ ਮਹੀਨ ਅਧਿਐਨ ਕਿਵੇਂ ਕਰ ਸਕਦੇ ਹੁੰਦੇ ਆ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਜਿਹੜਾ ਮਨੁੱਖੀ ਜਨਮ ਹੈ ਉਹ ਅਮੋਲਕ ਹੈ ਤੇ ਬਿਰਥਾ ਕਿਉਂ ਗਵਾਉਣੇ। ਤੁਸੀਂ ਪਿਛਲੇ ਸਮੇਂ ਦੇ ਵਿੱਚ ਜਾਣਦੇ ਹੋ ਵੀ ਮਾਨਵ ਕੇਂਦਰਤਾ ਦਾ ਮਸਲਾ, ਐਂਥਰੋਪੋਸੈਂਟਰਿਜ਼ਮ ਕਾਫੀ ਵੱਡੇ ਪੱਧਰ ਤੇ ਡਿਸਕਸ ਹੋਇਆ ਨਾ। ਪਹਿਲਾਂ ਸਥਾਪਿਤ ਹੋਣ ਦੇ ਮਾਮਲੇ ਵਿੱਚ ਹੋਇਆ, ਤੇ ਜਦੋਂ ਆਧੁਨਿਕਤਾ ਨੂੰ ਅਤੇ ਐਨਲਾਈਟਨਮੈਂਟ ਨੂੰ ਚੈਲੰਜ ਹੋ ਗਿਆ ਤੇ ਸਾਹਮਣੇ ਉਹ ਵੰਗਾਰਾਂ ਖੜੀਆਂ ਹੋ ਗਈਆਂ, ਜਾਂ ਵਾਤਾਵਰਣ ਦੇ ਕੁਝ ਮਸਲੇ ਸਾਹਮਣੇ ਆ ਗਏ, ਜਾਂ ਦੋ ਸੰਸਾਰ ਜੰਗਾਂ ਹੋ ਗਈਆਂ, ਤਾਂ ਫਿਰ ਮਾਨਵ ਕੇਂਦਰਤਾ ਤੋਂ ਉਲਟ ਚਲਿਆ ਗਿਆ। ਤਾਂ ਇਸ ਤਰ੍ਹਾਂ ਚਲਿਆ ਗਿਆ ਕਿ ਐਂਥਰੋਪੋਸੈਂਟਰਿਜ਼ਮ ਹੈ ਜਿਹੜਾ, ਇਸ ਨੇ ਦੁਨੀਆ ਦੀਆਂ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਦੀ ਜੜ ਹੀ ਇਹੀ ਹੈ। ਖਾਸ ਕਰ ਜੇ ਤੁਸੀਂ ਪਿਓਰ ਇਕੋਲੋਜੀ ਵਾਲੇ ਕੁਝ ਬੰਦੇ ਵੇਖੋ, ਇਕੋਲੋਜੀ ਦੇ ਵਿੱਚ ਦੋ ਤਰ੍ਹਾਂ ਨੇ, ਇੱਕ ਸੋਸ਼ਲ ਇਕੋਲੋਜੀ ਵਾਲੇ ਉਹ ਨੇ ਜਿਹੜੇ ਥੋੜੇ ਮਾਰਕਸਵਾਦ ਤੋਂ ਪ੍ਰੇਰਿਤ ਨੇ, ਤੇ ਪਿਓਰ ਇਕੋਲੋਜੀ ਵਾਲੇ ਉਹ ਨੇ ਜਿਹੜੇ ਮੰਨ ਲਓ ਇਹ ਕਹਿੰਦੇ ਨੇ ਵੀ ਨਿਰੋਲ ਪ੍ਰਕਿਰਤੀ ਹੋਵੇ, ਤੇ ਪ੍ਰਕਿਰਤੀ ਦੇ ਵਿੱਚ ਕਹਿੰਦੇ ਮਨੁੱਖ ਦੀ ਥਾਂ ਕੇਵਲ ਓਨੀ ਕਿਹਾ ਜਿੰਨੀ ਇੱਕ ਹੋਰ ਕਿਸੇ ਜੀਵ ਦੀ ਹੈ। ਪਰ ਇਸ ਮਾਮਲੇ ਦੇ ਵਿੱਚ ਮੈਨੂੰ ਥੋੜਾ ਮਤਲਬ ਗੱਲ ਠੀਕ ਨਹੀਂ ਸੀ ਲੱਗੀ ਉਹ। ਤਾਂ ਇਸ ਗੱਲ ਨੂੰ ਅਸੀਂ ਗੁਰੂ ਸਾਹਿਬ ਦੀ ਇਸ ਤੁਕ ਨਾਲ ਖੋਲ ਸਕਦੇ ਹਾਂ ਨਾ, ਵੀ ਜਿਹੜੇ ਮਾਨਵ ਕੇਂਦਰਤਾ ਦੇ ਮਸਲੇ ਨੇ ਵੀ ਇਹ ਸਮਕਾਲ ਦੇ ਨੇ ਕਿ ਸदैव ਕਾਲ ਦੇ ਨੇ। ਅਸਲ ਵਿੱਚ ਮਨੁੱਖ ਨਹੀਂ ਮੁਸ਼ਕਲ ਹੈ, ਮੁਸ਼ਕਲ ਮਨੁੱਖ ਦਾ ਕਰਮ ਹੈ ਜਿਹੜਾ ਉਹ ਮਤਲਬ ਠੀਕ ਨਹੀਂ ਕਰਦਾ, ਹਨਾ। ਜੇ ਉਹ ਠੀਕ ਕਰੇ ਫਿਰ ਮੁਸ਼ਕਲ ਨਹੀਂ। ਤਾਂ ਗੁਰੂ ਸਾਹਿਬ ਉਹਦੇ ਖਾਤਰ ਕੀ ਕਹਿੰਦੇ ਨੇ, ਤੇ ਇਸ ਮਾਨਵ ਕੇਂਦਰਤਾ ਖਾਤਰ ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਇਆਲ ਸਗਲ ਭੈ ਭੰਜਨ, ਸਰਨ ਤਾਹੇ ਤੁਮ ਪਰ। ਵੀ ਮਨੁੱਖ ਨੂੰ ਰੋਕਿਆ, ਹਨਾ। ਮਾਨਸ ਜਨਮ ਅਕਾਰਤ ਖੋਬਤ, ਲਾਜ ਨਾ ਲੋਕ ਹਸਨ ਕੀ, ਹੈਨਾ, ਲੋਕਾਂ ਦੀ ਲਾਜ। ਅੱਛਾ, ਵੀ ਤੁਸੀਂ ਕੁਮੱਤ ਦੇ ਵਿੱਚ ਜਿਹੜਾ ਜੀਵਨ ਆ ਉਹ ਵਿਸਾਰੀ ਜਾ ਰਹੇ ਹੋ। ਅਗਲੀ, ਜਨਮ ਪਾਏ ਕੁਛ ਭਲੋ ਨਾ ਕੀਨੋ, ਤਾ ਤੇ ਅਧਿਕ ਡਰੋ। ਕਹਿੰਦੇ ਡਰਨਾ ਕੀ ਤੋਂ ਆ, ਜਿਹੜੇ ਬੰਦੇ ਨੇ ਮਨੁੱਖਾ ਜਨਮ ਵੀ ਧਾਰ ਲਿਆ ਤੇ ਕੋਈ ਭਲਾ ਨਹੀਂ ਕੀਤਾ। ਬੜੇ ਹੋਰ ਤਰ੍ਹਾਂ ਦੇ ਅਰਥ ਨੇ ਇਹ, ਹੈਨਾ। ਤੇ ਅਗਲਾ, ਇਸ ਦੇ ਵਿੱਚ ਜਿਹੜਾ ਅਗਲਾ ਹਿੱਸਾ ਲਾਲ ਕੀਤਾ ਹੋਇਆ, ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਓ ਉਦਰ ਭਰੋ, ਤੇ ਪਸ਼ੂ ਵਾਂਗੂ ਢਿੱਡ ਭਰਨਾ। ਤੇ ਇਸ ਗੱਲ ਨੂੰ ਜੇ ਅਸੀਂ ਹੋਰ ਵਧੇਰੇ ਬਰੀਕ ਵਿਆਖਿਆ ਦੇ ਵਿੱਚ ਜਾਂਦੇ ਜਾਂਦੇ ਡੀਕੋਡ ਕਰਨ ਲੱਗੀਏ, ਤਾਂ ਮਨੁੱਖ ਦੀਆਂ ਜਿਹੜੀਆਂ ਹੁਣ ਦੀਆਂ ਇਕੋਲੋਜੀ ਨਾਲ ਆਈਆਂ ਸਾਹਮਣੇ ਮੁਸ਼ਕਲਾਂ ਨੇ, ਉਹ ਮਨੁੱਖ ਦੇ ਖਾਣ ਦੀਆਂ ਆਦਤਾਂ ਅਤੇ ਵੇਸਟੇਜ ਨਾਲ ਸੰਬੰਧਿਤ। ਜਿਹੜਾ ਯੂਰਪ ਆ ਜਾਂ ਅਮਰੀਕਾ ਹੈ, ਤੇ ਉੱਥੇ ਖਾਣ ਕਿੰਨਾ ਵਿਅਰਥ ਜਾਂਦਾ ਹੈ। ਬਲਕਿ ਯੂਰਪ ਅਜੇ ਠੀਕ ਸੀ ਕਾਫੀ ਹੱਦ ਤੱਕ, ਤਾਂ ਯੂਰਪ ਦੇ ਵਿੱਚੋਂ ਇੰਗਲੈਂਡ ਦੇ ਵਿੱਚ ਅਮਰੀਕਾ ਨੇ ਪਿਛਲੇ 10 ਸਾਲਾਂ ਤੋਂ ਜਿਹੜਾ ਆਪਣਾ ਖਾਣ ਕਲਚਰ ਆ ਉਹ ਲੈ ਆਂਦਾ, ਤੇ ਉਹ ਖਾਣ ਕਲਚਰ ਇੱਥੇ ਸਾਡੇ ਵੀ ਆ ਰਿਹਾ। ਖਾਣ ਸੱਭਿਆਚਾਰ ਆ ਜਿਹੜਾ ਮਨੁੱਖ ਨੂੰ ਫਿਰ ਭੋਗਤਾ ਵੱਲ, ਉਪਭੋਗਤਾ ਵੱਲ ਲੈ ਕੇ ਜਾਂਦਾ। ਜਿਹੜਾ ਮੰਡੀ ਸੱਭਿਆਚਾਰ ਹੈ ਉਹ ਉਸ ਪਾਸੇ ਨੂੰ ਇਹ ਗੱਲ ਜਾਂਦੀ ਹੈ। ਜੇ ਮਤਲਬ ਕਈ ਵਾਰੀ ਏਦਾਂ ਵੀ ਹੁੰਦਾ ਵੀ ਕਿਤੇ ਜਾ ਕੇ ਗੱਲ ਤੁਹਾਡੀ ਟੁੱਟ ਜਾਂਦੀ ਆ, ਤੁਸੀਂ ਜਦੋਂ ਵੱਧ ਵਿਆਖਿਆ ਕਰਦੇ ਹੋ ਨਾ, ਮਹੀਨ ਵਿਆਖਿਆ ਕਰਦੇ ਕਰਦੇ, ਤਾਂ ਉਹ ਕਿਤੇ ਟੁੱਟ ਵੀ ਜਾਂਦੀ ਆ, ਤਾਂ ਉਸ ਨੂੰ ਜੋੜਨ ਖਾਤਰ ਥੋੜਾ ਵਧੇਰੇ ਤਫਸੀਲ ਦੀ ਲੋੜ ਹੁੰਦੀ ਆ। ਅੱਗੇ ਹੈ ਰਾਮ ਰਤਨ ਘਟ ਹੀ ਕੇ ਭੀਤਰ, ਤਾਕੋ ਗਿਆਨ ਨਾ ਪਾਇਓ, ਹਨਾ। ਵੀ ਬੰਦੇ ਦੇ ਅੰਦਰ ਹੀ ਰਾਮ ਹੈ ਤੇ ਉਹਦਾ ਗਿਆਨ ਨਹੀਂ ਹਾਸਲ ਕੀਤਾ। ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਓ ਪਾਣੀ।
ਜਾਂ ਅਜੂਹੂ ਕਛ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ, ਹੈ ਨਾ, ਵੀ ਬੰਦੇ ਦੀ ਉਮਰ ਬੀਤਦੀ ਜਾ ਰਹੀ ਆ, ਪਰ ਸ਼ੇਖ ਫਰੀਦ ਵੀ ਜਿਵੇਂ ਬੁਢੇਪੇ ਦੇ ਵਿੱਚ ਜਾ ਕੇ ਬੰਦੇ ਨੂੰ ਕਹਿੰਦੇ ਨਾ ਵੀ ਹੁਣ ਤਾਂ ਸੁਧਰ ਜਾ, ਤਾਂ ਇੱਥੇ ਵੀ ਇਹ ਕਹਿ ਰਹੇ ਨੇ ਵੀ ਅਜੂਹੂ ਕਛ ਵਿਗਰਿਓ ਨਹੀਂ ਗੁਰੂ ਸਾਹਿਬ ਜੋ ਪ੍ਰਭ ਗੁਣ ਗਾਵੇ, ਹੈ ਨਾ। ਜਿਹੜਾ ਅਜੂਹੂ ਕਛ ਵਿਗਰਿਓ ਨਹੀਂ, ਇਹਦੇ ਬਾਰੇ ਮੈਂ ਤੁਹਾਨੂੰ ਬਾਰ-ਬਾਰ ਇਕੋਲੋਜੀ ਦੇ ਹਵਾਲੇ ਦੇਈ ਜਾਂਦਾ। ਉਹ ਇਹ ਆ ਵੀ ਮੈਂ ਥੋੜਾ ਜੁੜਿਆ ਹੋਇਆ ਉਹਦੇ ਨਾਲ ਨਾ, ਤਾਂ ਕਰਕੇ ਮੈਨੂੰ ਦਿੱਕਤ ਆ ਰਹੀ ਹੈ। ਉਹ ਇਹ ਆ ਵੀ ਜਿਹੜੀ ਇਕੋਲੋਜੀ ਬਾਰੇ ਜਿਹੜੇ ਵਿਦਵਾਨ ਗੱਲ ਕਰਦੇ ਨੇ, ਉਹ ਕਹਿੰਦੇ ਵੀ ਜੰਗਲ ਖਤਮ ਹੋ ਗਏ ਜਾਂ ਹੋਰ ਸਾਰੀ ਪ੍ਰਕਿਰਤੀ ਖਤਮ ਹੋ ਗਈ, ਜਾਂ ਖਤਮ ਨਾ ਕਹੋ, ਉਹਦਾ ਨੁਕਸਾਨ ਹੋ ਰਿਹਾ ਨਾ, ਤਾਂ ਉਹਦੇ ਵਿੱਚ ਇਹ ਹੈ, ਕਹਿੰਦੇ ਜੇ ਉਸ ਨੂੰ ਆਪਾਂ 5-7 ਸਾਲ ਲਈ ਛੱਡ ਦਈਏ ਤਾਂ ਉਹ ਪ੍ਰਕਿਰਤੀ ਮੁੜ ਕੇ ਫੇਰ ਉਵੇਂ ਹੀ ਨਵੇਂ ਸਿਰਿਓਂ ਹੋ ਜਾਊ। ਤੇ ਮਨੁੱਖ ਦੇ ਵਿੱਚ ਵੀ ਇਹ ਸੰਭਾਵਨਾ ਹੈ। ਮਨੁੱਖ ਦਾ ਇਹ ਨਹੀਂ ਹੈ ਵੀ ਉਹਨੇ ਕੇਵਲ ਸਭ ਕੁਝ ਜਵਾਨੀ ਵਿੱਚ ਹੀ ਕਰਨਾ। ਰੌਲਾ ਤਾਂ ਇਹ ਆ ਵੀ ਜਦੋਂ ਜਾਗੇ ਉਦੋਂ ਸਵੇਰਾ, ਜਦੋਂ ਮਨੁੱਖ ਜਾਗ ਪਿਆ ਉਦੋਂ ਹੀ ਉਹ ਸ਼ੁਭ ਕੰਮ ਹੈ, ਜਿਹੜਾ ਚੰਗਾ ਕੰਮ ਹੈ, ਭਲਾ ਕੰਮ ਹੈ, ਉਹ ਕਰ ਸਕਦਾ। ਬਸ ਇਹ ਹੈ ਵੀ ਉਹ ਜਾਣ ਬੁੱਝ ਕੇ ਮਾੜੇ ਨਾ ਕਰਦਾ ਹੋਵੇ ਵੀ ਅਖੀਰ ਤੇ ਜਾ ਕੇ ਇੱਕ ਭਲਾ ਕਰ ਲਾਂਗੇ ਤਾਂ ਫਿਰ ਸਾਨੂੰ ਸੁਰਗ ਮਿਲ ਜਾਵੇਗਾ, ਇਸ ਤਰ੍ਹਾਂ ਦਾ ਨਹੀਂ ਹੋਣਾ, ਹੈ ਨਾ। ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ, ਹੈ ਨਾ, ਵੀ ਜਿਹੜਾ ਬੰਦੇ ਦੇ ਅੰਦਰ ਇਹ ਰਾਮ ਬਸਤ ਹੈ ਉਹਦੀ ਪਛਾਣ। ਇਹ ਸ਼ਬਦ ਦੇ ਜਿਹੜੇ ਸਰੋਕਾਰਾਂ ਦੇ ਵਿੱਚ ਕੁਝ ਗੱਲਾਂ ਦਾ ਬਾਰ-ਬਾਰ ਦੁਹਰਾ ਹੋਇਆ, ਜਿਹੜਾ ਆਪਾਂ ਇਹ ਪਿੱਛੇ ਆਹ ਸ਼ਬਦ ਵੇਖਿਆ ਨਾ, ਸਾਧੂ ਗੋਬਿੰਦ ਕੇ ਗੁਣ ਗਾਵੋ, ਠੀਕ ਹੈ। ਇਹਦੇ ਚ ਕੁਝ ਸ਼ਬਦਾਂ, ਕੁਝ ਸਰੋਕਾਰਾਂ ਦਾ ਬਾਰ-ਬਾਰ ਦੁਹਰਾ ਹੋਇਆ। ਪਹਿਲਾ ਇਹ ਹੈ ਵੀ ਕੁਟੁੰਬ ਪਰਿਵਾਰ ਤੋਂ ਛੁਟਕਾਰਾ, ਜਿਹੜੇ ਦੁਨਿਆਵੀ ਰਿਸ਼ਤੇ ਨੇ, ਬੰਦੇ ਨੂੰ ਤਿਆਗੀ ਹੋਣਾ ਪੈਣਾ। ਕਿਵੇਂ ਹੋਣਾ ਉਹਨੇ ਤਿਆਗੀ? ਤੇ ਧਨ ਸ਼ੋਭਾ ਜਾਂ ਲਾਲਚ ਹੈ ਜਿਹੜੀ ਉਹ ਛੱਡਣੀ ਪੈਣੀ ਆ। ਹੁਣ ਉਸ ਵੇਲੇ ਦੀ ਦਿੱਕਤ ਗੁਰੂ ਸਾਹਿਬ ਦੇ ਵੇਲੇ ਦੀ ਇਹ ਸੀ ਵੀ ਬਾਦਸ਼ਾਹ ਦੀ ਖੁਸ਼ੀ ਬਹੁਤ ਮਹੱਤਵਪੂਰਨ ਸੀ। ਬਾਦਸ਼ਾਹ ਦੀ ਖੁਸ਼ੀ, ਬਾਦਸ਼ਾਹ ਦੀ ਮਰਜ਼ੀ ਵੱਡੀ ਮਰਜ਼ੀ ਸੀ। ਤਾਂ ਉਸ ਮਰਜ਼ੀ ਨੂੰ ਪਾਲ ਕੇ ਆਪਣਾ ਪਰਿਵਾਰ ਪਾਲਿਆ, ਆਪਣੀਆਂ ਸੁੱਖ ਸਹੂਲਤਾਂ ਲਈਆਂ, ਆਪਣੇ ਆਲੇ ਦੁਆਲੇ ਦਾ ਕੁਟੁੰਬ ਜਾਂ ਹੋਰ ਜਿੰਨਿਆਂ ਦੀ ਸੈਟਿੰਗ ਕੀਤੀ, ਜਿਵੇਂ ਅੱਜ ਕੱਲ ਅਸੀਂ ਕਰ ਲੈਂਦੇ ਹਾਂ ਨਾ, ਵੀ ਕਿਸੇ ਨਾਲ ਨੇੜ ਤੇੜ ਬਣਾ ਕੇ ਆਪਦੇ ਨਿਆਣਿਆਂ ਨੂੰ, ਆਪਦੇ ਟੱਬਰ ਟੀਹਰ ਨੂੰ ਸੈੱਟ ਕਰਨ ਦੇ ਚੱਕਰ 'ਚ। ਤਾਂ ਉਹ ਇਸ ਸ਼ਬਦ ਦਾ ਜਿਹੜਾ ਇੱਕ ਸਰੋਕਾਰੇ ਹੈ, ਉਸ ਸਾਰੇ ਕਸ ਤੋਂ ਨਿਰਲੇਪਤਾ। ਸਮਾਂ ਆਪਣਾ ਨੇੜੇ ਹੀ ਜਾਂਦਾ, ਮੈਂ ਥੋੜਾ ਕਰਦਾ ਯਤਨ ਛੇਤੀ ਦੇ ਨਾ। ਉਸ ਤੋਂ ਨਿਰਲੇਪਤਾ। ਅੱਛਾ, ਅਗਲਾ ਇਹਦਾ ਸਰੋਕਾਰ ਹੈਗਾ ਵੀ ਜਿਹੜਾ ਦੁੱਖ ਸੁੱਖ ਹੈ, ਉਸਤਤ ਨਿੰਦਾ, ਹਰਖ ਸੋਗ ਹੈ, ਉਹਨਾਂ ਨੂੰ ਬਰਾਬਰ ਜਾਣਦਾ, ਹਨਾ। ਤੇ ਇਹਦਾ ਮਤਲਬ ਇਹ ਨਹੀਂ ਵੀ ਬੰਦਾ ਨਿਸ਼ਕਿਰਿਆ ਹੋ ਜਾਵੇ। ਜਦੋਂ ਬੰਦਾ ਦੁੱਖ ਸੁੱਖ ਤੋਂ ਜਾਂ ਉਸਤਤ ਨਿੰਦਾ ਤੋਂ, ਹਰਖ ਸੋਗ ਤੋਂ ਪਰੇ ਹੋ ਗਿਆ ਜਾਂ ਬਰਾਬਰ ਹੋ ਗਿਆ, ਤਾਂ ਉਹਦਾ ਰਾਹ ਕਿਹੜਾ, ਉਹ ਦੁਸ਼ਟ ਸੰਘਾਰਨ ਦਾ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਉਹ ਉਸ ਨੂੰ ਆਪਾਂ ਇਹ ਕਹਿ ਸਕੀਏ ਵੀ ਉਹ ਸੈਕੂਲਰ, ਜਾਂ ਸੈਕੂਲਰ ਨਾ ਕਹੀਏ ਵੀ ਇੱਕ ਪਾਸੇ ਬੰਦਾ ਵੱਖ ਹੋ ਕੇ ਬੈਠ ਗਿਆ, ਉਸ ਲਈ ਚੰਗੇ ਬੁਰੇ ਦਾ ਮਾਮਲਾ ਨਹੀਂ ਰਿਹਾ, ਵੀ ਜਿਵੇਂ ਜੋਗ ਮਤ ਦਾ ਸੀ ਕੁਛ ਹੱਦ ਤੱਕ, ਹਨਾ। ਤੇ ਇਸ ਤਰ੍ਹਾਂ ਦਾ ਜਿਹੜਾ ਇਸ ਰੁਤਬੇ ਤੇ ਮਨੁੱਖ ਪਹੁੰਚਦਾ, ਉਹ ਫਿਰ ਦੀਨਾਂ ਦੀ ਰਾਖੀ ਅਤੇ ਜ਼ਬਰ ਦੇ ਵਿਰੁੱਧ ਹੁੰਦਾ, ਹਨਾ। ਤੇ ਜਿਹੜੀਆਂ ਨੈਤਿਕ ਸਦਾਚਾਰੀ ਕੀਮਤਾਂ ਨੇ, ਉਹਨਾਂ ਨੂੰ ਨਾਲ ਲੈ ਕੇ ਉਹ ਹਕੂਮਤੀ ਜ਼ਬਰ ਦੇ ਵਿਰੁੱਧ ਖੜਦਾ। ਡਾਕਟਰ ਰਾਮ ਸਿੰਘ ਦਾ ਇੱਕ ਸੋਹਣਾ ਲੇਖ ਹੈ ਇਹਦੇ ਬਾਰੇ, ਵੀ ਵੈਰਾਗ ਆ ਜਿਹੜਾ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ, ਉਹ ਵੈਰਾਗ ਹਕੂਮਤੀ ਜ਼ਬਰ ਖਿਲਾਫ ਕਿਵੇਂ ਸਦਾਇਆ ਗਿਆ, ਹਨਾ। ਉਹ ਕਹਿੰਦੇ ਉਹ ਵੈਰਾਗ ਕੇਵਲ ਉਪਰਾਮਤਾ ਦਾ ਨਹੀਂ ਹੈ ਜਿਹਦੇ ਵਿੱਚੋਂ ਉਦਾਸੀ ਨਿਕਲਦੀ ਆ ਜਾਂ ਨਿਰਾਸ਼ਾ ਨਿਕਲਦੀ ਆ। ਉਹ ਕਹਿੰਦੇ ਉਹ ਵੈਰਾਗ ਉਹ ਹੈ ਜਿਹੜਾ ਨੈਤਿਕ ਸਦਾਚਾਰੀ ਕੀਮਤਾਂ ਦੇ ਉੱਤੇ ਬੰਦੇ ਨੂੰ ਜਗਾਉਂਦਾ ਹੈ, ਤੇ ਬੰਦਾ ਫਿਰ ਅਗਾਂਹ ਉਹਨਾਂ ਹਕੂਮਤਾਂ ਨਾਲ, ਉਹਨਾਂ ਤਾਕਤਾਂ ਨਾਲ ਜਿਹੜੀਆਂ ਮਨੁੱਖ ਵਿਰੋਧੀ ਨੇ, ਜਿਹੜੀਆਂ ਕੁਦਰਤ ਵਿਰੋਧੀ ਨੇ, ਧਰਮ ਵਿਰੋਧੀ ਨੇ, ਉਹਨਾਂ ਨਾਲ ਟੱਕਰ ਲੈਂਦਾ, ਤੇ ਟੱਕਰ ਲੈ ਕੇ ਮਨੁੱਖ ਬਾਕੀ ਮਨੁੱਖਾਂ ਲਈ ਜਿਹੜਾ ਸੁੱਖ ਹੈ ਉਹਦਾ ਮਾਹੌਲ ਸਿਰਜਦਾ। ਅੱਛਾ, ਤੀਜਾ ਇਹ ਹੈ ਵੀ ਗੁਰੂ ਸਾਹਿਬ ਦੀ ਬਾਣੀ ਵਿੱਚ ਜਿਹੜਾ ਇਹ ਸਾਰੀਆਂ ਗੱਲਾਂ ਦੱਸੀਆਂ ਦੋ ਪਹਿਲਾਂ ਤੁਹਾਨੂੰ, ਇਹਦੀ ਪ੍ਰੇਰਨਾ ਖਾਤਰ ਕੁਝ ਦ੍ਰਿਸ਼ਟਾਂਤ ਨੇ। ਇੱਕ ਤਾਂ ਮੌਤ ਬੁਢੇਪੇ ਦੇ ਦ੍ਰਿਸ਼ਟਾਂਤ ਨੇ, ਹਨਾ, ਵੀ ਜਿਹੜਾ ਇਹ ਕੀ ਮੌਤ ਅਤੇ ਬੁਢੇਪੇ ਦੀ ਇੱਕ ਖੂਬਸੂਰਤੀ ਇਹ ਹੈ ਵੀ ਬੰਦੇ ਨੇ ਜਵਾਨੀ ਦੇ ਵਿੱਚ, ਚਾਹੇ ਉਹ ਕਿੰਨਾ ਹੀ ਤਕੜਾ ਹੋਵੇ, ਚਾਹੇ ਕਿੰਨਾ ਹੀ ਅਮੀਰ ਹੋਵੇ, ਸੋਹਣੇ ਕੱਪੜੇ ਪਾਏ ਹੋਣ, ਜੋ ਮਰਜ਼ੀ ਹੋਵੇ, ਵਿਦਵਾਨ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਪਰ ਮੌਤ ਤੇ ਬੁਢੇਪਾ ਉਹਨਾਂ ਨੂੰ ਬਰਾਬਰ ਕਰਦੇ ਨੇ। ਮੌਤ ਖਾਸ ਕਰ ਬਰਾਬਰ ਕਰਦੀ ਹੈ, ਬੁਢੇਪਾ ਡਰਾਉਂਦਾ ਹੈ ਤੇ ਮੌਤ ਬਰਾਬਰ ਕਰਦੀ ਹੈ। ਤੇ ਮੌਤ ਦਾ ਜਿਹੜਾ ਫਲਸਫਾ ਹੈ, ਉਹਦੇ ਤੇ ਕਾਫੀ ਜ਼ਿਆਦਾ ਕੰਮ ਹੋਇਆ ਹੋਇਆ।
ਭਾਸ਼ਾ ਵਿਭਾਗ ਨੇ ਇੱਕ ਕਿਤਾਬ ਵੀ ਛਾਪੀ ਹੋਈ ਆ, ਪੰਜਾਬੀ ਸੂਫੀ ਕਵਿਤਾ ਵਿੱਚ ਮੌਤ ਦੀ ਚੇਤਨਾ। ਉਸ ਕਿਤਾਬ ਦੇ ਵਿੱਚ ਵੀ ਸੋਹਣੀਆਂ ਗੱਲਾਂ ਨੇ ਕੁਛ, ਜਿਹੜੀਆਂ ਮੰਨ ਲਓ ਵੀ ਯੂਨਾਨ ਦੇ ਵਿੱਚ ਜਿਹੜਾ ਪਹਿਲਾ ਮੁੱਢਲਾ ਦਰਸ਼ਨ ਪੈਦਾ ਹੋਇਆ ਸੀ ਨਾ, ਉਹ ਅਸਲ ਵਿੱਚ ਮੌਤ ਬਾਰੇ ਚਿੰਤਨ ਤੋਂ ਹੀ ਪੈਦਾ ਹੋਇਆ ਸੀ। ਤੇ ਮੌਤ ਬਾਰੇ ਜਿਹੜਾ ਚਿੰਤਨ ਹੈ ਮਨੁੱਖ ਦਾ, ਉਹ ਫਿਰ ਹੌਲੀ ਹੌਲੀ ਬੰਦੇ ਨੂੰ ਵਧੇਰੇ ਦਾਰਸ਼ਨਿਕ ਬਣਾਉਂਦਾ ਗਿਆ। ਮੌਤ ਦਾ ਮਸਲਾ ਇਸ ਤਰ੍ਹਾਂ ਦਾ ਜਿਹੜਾ ਅਜੇ ਤੱਕ ਸੁਲਝਿਆ ਨਹੀਂ, ਤੇ ਅਣਸੁਲਝੇ ਮਸਲੇ ਦੇ ਵਿੱਚ ਜਿਹੜਾ ਬਿਫੋਰ ਮੌਤ, ਮੌਤ ਤੋਂ ਪਹਿਲਾਂ ਦੀ ਜ਼ਿੰਦਗੀ ਆ, ਉਸ ਜ਼ਿੰਦਗੀ ਨੂੰ ਠੀਕ ਕਿਵੇਂ ਕਰਨਾ, ਤਾਂ ਫਿਰ ਕਈ ਜਿਹੜੇ ਧਾਰਮਿਕ ਪ੍ਰਵਚਨ ਨੇ ਜਾਂ ਹੋਰ ਅਨੇਕਾਂ ਪ੍ਰਵਚਨ ਨੇ, ਉਹਨਾਂ ਦੇ ਵਿੱਚ ਮੌਤ ਇਸ ਤਰੀਕੇ ਲੈ ਕੇ ਆਉਂਦੀ ਆ, ਹਨਾ, ਉਹ ਪ੍ਰੇਰਨਾਤਮਕ ਸਰੋਤ ਵਜੋਂ ਲੈ ਕੇ ਆਉਂਦੀ ਆ। ਤੇ ਮੌਤ ਇਸ ਤੋਂ ਦੂਜੇ ਪਾਸੇ ਡਰਾਉਣ ਦਾ ਵੀ ਸਾਧਨ ਹੈ। ਜਿਵੇਂ ਜੇ ਤੁਸੀਂ ਤੁਹਾਡੇ ਚੋਂ ਕਿਸੇ ਸਾਰੇ ਅਧਿਆਪਕ ਸਾਹਿਬਾਨ ਦਾ ਵੇਖੀ ਹੋਵੇਗੀ ਕਿਤਾਬ, ਮਿਸ਼ੇਲ ਫੂਕੋ ਦੀ ਕਿਤਾਬ ਆ ਡਿਸਿਪਲਿਨ ਐਂਡ ਪੁਨਿਸ਼ਨ, ਉਹਦੇ ਵਿੱਚ ਉਹ ਦੱਸਦਾ ਵੀ ਸਟੇਟ ਡਰਾਉਂਦੀ ਕਿਵੇਂ ਆ ਬੰਦੇ ਨੂੰ, ਹਨਾ। ਜਾਂ ਜਿਨ੍ਹਾਂ ਨੇ ਬਸਤੀਵਾਦ ਦੀ ਸਟੱਡੀ ਕੀਤੀ ਆ, ਬਸਤੀਵਾਦ ਦਾ ਅਧਿਐਨ ਕੀਤਾ, ਇੱਕ ਫਰਾਂਸ ਫੈਨਨ ਆ, ਉਹਦੀ ਕਿਤਾਬ ਹੈ ਦ ਰੈਚਡ ਆਫ ਅਰਥ। ਉਹਦੇ ਵਿੱਚ ਉਹ ਕਹਿੰਦਾ ਵੀ ਜਿਹੜੀਆਂ ਫੌਜਾਂ ਨੇ ਉਹ ਬੰਦੇ ਨੂੰ ਡਰਾਬੇ ਕਿਵੇਂ ਦਿੰਦੀਆਂ ਨੇ ਮੌਤਾਂ ਦੇ, ਹਨਾ। ਮੌਤ ਮਤਲਬ ਉਹਦੇ ਸਾਹਮਣੇ ਜਿਹੜੇ ਪਹਿਲਾਂ ਮਨੁੱਖਾਂ ਨੂੰ ਵੱਡੇ ਤਸੀਹੇ ਦੇ ਕੇ ਲੋਕਾਂ ਸਾਹਮਣੇ ਮਾਰਿਆ ਜਾਂਦਾ ਸੀ, ਉਹਦਾ ਇੱਕ ਕਾਰਨ ਇਹੀ ਹੁੰਦਾ ਸੀ ਵੀ ਉਹਨਾਂ ਦੇ ਅੰਦਰ ਮੌਤ ਦਾ ਸਹਿਮ ਪੈਦਾ ਕਰਨਾ। ਤਾਂ ਜੇ ਮਨੁੱਖ ਉਸ ਮੌਤ ਨੂੰ ਸਹਿਮ ਵਜੋਂ ਮੰਨਦਾ ਹੈ ਤਾਂ ਉਹਦੀ ਜ਼ਿੰਦਗੀ ਹੋਰ ਤਰ੍ਹਾਂ ਦੀ ਹੋਵੇਗੀ। ਜੇ ਉਹ ਉਸ ਮੌਤ ਨੂੰ ਪ੍ਰਵਾਨ ਕਰਦਾ ਤੇ ਪ੍ਰਵਾਨ ਕਰਕੇ ਸੱਚ ਤੇ ਤੁਰਨ ਦੇ ਰਾਹ ਤੇ ਤੁਰਦਾ ਤਾਂ ਉਹਦੀ ਜ਼ਿੰਦਗੀ ਹੋਰ ਤਰ੍ਹਾਂ ਦੀ ਹੋਵੇਗੀ। ਗੁਰਬਾਣੀ ਆ ਜਿਹੜੀ ਇਹ ਸਾਨੂੰ ਦੂਸਰੀ ਤਰ੍ਹਾਂ ਦਾ ਜਿਹੜਾ ਜੀਵਨ ਆ ਉਹ ਦੱਸਦੀ ਹੈ ਨਾ। ਨਾਸ਼ਮਾਨਤਾ ਦਾ ਵਰਣਨ ਆ ਜਿਹੜਾ, ਨਾਸ਼ਮਾਨਤਾ ਅਸਲ ਵਿੱਚ ਜਿਹੜਾ ਪਰਿਵਰਤਨ ਦਾ ਨੇਮ ਹੈ। ਤੇ ਪਹਿਲਾਂ ਵੀ ਮੈਂ ਤੁਹਾਡੇ ਨਾਲ ਇੱਕ ਵਾਰੀ ਸੱਭਿਆਚਾਰਕ ਪਰਿਵਰਤਨ ਦੇ ਪ੍ਰਸੰਗ ਵਿੱਚ ਗੱਲ ਕੀਤੀ ਸੀ। ਪਰਿਵਰਤਨ ਦਾ ਨੇਮ ਬੜਾ ਅਟੱਲ ਹੈ, ਤੇ ਉਸ ਪਰਿਵਰਤਨ ਦੇ ਨੇਮ ਨੂੰ ਸਥਾਪਿਤ ਕਰਨ ਲਈ ਨਾਸ਼ਮਾਨਤਾ ਨੂੰ ਅਸੀਂ ਇੱਕ ਜੁਗਤ ਵਜੋਂ ਵੀ ਵਰਤ ਸਕਦੇ ਹਾਂ, ਤੇ ਗੁਰਬਾਣੀ ਵਿੱਚ ਇਹ ਜੁਗਤ ਵਰਤੀ ਹੋਈ ਹੈ ਨਾ, ਵੀ ਮਨੁੱਖ ਨੂੰ ਇਹ ਜਤਾਉਣਾ ਵੀ ਨਹੀਂ, ਇਹ ਥਿਰ ਨਹੀਂ ਹੈ। ਮਨੁੱਖ ਦਾ ਰਵੱਈਆ ਕਦੋਂ ਬਦਲਦਾ ਹੈ? ਮਨੁੱਖ ਦਾ ਰਵੱਈਆ ਜ਼ਾਲਮ ਜਾਂ ਘਾਤਕ ਕਦੋਂ ਹੁੰਦਾ ਹੈ? ਜਦੋਂ ਉਹ ਕਾਬਜ ਹੋ ਜਾਂਦਾ। ਅਸੀਂ ਇਹ ਜਿਹੜੇ ਸਾਡੇ ਲੋਕ ਨੇ, ਮੰਨ ਲਓ ਪੰਜਾਬ ਦੇ ਵਿੱਚ ਕਿੰਨੀ ਭਾਂਤ ਦੀਆਂ ਮੁਸ਼ਕਲਾਂ ਨੇ। ਜਿਹੜੇ ਕਾਲਜਾਂ ਦੇ ਵਿੱਚ ਕੱਚੇ ਪ੍ਰੋਫੈਸਰ ਨੇ ਜਾਂ ਯੂਨੀਵਰਸਿਟੀਆਂ ਵਿੱਚ ਕੱਚੇ ਪ੍ਰੋਫੈਸਰ ਨੇ, ਉਹ ਵੱਧ ਕੰਮ ਕਰਦੇ ਨੇ। ਜਿਹੜੇ ਜਦੋਂ ਬੰਦਾ ਪੱਕਾ ਸਥਾਪਿਤ ਹੋ ਜਾਂਦਾ ਤਾਂ ਉਹ ਥੋੜ੍ਹੀਆਂ ਮੌਜਾਂ ਕਰਨ ਲੱਗ ਜਾਂਦਾ, ਹਨਾ। ਜੇ ਆਪਾਂ ਇਉਂ ਨਾ ਕਹੀਏ ਵੀ ਉਹ ਮਤਲਬ ਕੰਮ ਨਹੀਂ ਕਰਦੇ, ਕੰਮ ਤਾਂ ਕਰਦੇ ਹੋਣਗੇ, ਪਰ ਇਹ ਆ ਵੀ ਉਹਨਾਂ ਦਾ ਡਰ ਘਟ ਜਾਂਦਾ ਤੇ ਮੌਜਾਂ ਕਰਨ ਲੱਗ ਜਾਂਦੇ ਨੇ ਨਾ। ਤੇ ਇਸ ਤਰ੍ਹਾਂ ਉਹ ਜਿਹੜਾ ਮਨੁੱਖ ਦੇ ਪੱਕੇ ਹੋਣ ਵਾਲਾ ਮਾਮਲਾ ਹੈ, ਤੇ ਉਹਨੂੰ ਪਰਿਵਰਤਨ ਦਾ ਅਹਿਸਾਸ ਕਰਾਉਣਾ, ਬਦਲਾਵ ਦਾ ਅਹਿਸਾਸ ਕਰਾਉਣਾ, ਉਹ ਕਾਫੀ ਵੱਡੀ ਗੱਲ ਹੈ। ਤੇ ਬਦਲਾਵ ਦੇ ਵਿੱਚ ਜਿਹੜੇ ਦੋ ਗੱਲਾਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਸੀ, ਵੀ ਬੰਦਾ ਨਿਰਾਸ਼ਾਵਾਦ ਵੱਲ ਨੂੰ ਨਾ ਜਾਵੇ ਤੇ ਉਹ ਜੀਵਨ ਸਵਾਰਨ ਦਾ ਉਦਮ ਕਰੇ, ਹਨਾ। ਜਦੋਂ ਬੰਦਾ ਨਿਰਾਸ਼ਾਵਾਦ ਵੱਲ ਨੂੰ ਜਾਂਦਾ, ਜਾਂ ਤਾਂ ਉਹ ਚੁੱਪ ਕਰਦਾ, ਜਾਂ ਫਿਰ ਉਹ ਜ਼ੁਬਾਨੀ ਹਿੰਸਾ ਵਿੱਚ ਪੈਂਦਾ, ਵਰਬਲ ਵਾਇਲੈਂਸ, ਦੂਸਰਿਆਂ ਨੂੰ ਗਾਲਾਂ ਦੇ ਵਿੱਚ। ਤੇ ਚਾਹੀਦਾ ਅਸਲ ਵਿੱਚ ਇਹ ਹੈ ਵੀ ਉਹ ਆਜ਼ਾਦੀ ਵੱਲ ਨੂੰ ਕਿਵੇਂ ਹੁੰਦਾ, ਹਨਾ। ਤੇ ਇਹ ਗੁਰੂ ਸਾਹਿਬ ਦੀ ਇਹ ਬਾਣੀ ਆ ਜਿਹੜੀ, ਇਹਦੇ ਵਿੱਚ ਜਿਹੜੀ ਮੌਤ ਦੇ ਬੁਢੇਪੇ ਦੇ ਦ੍ਰਿਸ਼ਟਾਂਤ ਨੇ, ਜਾਂ ਨਾਸ਼ਮਾਨਤਾ ਦਾ ਵਰਣਨ ਹੈ, ਜਾਂ ਬੰਦੇ ਨੂੰ ਕਿਹਾ ਵੀ ਤੂੰ ਇਹ ਤੇਰਾ ਜਨਮ ਬਿਰਥਾ ਜਾ ਰਿਹਾ, ਤਾਂ ਉਹਦੇ ਖਾਤਰ ਇਹਨਾਂ ਗੱਲਾਂ ਨੂੰ ਅਸੀਂ ਨਵੇਂ ਤਰੀਕੇ ਜਾਂ ਇਸ ਤਰੀਕੇ ਥੋੜਾ ਵਿਆਖਿਆਤ ਕਰ ਸਕਦੇ ਹਾਂ ਨਾ। ਵੀ ਮਨੁੱਖੀ ਜਨਮ ਹੈ ਜਿਹੜਾ, ਇਹਨੂੰ ਅਸੀਂ ਅਰਥ ਕਿਵੇਂ ਲਾਈਏ, ਤੇ ਉਹਨੂੰ ਅਰਥ ਲਾਉਣ ਦੇ ਆਦੇਸ਼ ਕੀ ਨੇ। ਉਹਦੇ ਇਹ ਆ ਵੀ ਨਿਰਾਕਾਰ ਸੱਤਾ ਹੈ। ਕਿਹਨੂੰ ਧਿਆਓ ਤੁਸੀਂ? ਨਿਰਾਕਾਰ ਸੱਤਾ ਨੂੰ, ਪਰਮਾਤਮਾ ਨੂੰ। ਸਾਧੋ ਗੋਬਿੰਦ ਕੇ ਗੁਣ ਗਾਵੋ। ਤੇ ਉਹ ਜਿਹੜੇ ਖਿਆਲ ਨੇ, ਉਹ ਜੀਵਨ ਹੈ, ਉਹਦੀ ਜਿਹੜੀ ਖੜੋਤ ਹੈ ਉਹ ਤੋੜਨੀ ਹੈ। ਜਿਹੜਾ ਪਦਾਰਥ ਹੈ, ਤਾਂ ਪਦਾਰਥ ਦੀ ਮਾਲਕੀ ਦੇ ਵਿੱਚ ਤੁਸੀਂ ਵੇਖੋਗੇ ਵੀ ਜਿਹੜੇ ਮਹਿਕੂਮ ਨੇ, ਮਹਿਕੂਮਾਂ ਦੀ ਪਦਾਰਥਕ ਜਿਹੜੀ ਪਰੰਪਰਾ ਹੁੰਦੀ ਆ ਉਹ ਬਾਹਲੀ ਬਚ ਨਹੀਂ ਸਕਦੀ ਹੁੰਦੀ। ਜੇ ਤੁਸੀਂ ਭਾਸ਼ਾ ਦਾ ਇਤਿਹਾਸ ਪੜ੍ਹਿਆ ਹੋਵੇ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਫਾਰਸ ਦੇ ਉੱਤੇ ਪਹਿਲਾਂ ਸਿਕੰਦਰ ਨੇ ਹਮਲਾ ਕੀਤਾ, ਤੇ ਜਦੋਂ ਫਿਰ ਖਲੀਫਾ ਅਲ ਵਕਲ ਨੇ ਕੀਤਾ, ਹਨਾ, ਫਾਰਸ ਦੇ ਉੱਤੇ, ਤਾਂ ਉਦੋਂ ਉਹਨਾਂ ਨੇ ਫਾਰਸ ਨੂੰ ਜਿੱਤ ਕੇ ਤਾਂ ਉਹਨਾਂ ਦੇ ਗ੍ਰੰਥ ਅਵੇਸਤਾ ਅਤੇ ਹੋਰ ਬਹੁਤ ਵੱਡੀ ਜਿਹੜੀ ਉਹਨਾਂ ਦੀ ਪਰੰਪਰਾ ਸੀ ਉਹਦਾ ਖਾਤਮਾ ਕੀਤਾ। ਤਾਂ ਹੁਣ ਸਾਡੇ ਸਾਹਮਣੇ ਜੇ ਤੁਸੀਂ ਦੇਖੋ ਵੀ ਬਾਬਰੀ ਮਸਜਿਦ ਦੀ ਟਰਾਂਸਫਰਮੇਸ਼ਨ ਹੈ ਜਿਹੜੀ, ਉਹ ਵੀ ਇੱਕ ਇਸ ਤਰ੍ਹਾਂ ਦਾ ਤੁਸੀਂ ਵੇਖ ਸਕਦੇ ਹੋ ਵੀ ਜਿਹੜੀ ਮਹਿਕੂਮ ਧਿਰ ਹੁੰਦੀ ਹੈ, ਉਹਦਾ ਚਾਹੇ ਪਦਾਰਥਕ ਰੂਪ ਹੈ ਜਿਹੜਾ ਕੋਈ, ਉਹ ਕਿੰਨਾ ਵੀ ਸੇਕਰਡ ਹੋਵੇ, ਤੇ ਉਹਨੂੰ ਬਚਾਉਣ ਦੇ ਵਿੱਚ ਉਹਨੂੰ ਜਾਨ ਲਾਉਣੀ ਪੈਂਦੀ ਹੈ, ਮਰਨਾ ਪੈਂਦਾ ਉਹਨਾਂ ਨੂੰ। ਤਾਂ ਇਹ ਜਿਹੜੇ ਅਸਲ ਵਿੱਚ ਜਦੋਂ ਮਨੁੱਖ ਨਿਰਾਕਾਰ ਸੱਤਾ ਨੂੰ ਧਿਆਉਂਦਾ ਹੈ, ਤਾਂ ਨਿਰਾਕਾਰ ਸੱਤਾ ਵਿੱਚ ਵਿਸ਼ਵਾਸ ਬੰਦੇ ਨੂੰ ਫਿਰ ਉਸ ਤੋਂ ਡਰਨ ਨਹੀਂ ਦਿੰਦਾ।
ਜਿਹੜੀ ਕਿਸੇ ਵੇਲੇ ਦਾ ਸਹਿਮ ਹੁੰਦਾ ਨਾ, ਉਸ ਤੋਂ ਡਰਨ ਨਹੀਂ ਦਿੰਦਾ। ਗੁਰਬਾਣੀ ਘੱਟੋ ਘੱਟ ਜਿਹੜਾ ਅਰਥ ਦਿੰਦੀ ਹੈ ਉਹ ਇਸ ਤਰ੍ਹਾਂ ਦਾ ਹੀ ਦਿੰਦੀ ਹੈ, ਹਨਾ। ਤੇ ਮਨੁੱਖ ਨੇ ਮਤਲਬ ਅਰਥ ਕਿਵੇਂ ਲਾਉਣਾ ਫਿਰ ਅੱਗੇ ਆਪਦਾ ਜੀਵਨ, ਉਹ ਆਪਾ ਪਛਾਣਨਾ। ਆਪਾ ਪਛਾਣਨਾ ਕਾਹਦੇ ਖਾਤਰ ਆ? ਪਾਪ ਦੇ ਖਾਤਮੇ ਖਾਤਰ, ਠੀਕ ਆ। ਨਰ ਅਚੇਤ ਪਾਪ ਤੇ ਡਰ ਰਹੇ, ਉਹ ਉਹਦੇ ਖਾਤਰ ਕਰਨਾ। ਇਹ ਜਿਹੜੇ ਚਾਰ ਸਰੋਕਾਰ ਨੇ, ਇਹ ਇਸ ਸ਼ਬਦ ਵਿੱਚ ਵੀ ਨੇ ਤੇ ਗੁਰੂ ਸਾਹਿਬ ਦੀ ਸਾਰੀ ਬਾਣੀ ਵਿੱਚ ਇਹਨਾਂ ਦਾ ਬਹੁਤ ਬਾਰ-ਬਾਰ ਦੁਹਰਾ ਹੈ। ਤੇ ਉਸ ਵੇਲੇ ਦੀ ਜਿਹੜੀ ਹਾਲਤ ਸੀ ਉਹ ਇਹ ਸੀ, ਉਸ ਦੇ ਵਿੱਚ ਮਨੁੱਖ ਨੇ ਜਿਹੜਾ ਸਾਮਰਾਜ ਸੀ, ਉਹ ਸਾਮਰਾਜ ਦੇ ਵਿੱਚ ਸਾਮਰਾਜ ਨੇ ਨੱਕ ਵਿੱਚ ਦਮ ਕੀਤਾ ਪਿਆ ਸੀ ਉਹਨਾਂ ਦਾ, ਜਿਹੜੇ ਅਦਰ ਸੀ, ਜਿਹੜੇ ਹੋਰ ਸੀ। ਤੇ ਉਹਨਾਂ ਦੇ ਵਿੱਚੋਂ ਫਿਰ ਕੋਟਨਮੈ ਕਊ ਨੇ ਜਾਗਣਾ ਸੀ, ਤੇ ਉਹਨੇ ਜਾਗ ਕੇ ਫਿਰ ਕਰਨਾ ਕੀ ਆ? ਤਾਂ ਉਹਨੇ ਜਾਗ ਕੇ ਉਸ ਸੱਤਾ ਨਾਲ, ਜਿਹੜੀ ਦੁਨਿਆਵੀ ਸੱਤਾ, ਉਹਦੇ ਨਾਲ ਟੱਕਰ ਲੈਣੀ ਆ। ਉਹ ਟੱਕਰ ਨਿਕਲਦੀ ਅਸਲ ਵਿੱਚ ਉਸੇ ਵਿੱਚੋਂ ਆ ਜਿਹੜਾ ਜਦੋਂ ਨਿਰਾਕਾਰ ਨੂੰ ਆ, ਹਨਾ। ਤੇ ਜੇ ਦੁਨਿਆਵੀ ਹੈ, ਜਿਹੜਾ ਸਾਰਾ ਕੁਝ ਦੁਨਿਆਵੀ ਨਾਲ ਜੁੜ ਕੇ, ਜਿਹੜਾ ਪਰਿਵਾਰ ਹੈ, ਕੁਟੁੰਬ ਹੈ, ਗੁਰੂ ਸਾਹਿਬ ਬਾਰ-ਬਾਰ ਉਹਦੇ ਤਿਆਗ ਦਾ ਜ਼ਿਕਰ ਕਰਦੇ ਨੇ। ਜੇ ਸਾਨੂੰ ਟੱਬਰ ਦਾ ਫਿਕਰ ਹੋਵੇ ਨਾ, ਫਿਰ ਤਾਂ ਅਸੀਂ ਆਪਦੇ ਬੌਸ ਦੇ ਖਿਲਾਫ ਵੀ ਨਹੀਂ ਬੋਲ ਸਕਦੇ। ਤੇ ਜੇ ਸਾਨੂੰ ਆਪਣੇ ਟੱਬਰ ਜਾਂ ਕੁਟੁੰਬ ਦਾ ਫਿਕਰ ਹੈ, ਤੇ ਇੱਕ ਐਡੀ ਵੱਡੀ ਜਿਹੜੀ ਸੱਤਾ ਹੈ, ਸਾਮਰਾਜ, ਜਿਹਦੇ ਵਿੱਚ ਸਭ ਕੁਝ ਉਹਦੀ ਆਟੋਨਮੀ ਹੈ, ਉਹਦੀ ਆਪਣੀ ਖੁਦਮੁਖਤਿਆਰੀ ਹੈ ਤੇ ਉਹਦੀ ਮਰਜ਼ੀ ਹੈ, ਜੇ ਉਹਦੇ ਖਿਲਾਫ ਬੋਲਣਾ ਜਾਂ ਉਹਦੇ ਖਿਲਾਫ ਕਰਮ ਕਰਨਾ ਕੋਈ, ਤਾਂ ਫਿਰ ਉਹ ਉਸ ਨੂੰ ਤਿਆਗ ਕੇ, ਜੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਵੀ ਆਪਾਂ ਨੇ ਇੰਟਰਪ੍ਰੈਟ ਕਰਨਾ ਤਾਂ ਗੁਰਬਾਣੀ ਦੇ ਪ੍ਰਸੰਗ ਵਿੱਚ ਇਦਾਂ ਜੋੜ ਕੇ ਅਸੀਂ ਉਸ ਗੱਲ ਨੂੰ ਵੇਖ ਸਕਦੇ ਆ। ਅੱਛਾ, ਇੱਕ ਇਸ ਸ਼ਬਦ ਦਾ, ਜਿਵੇਂ ਮੈਂ ਪਹਿਲਾਂ ਹੀ ਤੁਹਾਡੇ ਸਾਹਮਣੇ ਇੱਕ ਮਸਲਾ ਰੱਖਿਆ ਸੀ ਵੀ ਅਸੀਂ ਇੱਕ ਅਣਵਿਵਾਦਤ ਜਾਂ ਸਾਂਝੇ ਤੇ ਇਕੱਠੇ ਹੋਣਾ। ਜਿਵੇਂ ਪੰਜਾਬ ਦੇ ਵਿੱਚ ਬਹੁਤ ਮੁਸ਼ਕਲਾਂ ਨੇ, ਹਨਾ। ਕਿੰਨੀ ਭਾਂਤ ਦੇ ਧੜੇ ਨੇ, ਸਿੱਖਾਂ ਦੇ ਵਿੱਚ ਧੜੇ ਨੇ, ਜਾਂ ਹੋਰ ਜਾਂ ਜਿਸ ਤਰ੍ਹਾਂ ਦੇ ਖੱਬੇ ਪੱਖ ਵਾਲੇ ਨੇ ਉਹਨਾਂ ਦੇ ਵਿੱਚ ਅੰਦਰ ਕਿੰਨੇ ਧੜੇ ਨੇ, ਇਹ ਆਪਸ ਵਿੱਚ ਇੱਕ ਦੂਜੇ ਧੜਿਆਂ ਦੇ ਖਿਲਾਫ ਨੇ। ਤਾਂ ਮੈਨੂੰ ਕਈ ਵਾਰੀ, ਕਿਉਂਕਿ ਮੇਰੇ ਮਿੱਤਰਚਾਰਾ, ਮੈਂ ਆਪ ਸਿੱਖ ਸੈਕਸ਼ਨ ਦੇ ਵਿੱਚੋਂ ਆ, ਤੇ ਮੇਰਾ ਮਿੱਤਰਚਾਰਾ ਉਹ ਨੇ ਜਿਹੜੇ ਬੰਦੇ ਖੱਬੇ ਪੱਖ ਨਾਲ ਜੁੜੇ ਹੋਏ ਨੇ ਨਾ ਬਹੁਤ, ਤਾਂ ਮੈਨੂੰ ਏਦਾਂ ਲੱਗਦਾ ਹੁੰਦਾ ਵੀ ਅਸੀਂ ਕਿਸੇ ਆਣ ਵਿਵਾਦ ਤੇ ਕਿਵੇਂ ਇਕੱਠੇ ਹੋਈਏ ਨਾ। ਉਹਦੇ ਵਿੱਚ ਮੈਨੂੰ ਲੱਗਦਾ ਹੁੰਦਾ ਵੀ ਘੱਟੋ ਘੱਟ ਆਪਾਂ ਪੰਜਾਬੀ ਬੋਲੀ ਦੇ ਮਾਮਲੇ ਤੇ ਇਕੱਠੇ ਹੋ ਸਕਦੇ ਹਾਂ, ਜਿਹੜਾ ਸਾਡੇ ਲਈ ਬਿਲਕੁਲ ਅਣਵਿਵਾਦਤ ਹੈ, ਹਨਾ। ਇਸੇ ਤਰ੍ਹਾਂ ਗੁਰੂ ਸਾਹਿਬ ਇੱਕ ਅਣਵਿਵਾਦਤ ਜਿਹੜੀ ਹੋਂਦ ਹੈ, ਉਧਰ ਨੂੰ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ, ਹਨਾ। ਉਹਦੇ ਵਿੱਚੋਂ ਚਿੰਨ੍ਹ ਨਹੀਂ ਦਿੰਦੇ ਉਹਨਾਂ ਨੂੰ, ਹਨਾ। ਉਹ ਕਹਿੰਦੇ ਨੇ ਵੀ ਤੁਸੀਂ ਆਪਣਾ ਜਿਹੜਾ ਚਿੰਨ੍ਹ ਹੈ ਗੋਬਿੰਦ ਦਾ, ਉਹੀ ਰੱਖ ਲਓ, ਹਨਾ। ਸਾਧੋ ਗੋਬਿੰਦ ਕੇ ਗੁਣ ਗਾਵੋ। ਤੇ ਉਹ ਜਿਹੜਾ ਅਣਵਿਵਾਦਤ ਹੈ, ਉਹ ਜਿਹੜਾ ਸਾਂਝ ਹੈ, ਉਸ ਨਿਰਾਕਾਰ ਤੇ ਏਕਤਾ ਕਰਦੇ ਨੇ। ਜੇ ਸਾਕਾਰ ਤੇ ਏਕਤਾ ਕਰਨੀ ਹੋਵੇ ਨਾ, ਸਾਕਾਰ ਤੇ ਏਕਤਾ ਬਹੁਤ ਔਖੀ ਹੈ। ਮੰਨ ਲਓ ਆਪਾਂ ਨੇ ਮੀਟਿੰਗ ਰੱਖਣੀ ਹੋ ਜਾਵੇ ਕੋਈ ਸਾਂਝੀ ਰਲ ਕੇ, ਤਾਂ ਮੈਂ ਕਹਾਂ ਵੀ ਮੇਰੀ ਯੂਨੀਵਰਸਿਟੀ ਰੱਖ ਲਓ, ਮੈਨੂੰ ਔਖਾ ਆਉਣਾ ਜਾਣਾ, ਹਨਾ। ਤੇ ਕੋਈ ਹੋਰ ਦੂਜੇ ਪਾਸੇ ਕਰੇਗਾ। ਜਦੋਂ ਅਸੀਂ ਸਾਕਾਰ ਤੇ ਕਰਦੇ ਹਾਂ, ਜਿਹੜਾ ਸਾਹਮਣੇ ਆ ਸਾਡੇ ਆਕਾਰੀ ਰੂਪ, ਉੱਥੇ ਜਿਹੜੀ ਏਕਤਾ ਹੈ ਉਹਦੇ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਨੇ। ਆਕਾਰ ਦੇ ਉੱਤੇ ਏਕਤਾ ਸਿਰਫ ਸਿਲੈਕਟਿਵ ਹੀ ਹੋ ਸਕਦੀ ਹੈ, ਜਿਹੜੀ ਨਿਰਾਕਾਰ ਤੇ ਏਕਤਾ ਹੈ ਉਹ ਵੱਡੀ ਏਕਤਾ ਹੋ ਸਕਦੀ ਹੈ। ਜਿਹੜਾ ਸਰਬੱਤ ਦੇ ਭਲੇ ਦੀ ਜੇ ਗੱਲ ਕਰਨੀ ਆ, ਤਾਂ ਜਿਹੜੀ ਨਿਰਾਕਾਰ ਦੀ ਇੰਟਰਪ੍ਰੀਟੇਸ਼ਨ ਹੈ ਉਹਨੂੰ ਹੋਰ ਸੋਹਣੇ ਤਰੀਕੇ ਖੋਲ ਕੇ ਸਾਨੂੰ ਸਾਡੇ ਸਮਕਾਲੀ ਪ੍ਰਸੰਗਾਂ ਨਾਲ ਮਿਲਣਾ ਜੁਲਣਾ ਪੈਣਾ। ਅੱਛਾ, ਗੁਰਬਾਣੀ ਵਿਆਖਿਆ ਬਾਰੇ ਕਈ ਵਿਧੀਆਂ ਨੇ, ਉਹਦੇ ਸ਼ਬਦਾਂ ਦੇ ਅਰਥ ਦੱਸਣ ਦੀਆਂ, ਉਹਦੀਆਂ ਤੁਕਾਂ ਦੇ ਅਰਥ ਦੱਸਣ ਦੀਆਂ, ਉਹਦੇ ਦਰਸ਼ਨ ਦੀਆਂ, ਉਹਨੂੰ ਸਮਾਜ ਦੇ ਨਾਲ ਜੋੜ ਕੇ ਦੱਸਣ ਦੀਆਂ। ਆ ਜਿਹੜੀ ਮਹੀਨ ਵਿਆਖਿਆ ਜਿਹਦਾ ਮੈਂ ਦਾਅਵਾ ਕਰ ਲਿਆ ਭੁੱਲ ਭੁਲੇਖੇ, ਉਹ ਇਸ ਤਰ੍ਹਾਂ ਦੀਆਂ ਕਿੰਨੀਆਂ ਨੇ, ਹਨਾ। ਪਰ ਅੰਤਮ ਵਿਆਖਿਆ ਗੁਰਬਾਣੀ ਦੀ ਕੀ ਹੋ ਸਕਦੀ ਹੈ? ਉਹ ਵਿਆਖਿਆ ਇਹ ਹੈ ਵੀ ਸਵਾਲ ਕੇਵਲ ਗਿਆਨ ਜਾਂ ਜਿਉਣ ਦਾ ਨਹੀਂ ਹੈ, ਕਿਉਂਕਿ ਮਨੁੱਖ ਨੇ ਇਹ ਸਾਰੀਆਂ ਗੱਲਾਂ ਨਾਲ ਅਸੀਂ ਕੇਵਲ ਗਿਆਨ ਪੈਦਾ ਕਰਦੇ ਹਾਂ, ਹਨਾ। ਜਿਹੜਾ ਇਹ ਗੁਰੂ ਸਾਹਿਬ ਦੀ ਨੌਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਆ ਵੀ ਜਿਹੜਾ ਅਸੀਂ ਲੋਕਾਂ ਨੂੰ ਸਿਖਾਉਂਦੇ ਆ ਜਾਂ ਆਪ ਸਿੱਖਦੇ ਆ, ਉਹ ਗਿਆਨ ਕਿੱਥੇ ਤੱਕ ਸੀਮਿਤ ਰਹਿ ਜਾਂਦਾ। ਉਹ ਕਹਿੰਦੇ ਵੀ ਜਹ ਮਨ ਨੈਕ ਨਾ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ, ਦੁਰਮਤ ਤੇ ਨਾ ਟਰੈ। ਵੀ ਸਿੱਖ ਸਿਖਾਉਣਾ ਸੀ, ਜਿਹੜਾ ਬਥੇਰਾ ਕੁਝ ਸਿੱਖ ਲਿਆ ਉਹ ਆਪਣੇ ਪਾਸੇ ਰਹਿ ਗਿਆ, ਪਰ ਦੁਰਮਤ ਤੋਂ ਟਰਦਾ ਨਹੀਂ ਹੈ। ਹੁਣ ਜੇ ਇਕੱਲਾ ਗਿਆਨ ਦਾ ਮਾਮਲਾ ਹੋਵੇ ਤਾਂ ਗਿਆਨ ਦੇ ਮਾਮਲਾ ਸਿੱਖਿਆ ਤੋਂ ਬਾਅਦ, ਗਿਆਨ ਦੇਣ ਤੋਂ ਬਾਅਦ ਹੱਲ ਹੋ ਜਾਵੇ। ਗੁਰੂ ਸਾਹਿਬ ਕਹਿੰਦੇ ਵੀ ਇਹ ਹੱਲ ਨਹੀਂ ਹੁੰਦਾ। ਉਦੋਂ ਬਾਅਦ ਉਹ ਕਹਿੰਦੇ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ ਕਹਾ ਜਹ ਭਾਜ ਰੇ।
ਜਿਹੜੀ ਪੁਰਾਣ ਹੈ, ਹੁਣ ਪੁਰਾਣ ਦਾ ਦਾਅਵਾ ਹੈ ਨਾ ਵੀ ਉਹਨੇ ਹਿੰਦੂ ਸੱਭਿਆਚਾਰ ਨੂੰ ਸਿਵਲਾਈਜ਼ ਕੀਤਾ, ਚਾਹੇ ਪੁਰਾਣ ਦੇ ਵਿੱਚ ਅਸੀਂ ਉਹਨਾਂ ਦੀ ਕਿਸੇ ਗੱਲ ਨਾਲ ਮੁਤਫਿਕ ਹੋਈਏ ਜਾਂ ਨਾ ਹੋਈਏ, ਪਰ ਇਹ ਤਾਂ ਹੋ ਸਕਦਾ ਨਾ ਵੀ ਆਪਾਂ ਵੀ ਹਿੰਦੂਆਂ ਲਈ ਤਾਂ ਜਿਹੜੀ ਪੁਰਾਣ ਹੈ ਉਹ ਬਹੁਤ ਵੱਡੇ ਸੰਦੇਸ਼ ਨੇ ਉਹਦੇ ਵਿੱਚ। ਹੁਣ ਜੇ ਪੁਰਾਣ ਦਾ ਗਿਆਨ ਮਨੁੱਖ ਨਹੀਂ ਹੈ ਸਮਝਦਾ ਤਾਂ ਉਹਦੇ ਚ ਪੁਰਾਣ ਦਾ ਕੀ ਕਸੂਰ ਹੈ ਨਾ, ਤਾਂ ਸਮਝਤ ਨਹਿਰੇ ਅਜਾਨ। ਤਾਂ ਫਿਰ ਕੇਵਲ ਮਸਲਾ ਕੇਵਲ ਵਿਆਖਿਆ ਨਾਲ ਗਿਆਨ ਉਪਜਾਉਣ ਦਾ ਨਹੀਂ ਹੈ। ਗਿਆਨ ਉਪਜਾਉਣਾ ਬਹੁਤ ਵਧੀਆ ਚੀਜ਼ ਹੈ, ਜਿੱਥੇ ਤੱਕ ਮਨੁੱਖ ਜਿਨ੍ਹਾਂ ਨੇ ਸਮਝਣਾ ਉਹਨਾਂ ਨੇ ਸਮਝ ਜਾਣਾ। ਪਰ ਆਖਰੀ ਮਸਲਾ ਇਹ ਹੈ, ਉਹ ਇਹ ਹੈ ਵੀ ਜਿਵੇਂ ਵੇਦ ਦੀ ਵਿਆਖਿਆ, ਡਾਕਟਰ ਜਗਵੀਰ ਸਿੰਘ ਹੋਰਾਂ ਨੇ ਇੱਕ ਥਾਂ ਗੱਲ ਕਰੀ ਵੇਦ ਦੀ ਵਿਆਖਿਆ ਦੇ ਬਾਰੇ, ਉਹ ਕਹਿੰਦੇ ਇੱਕ ਨਿਰੁਕਤਾ, ਨਿਘੰਟੂ ਨੇ, ਇਸ ਤਰ੍ਹਾਂ ਕਈ ਵਿਆਖਿਆਵਾਂ ਨੇ ਵੇਦ ਦੀਆਂ। ਉਹ ਕਹਿੰਦੇ ਇੱਕ ਵਿਆਖਿਆ ਵੇਦ ਦੀ ਜੋਤਿਸ਼ ਅਤੇ ਕਲਪ ਹੈ, ਉਸੇ ਤਰ੍ਹਾਂ ਗੁਰਬਾਣੀ ਦੀ ਆਖਰੀ ਵਿਆਖਿਆ ਗੁਰਬਾਣੀ ਦੇ ਸੰਦੇਸ਼ ਨੂੰ ਜਿਉਣਾ ਹੈ। ਸਿਰਫ ਜ਼ੁਬਾਨੀ ਵਿਆਖਿਆ ਨਹੀਂ, ਕੇਵਲ ਗਿਆਨ ਪੈਦਾ ਕਰਨਾ ਨਹੀਂ, ਉਹਨੂੰ ਜਿਉਣਾ ਹੈ। ਤੇ ਜਿਹੜੀ ਸ਼ਹਾਦਤ ਹੈ ਉਸ ਜਿਉਣ ਦੇ ਵਿੱਚੋਂ ਨਿਕਲਦੀ ਹੈ। ਜੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਤਾਂ ਉਹ ਸਾਡੇ ਸਾਹਮਣੇ ਸਬੂਤ ਨੇ, ਹਨਾ। ਉਹ ਜਿਹੜਾ ਸੰਦੇਸ਼ ਹੈ ਉਹ ਤੁਹਾਡੇ ਸਾਹਮਣੇ ਆ, ਕਿਉਂਕਿ ਉਹਦੇ ਖਾਤਰ ਇੱਕ ਮਸਲਾ ਹੋਰ ਹੈ, ਉਹ ਇਹ ਹੈ ਵੀ ਗੁਰੂ ਸਾਹਿਬ ਨਾਲ ਇਹ ਵੀ ਦੱਸਦੇ ਨੇ ਵੀ ਕੋਟਨ ਮਹਿ ਕਹੂ ਨਾਰਾਇਣ ਜਿਹੇ ਚੀਤ, ਹਨਾ, ਉਹ ਕਰੋੜਾਂ ਚੋਂ ਇੱਕ ਹੁੰਦਾ ਹੈ। ਇਸ ਤਰ੍ਹਾਂ ਆਪਾਂ ਉਹਦੇ ਵਿੱਚ ਵੀ ਨਾ ਜਾਈਏ ਕਿਸੇ ਹੀਣਤਾ ਦੇ ਵਿੱਚ, ਹਨਾ। ਤਾਂ ਗੁਰਬਾਣੀ ਦਾ ਸੰਦੇਸ਼ ਹੈ ਜਿਹੜਾ ਉਹਨੂੰ ਜਿਉਣਾ ਅਸਲੋਂ ਆਖਰੀ ਵਿਆਖਿਆ ਕਹਿ ਸਕਦੇ ਹਾਂ। ਉਂਝ ਵਿਆਖਿਆ ਜਿਹੜੀ ਉਹ ਸੈਕੰਡਰੀ ਹੁੰਦੀ ਆ, ਤੇ ਵਿਆਖਿਆ ਦੇ ਵਿੱਚ ਨਵੀਂ ਵਿਆਖਿਆਵਾਂ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਇੱਕ ਵਿਆਖਿਆ ਕਿਸੇ ਨੇ ਸਾਤੋਂ ਪਹਿਲਿਆਂ ਨੇ ਕੀਤੀ ਤੇ ਉਸ ਤੋਂ ਬਾਅਦ ਅਸੀਂ ਆਪਣੇ ਯੁੱਗ ਦੇ ਵਿੱਚ ਨਵੀਂ ਵਿਆਖਿਆ ਕਰ ਲਈ। ਉਸ ਵਿਆਖਿਆ ਨੂੰ ਹੋਰ ਅੱਗੇ ਤੋਰਨਾ ਤੇ ਅਖੀਰ ਤੇ ਜਿਹੜੀ ਵਿਆਖਿਆ ਆਉਣੀ ਆ ਉਹ ਗੁਰਬਾਣੀ ਨੂੰ ਜਿਉਣ ਦੀ ਆਉਣੀ ਆ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ। ਇਸ ਸ਼ਬਦ ਦੇ ਵਿੱਚ ਗਜ ਦਾ ਜ਼ਿਕਰ ਆਉਂਦਾ ਨਾ। ਗਜ ਉਹ ਜਿਹੜਾ ਹਾਥੀ ਜਿਹਨੇ ਗੰਧਰਵ ਹਾਥੀ ਬਣ ਗਿਆ ਸੀ, ਜਿਹਨੇ ਪ੍ਰਮਾਤਮਾ ਨੂੰ ਧਿਆ ਕੇ ਮੁਕਤੀ ਹਾਸਲ ਕਰ ਲਈ। ਤਾਂ ਗੁਰੂ ਸਾਹਿਬ ਇੱਥੇ ਸਪਸ਼ਟ ਕਰਦੇ ਨੇ, ਕਹਿੰਦੇ ਉਸ ਗਜ ਕੋਲੇ ਨਾ ਗੁਣ ਸੀ, ਨਾ ਕੁਛ ਵਿਦਿਆ, ਨਾ ਉਹਨੇ ਕੋਈ ਧਰਮ ਫੋਲੋ ਕੀਤਾ ਹੋਇਆ ਸੀ, ਧਰਮ ਵੀ ਨਹੀਂ ਸੀ ਅਪਣਾਇਆ ਹੋਇਆ ਨਾ। ਨਾਨਕ ਬਿਰਦ ਰਾਮ ਕਾ ਦੇਖੋ, ਤੇ ਪ੍ਰਮਾਤਮਾ ਦੀ ਜਿਹੜੀ ਕਲਾ ਉਹ ਵੇਖੋ, ਤੇ ਉਹਨੂੰ ਅਭੈ ਦਾਨ ਦੇ ਦਿੱਤਾ। ਤੇ ਇਸ ਪਾਠ ਦੇ ਵਿੱਚੋਂ ਜਿਹੜੀ ਮੈਂ ਗੱਲਬਾਤ ਕਰੀ ਆ, ਜਿਹੜੇ ਮੈਨੂੰ ਇਹਦੇ ਵਿੱਚ ਆਖਰੀ ਸੁਨੇਹੇ ਸਮਝ ਆਏ ਉਹ ਇਹ ਨੇ ਵੀ ਜੇ ਅਸੀਂ ਗੁਰਬਾਣੀ ਦੀ ਵਿਆਖਿਆ ਕਰਨੀ ਆ ਤਾਂ ਉਹ ਵਿਆਖਿਆ ਕਰਨ ਦੇ ਵਿੱਚ ਪਾਠ ਦੀ ਮੌਲਿਕਤਾ ਦੀਆਂ ਸੰਭਾਵਨਾਵਾਂ ਉਜਾਗਰ ਕਰਨੀਆਂ, ਤੇ ਲੋੜ ਲਈ ਹੋਰ ਭਾਂਤ ਦੀਆਂ ਜਿਹੜੀਆਂ ਦ੍ਰਿਸ਼ਟੀਆਂ ਉਹ ਵਰਤਣੀਆਂ, ਤੇ ਰੂਹਾਨੀਅਤ ਲਈ ਦਾ ਸੰਵਾਦ ਪੈਦਾ ਕਰਨਾ। ਜਿਹੜਾ ਰੱਦਣ ਦਾ ਮਾਮਲਾ ਹੈ, ਰੱਦਣ ਦੀ ਥਾਂ ਤੇ ਸਮਝਣ ਵੱਲ ਰੁਚਿਤ ਹੋਣਾ। ਜਿਹੜੀਆਂ ਗੱਲਾਂ ਸਾਨੂੰ ਸਮਝ ਨਹੀਂ ਆਉਂਦੀਆਂ ਨਾ, ਤਾਂ ਉਹਨਾਂ ਨੂੰ ਰੱਦਣ ਦੀ ਥਾਂ ਤੇ ਸਾਨੂੰ ਸਮਝਣ ਵੱਲ ਰੁਚਿਤ ਹੋਣਾ ਚਾਹੀਦਾ, ਜਾਂ ਉੱਥੇ ਚੁੱਪ ਚੰਗੀ ਹੁੰਦੀ ਆ। ਤਾਂ ਇਹ ਆ, ਤੇ ਸਰਬੱਤ ਦੇ ਭਲੇ ਵੱਲ ਦੇ ਸਫ਼ਰ ਨੂੰ ਤੁਰਨਾ, ਤਾਂ ਸਮਕਾਲੀ ਤਾਕਤ ਨੂੰ ਨਿਆਂਸ਼ੀਲ ਬਣਾਉਣ ਲਈ ਮੁਖਾਤਿਬ ਹੋਣਾ, ਸਮਕਾਲੀ ਵਿਸ਼ਵ ਦੇ ਮਸਲਿਆਂ ਦੇ ਹੱਲ ਲਈ ਗੁਰਬਾਣੀ ਨੂੰ ਸੁਧਾਉਣਾ, ਤੇ ਮਨੁੱਖ ਨੂੰ ਗੁਰਬਾਣੀ ਜਿਉਣ ਵੱਲ ਸੁਧਾਉਣਾ, ਹਨਾ। ਇਹ ਹੈ ਜੀ, ਤੇ ਮੇਰੀ ਆਖਰੀ ਸਲਾਈਡ ਹੈ ਜਿਹੜੀ ਉਹ ਇਹ ਹੈ ਜੀ, ਇਹ ਜਗਵੀਰ ਸਿੰਘ ਦੀ ਇੱਕ ਟੂਕ ਹੈ। ਉਹ ਕਹਿੰਦੇ ਵੀ ਜਿਹੜੀ ਪਵਿੱਤਰਤਾ ਦਾ ਮਾਮਲਾ ਹੈ ਇਹ ਸਮਾਜ ਵਿਗਿਆਨੀਆਂ ਲਈ ਮਸਲਾ ਹੈ, ਤੇ ਇਹ ਬਾਹਰਮੁਖੀ ਤਰੀਕੇ ਨਾਲ ਇਹਦਾ ਉੱਤਰ ਨਹੀਂ ਦਿੱਤਾ ਜਾ ਸਕਦਾ। ਇਹਦੇ ਉੱਤਰ ਦੇਣ ਦੀ ਲੋੜ ਸਾਨੂੰ ਸਭ ਤੋਂ ਨਵੀਂ ਪੀੜ੍ਹੀ ਨੂੰ ਆ, ਤੇ ਉਹ ਨਵੀਂ ਪੀੜ੍ਹੀ ਨੂੰ ਕਿਵੇਂ ਉੱਤਰ ਦਿੱਤਾ ਜਾ ਸਕਦਾ, ਤੁਸੀਂ ਪੜ੍ਹ ਲਿਓ। ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਸੱਜਣਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।